Sikh24.com ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਸਭ ਤੋਂ ਪਹਿਲਾਂ ਫਤਿਹ ਸਾਂਝ ਪਾਵਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਹ ਗੱਲਬਾਤ ਜਿਹੜੀ ਤੁਹਾਡੇ ਨਾਲ ਸ਼ੁਰੂ ਕਰਨ ਜਾ ਰਹੇ ਹਾਂ, ਇਸ ਦਾ ਵਿਸ਼ਾ ਵਾ ਕਿ 4 ਜੁਲਾਈ 1955 ਨੂੰ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਮੂਹ ਦੇ ਵਿੱਚ ਪੰਜਾਬ ਪੁਲਿਸ ਵੱਲੋਂ ਹਮਲਾ ਕੀਤਾ ਗਿਆ। 8 ਸਾਲ ਭਾਰਤ ਨੂੰ ਆਜ਼ਾਦ ਹੋਏ ਨੂੰ ਹੋਏ ਸਨ ਕਿ ਇਹ ਪਹਿਲਾ ਹਮਲਾ ਦਰਬਾਰ ਸਾਹਿਬ ਦੇ ਵਿੱਚ ਪੁਲਿਸ ਭੇਜ ਕੇ ਕੀਤਾ ਗਿਆ। ਇਸ ਹਮਲੇ ਦੇ ਸੰਬੰਧ ਵਿੱਚ ਅਸੀਂ ਲੰਮੀ ਗੱਲਬਾਤ ਜਿਹੜੀ ਆ ਸ਼ੁਰੂ ਕਰਨ ਜਾ ਰਹੇ ਹਾਂ। ਅੱਜ ਦੇ ਮਹਿਮਾਨ ਨੇ ਸਰਦਾਰ ਪ੍ਰਭਜੋਤ ਸਿੰਘ ਨਵਾਂਸ਼ਹਿਰ, ਜੋ ਸਿੱਖ ਚਿੰਤਕ ਹਨ। ਅੱਜ ਦੇ ਸਮੇਂ 2021 ਦੇ ਵਿੱਚ ਇਸ ਹਮਲੇ ਦੀ ਮਹੱਤਤਾ, ਇਤਿਹਾਸਿਕ ਮਹੱਤਤਾ ਜਿਹੜੀ ਆ ਉਹ ਕਿਵੇਂ ਵੇਖਦੇ ਆ, ਅਤੇ ਉਸ ਹਮਲੇ ਬਾਰੇ 1984 ਦੇ ਹਮਲੇ ਦੇ ਸੰਦਰਭ ਦੇ ਵਿੱਚ ਉਹ ਕਿਵੇਂ ਸੋਚਦੇ ਆ, ਉਸ ਵੇਲੇ ਦੇ ਕੀ ਹਾਲਾਤ ਸਨ, ਕਿਉਂ ਇਹ ਹਮਲਾ ਹੋਇਆ, ਕਿਸ ਮਾਨਸਿਕਤਾ ਨਾਲ ਹੋਇਆ, ਇਹ ਸਾਰੇ ਸਵਾਲਾਂ ਦੇ ਜਵਾਬ ਲੈਣ ਲਈ ਅੱਜ ਮੈਂ ਸਰਦਾਰ ਪ੍ਰਭਜੋਤ ਸਿੰਘ ਨਵਾਂਸ਼ਹਿਰ ਕੋਲ ਬੈਠਾ ਵਾਂ। ਸੋ ਇਹ ਗੱਲਬਾਤ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਭਾਈ ਸਾਹਿਬ, ਅੱਜ ਦੀ ਗੱਲਬਾਤ 'ਚ ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਉਸ ਦਾ ਵਿਸ਼ਾ ਤੇ ਆਪਾਂ ਦੱਸ ਚੁੱਕੇ ਹਾਂ ਕਿ 4 ਜੁਲਾਈ 1955 ਨੂੰ ਪੰਜਾਬ ਪੁਲਿਸ ਭੀਮ ਸੈਨ ਸੱਚਰ ਦੀ ਸਰਕਾਰ ਦੇ ਵੇਲੇ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੁੰਦੀ ਹੈ। ਜਦੋਂ ਅਸੀਂ ਇੰਨੀ ਕੁ ਗੱਲ ਲੋਕਾਂ ਨੂੰ ਦੱਸਦੇ ਹਾਂ ਜਾਂ ਉਸ ਦਿਨ ਤਸਵੀਰਾਂ ਸਾਂਝੀਆਂ ਹੁੰਦੀਆਂ ਅਤੇ ਲੋਕਾਂ ਨੂੰ ਬਹੁਤਾ ਨਹੀਂ ਪਤਾ ਹੁੰਦਾ, ਸਾਡੇ ਸਿੱਖਾਂ ਨੂੰ, ਕਿ ਉਸ ਦਿਨ ਹੋਇਆ ਕੀ ਸੀ, ਕੀ ਹਾਲਾਤ ਸਨ, ਅਤੇ ਇਹ ਗੱਲ ਕਿਵੇਂ ਵਾਪਰੀ ਅਤੇ ਕਿਉਂ ਵਾਪਰੀ। ਜੀ, ਅਸਲ ਦੇ ਵਿੱਚ ਪੰਜਾਬੀ ਸੂਬੇ ਦੀ ਡਿਮਾਂਡ ਸੀ ਸਿੱਖਾਂ ਦੀ, ਅਤੇ ਜਿਹੜਾ ਸੈਂਟਰ ਸੀ, ਜਿਹੜੀ ਨਹਿਰੂ ਸਰਕਾਰ ਸੀ, ਉਹ ਬਜਿੱਦ ਸੀਗੀ ਕਿ ਪੰਜਾਬੀ ਸੂਬਾ ਨਹੀਂ ਦੇਣਾ। ਅਤੇ ਉਹ ਜਿੱਦਾਂ ਅੱਜ ਖਾਲਿਸਤਾਨ ਦੇ ਨਾਅਰੇ 'ਤੇ ਜੇ ਕੋਈ ਖਾਲਿਸਤਾਨ ਦਾ ਨਾਅਰਾ ਲਾ ਲੈਂਦਾ ਤਾਂ ਰਿਐਕਟ ਕਰਦੀ ਹੈ ਸਟੇਟ। ਉਹ ਵੇਲਾ ਉਹ ਸੀ 54-55 ਦਾ ਵੇਲਾ ਉਹ ਸੀ ਕਿ ਜਦੋਂ ਕੋਈ ਪੰਜਾਬੀ ਸੂਬੇ ਦਾ ਨਾਅਰਾ ਲਾਉਂਦਾ ਸੀ ਤਾਂ ਸਟੇਟ ਰਿਐਕਟ ਕਰਦੀ ਸੀ, ਸਟੇਟ ਗ੍ਰਿਫਤਾਰ ਕਰ ਲੈਂਦੀ ਸੀਗੀ। ਸਟੇਟ ਜਿਹੜੀ ਸੀਗੀ ਉਹ ਉਸ ਨਾਅਰੇ ਦੇ ਬਰਖਲਾਫ ਸੀਗੀ। ਉਹ ਕਾਫੀ ਲੰਮੇ ਸਮੇਂ ਤੋਂ ਇਸ ਨਾਅਰੇ ਦੇ ਹੱਕ ਦੇ ਵਿੱਚ ਕਿ ਸਾਨੂੰ ਇਹ ਨਾਅਰਾ ਲਾਉਣ ਦਾ ਜਿਹੜਾ ਹੈਗਾ, ਘੱਟੋ ਘੱਟ ਇਹ ਨਾਅਰਾ ਲਾਉਣ ਦਾ ਅਧਿਕਾਰ ਜਾਂ ਹੱਕ ਤਾਂ ਜ਼ਰੂਰ ਦਿੱਤਾ ਜਾਵੇ। ਸੋ ਲੰਮੇ ਸਮੇਂ ਤੱਕ ਇਹ ਜਿਹੜਾ ਪ੍ਰੋਸੈਸ ਆ ਚੱਲਿਆ, ਅਤੇ ਅਖੀਰ ਦੇ ਵਿੱਚ ਜਦੋਂ ਗੱਲ ਕਿਸੇ ਪਾਸੇ ਨਹੀਂ ਲੱਗੀ ਅਤੇ ਫਿਰ ਜਿਹੜਾ ਮੋਰਚਾ ਦਰਬਾਰ ਸਾਹਿਬ ਤੋਂ ਲਾਇਆ ਗਿਆ, ਮੰਜੀ ਸਾਹਿਬ ਤੋਂ, ਦੀਵਾਨ ਹਾਲ ਤੋਂ ਜੀ, ਅਤੇ ਉਹ ਮੋਰਚਾ ਬੜਾ ਸਫਲ ਸੀ। ਭੀਮ ਸੈਨ ਸੱਚਰ ਬਹੁਤ ਦੁਖੀ ਸੀ ਇਸ ਗੱਲ ਤੋਂ। ਸਿੰਘ ਬੜੀ ਚੜ੍ਹਦੀ ਕਲਾ 'ਚ ਸੀਗੇ ਅਤੇ ਰੋਜ਼ ਗ੍ਰਿਫਤਾਰੀਆਂ ਹੁੰਦੀਆਂ ਸੀਗੀਆਂ। ਇੱਕ ਵੱਖਰੇ ਤਰ੍ਹਾਂ ਦਾ ਖਾਲਸਾਈ ਮਾਹੌਲ ਜਿਹੜਾ ਸੀ ਉਹ ਸਿਰਜਿਆ ਜਾ ਚੁੱਕਾ ਸੀ। ਇੱਕ ਡਰ ਸੀ ਉਹਦੇ ਅੰਦਰ, ਜਿੱਦਾਂ ਦਾ ਖਾਲਸਾਈ ਮਾਹੌਲ ਸੀ। ਹਾਲਾਂਕਿ ਬਾਹਰੋਂ ਜਿਹੜੇ ਦਮਗਜੇ ਉਹ ਮਾਰਦਾ ਸੀ ਉਹ ਇਹ ਸੀ ਕਿ ਕੁਚਲ ਦਿਆਂਗੇ, ਦਰੜ ਦਿਆਂਗੇ, ਇੱਦਾਂ ਦੇ ਦਮਗਜੇ ਉਹਦੇ ਵੱਲੋਂ ਮਾਰੇ ਜਾਂਦੇ ਸੀਗੇ। ਅਤੇ ਅਖੀਰ ਜਦੋਂ ਉਹਨਾਂ ਨੇ ਦੇਖਿਆ ਕਿ ਹਰ ਤਰੀਕਾ ਵਰਤ ਕੇ ਦੇਖ ਲਿਆ, ਕੂਟਨੀਤੀ ਵਾਲਾ ਵੀ ਵਰਤ ਲਿਆ, ਗ੍ਰਿਫਤਾਰੀਆਂ ਵੀ ਹੋ ਗਈਆਂ, ਇੱਕ ਇਹ ਵੀ ਤਰੀਕਾ ਵਰਤਿਆ ਗਿਆ ਕਿ ਜਿਹੜੇ ਦਰਸ਼ਨ ਸਿੰਘ ਫੇਰੂਮਾਨ ਨੇ, ਜਿਹੜੇ ਸ਼ਹੀਦ ਦਰਸ਼ਨ ਸਿੰਘ ਫੇਰੂਮਾਨ ਨੇ, ਅਸੀਂ ਉਹਨਾਂ ਦਾ ਬੜਾ ਸਤਿਕਾਰ ਕਰਦੇ ਹਾਂ। ਉਹਨਾਂ ਨੇ ਸ਼ਹਾਦਤ ਦਿੱਤੀ ਪੰਜਾਬ ਲਈ, ਪੰਥ ਲਈ। ਪਰ ਕੁਛ ਇਤਿਹਾਸ ਦੀਆਂ ਐਸੀਆਂ ਕੌੜੀਆਂ ਗੱਲਾਂ ਵੀ ਹੁੰਦੀਆਂ ਜਿਹੜੀਆਂ ਨਿਗਲਣੀਆਂ ਪੈਂਦੀਆਂ। ਜਦੋਂ ਕਾਂਗਰਸ 'ਚ ਸੀਗੇ ਉਨੀ ਦਿਨੀ 55 'ਚ, ਅਤੇ ਉਹਨਾਂ ਦਾ ਇਹ ਵਿਊ ਸੀਗਾ ਕਿ ਜਿਹੜਾ ਧਰਮ ਅਤੇ ਰਾਜਨੀਤੀ ਅਲੱਗਾ, ਗੁਰਦੁਆਰਿਆਂ ਦਾ ਇਸਤੇਮਾਲ ਰਾਜਨੀਤੀ ਲਈ ਨਹੀਂ ਹੋਣਾ ਚਾਹੀਦਾ। ਅਤੇ ਥੱਲਿਓਂ ਇੱਕ ਹਿੰਦੂ ਪ੍ਰੈਸ਼ਰ ਬਹੁਤ ਜ਼ਬਰਦਸਤ ਤਰੀਕੇ ਨਾਲ ਆ ਰਿਹਾ ਸੀ। ਇੱਕ ਤਾਂ ਜਿਹੜੇ MLA ਸੀ ਉਹ ਸਰਕਾਰ ਦੇ ਉਹ ਪਾ ਰਹੇ ਸੀ, ਦੂਜਾ ਹਿੰਦੂ ਸਮਾਜ ਦਾ, ਆਰੀਆ ਸਮਾਜ ਦਾ ਬੜਾ ਜ਼ਬਰਦਸਤ ਪ੍ਰੈਸ਼ਰ ਆ ਰਿਹਾ ਸੀ ਵੀ ਤੁਸੀਂ ਹਿੰਦੂ ਵੋਟਾਂ 'ਤੇ ਜਿੱਤੇ ਹੋ, ਜਿਹੜੇ ਸਿੱਖ MLA ਸੀਗੇ ਕਾਂਗਰਸ 'ਚ ਜੀ। ਅਤੇ ਅੱਜ ਤੁਹਾਡਾ ਵੇਲਾ ਵਾ ਵਫਾਦਾਰੀ ਦਿਖਾਉਣ ਦਾ, ਅਤੇ ਤੁਸੀਂ ਅੱਜ ਚੁੱਪ ਕਰਕੇ ਬੈਠੇ ਹੋ
ਤੇ ਅੱਜ ਤੁਹਾਨੂੰ ਜਿਹੜਾ ਹੈਗਾ ਵਾ ਕੋਈ ਕਾਰਵਾਈ ਕਰਕੇ ਦਿਖਾਉਣੀ ਚਾਹੀਦੀ ਆ। ਤੇ ਦਰਸ਼ਨ ਸਿੰਘ ਫੇਰੂਮਾਨ ਨੇ ਕਿਹਾ ਕਿ ਮੈਂ ਇਹ ਮੋਰਚੇ ਦੇ ਪੈਰਲਲ ਜਾਂ ਮੋਹਰੇ ਜਾ ਕੇ ਮੋਰਚਾ ਲਾਉਂਗਾ। ਤੇ ਪੰਥ ਨੇ ਜਿਹੜਾ ਹੈਗਾ ਉਹਦਾ ਤਿੱਖਾ ਨੋਟਿਸ ਲਿਆ ਤੇ ਅਖੀਰ ਦੇ ਵਿੱਚ ਉਹ ਮੋਰਚਾ ਨਹੀਂ ਲਾ ਸਕੇ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਉਹਨਾਂ ਦੀ ਕੁਰਬਾਨੀ ਨੂੰ ਭੁੱਲ ਜਾਓ, ਕਿਉਂਕਿ ਹਿਸਟਰੀ ਦੇ ਕਈ ਫੇਜ਼ ਹੁੰਦੇ ਨੇ। ਮੈਂ ਉਸ ਫੇਜ਼ ਦੀ ਗੱਲ ਕਰ ਰਿਹਾ ਜਦੋਂ ਉਹ ਪੰਥ ਪ੍ਰਸਤੀ ਵਾਲੇ ਫੇਜ਼ ਚੋਂ ਨਹੀਂ ਗੁਜ਼ਰ ਰਹੇ ਸੀਗੇ। ਤੇ ਜਦੋਂ ਉਹਨਾਂ ਨੇ ਦੇਖਿਆ ਕਿ ਕਿਸੇ ਵੀ ਤਰੀਕੇ ਦੇ ਨਾਲ ਇਹ ਗੱਲ ਸਾਡੇ ਸੂਤ ਨਹੀਂ ਆਉਂਦੀ, ਤੇ DIG ਅਸ਼ਵਨੀ ਕੁਮਾਰ ਉਹਨੇ ਭੀਮ ਸੈਨ ਸੱਚਰ ਨੂੰ ਇਹ ਕਿਹਾ ਕਿ ਤੁਸੀਂ ਮੈਨੂੰ 5 ਦਿਨ ਦਿਓ ਜੀ, ਤੇ ਮੈਂ ਇਹ ਮੋਰਚੇ ਦਾ ਲੱਕ ਤੋੜ ਕੇ ਰੱਖ ਦੂੰਗਾ। ਸੋ 4 ਨੂੰ ਉਹਨੇ ਜਿੱਦਾਂ ਦਰਬਾਰ ਸਾਹਿਬ ਤੇ ਅਟੈਕ ਹੋਇਆ, ਉਹ ਰਾਤ ਨੂੰ ਅਟੈਕ ਸ਼ੁਰੂ ਹੋਇਆ ਸੀ 84 ਚ। ਹਾਂਜੀ। ਤੇ ਇਹ ਅਟੈਕ ਵੀ ਜਿਹੜਾ ਸ਼ੁਰੂ ਹੋਇਆ, ਇਹਦੀ ਪਲੈਨਿੰਗ ਪਹਿਲਾਂ ਹੋਣੀ ਸ਼ੁਰੂ ਹੋ ਗਈ ਸੀਗੀ ਤੇ ਪੁਲਿਸ ਵਾਲੇ ਮਾਰਚ ਕਰਨ ਲੱਗ ਪਏ ਸੀ। ਇਹ ਤੋਂ ਪਹਿਲਾਂ ਫੌਜੀ ਟੁਕੜੀ ਨੇ ਵੀ ਮਾਰਚ ਕੀਤਾ ਸੀਗਾ। ਫੌਜੀ ਟੁਕੜੀ ਦੇ ਮਾਰਚ ਦਾ ਬਹੁਤ ਜ਼ਿਆਦਾ ਵਿਰੋਧ ਹੋਇਆ ਸੀ। SGPC ਦੇ ਪ੍ਰਧਾਨ ਉਸ ਵੇਲੇ ਦੇ ਬਾਬਾ ਹਰਕ੍ਰਿਸ਼ਨ ਸਿੰਘ ਹੁਣਾਂ ਨੇ, ਹੁਕਮ ਸਿੰਘ ਹੁਣਾਂ ਨੇ, ਇਹਨਾਂ ਸਾਰਿਆਂ ਨੇ ਬਹੁਤ ਵਿਰੋਧ ਕੀਤਾ ਸੀ। ਤੇ ਉਹ ਸਿੱਖਾਂ ਦੇ ਅੰਦਰ ਵੀ ਵਿਰੋਧ ਤਾਂ ਪਹਿਲਾਂ ਹੀ ਸੀ, ਪਰ ਉਹ ਹੋਰ ਤੇਜ਼ ਧਾਰ ਹੋ ਗਿਆ, ਜਿਹਦੇ ਕਾਰਨ ਫੌਜੀ ਟੁਕੜੀ ਤੇ ਇਹਨਾਂ ਨੂੰ ਮੋੜਨੀ ਪਈ ਜੀ। ਤੇ ਉਸ ਤੋਂ ਬਾਅਦ 3-4 ਕੁ ਵਜੇ ਰਾਤ ਨੂੰ ਇਹਨਾਂ ਨੇ ਹਮਲਾ ਜਿਹੜਾ ਹੈਗਾ ਉਹ ਕਰ ਦਿੱਤਾ ਰਾਮਦਾਸ ਜਿਹੜਾ ਲੰਗਰ ਹਾਲ ਇਮਾਰਤ ਵਾਲੀ ਸਾਈਡ ਤੋਂ। ਤੇ ਸਿੰਘ ਉੱਥੇ, ਬੀਬੀਆਂ ਉੱਥੇ ਸਿਮਰਨ ਕਰ ਰਹੀਆਂ ਸੀਗੀਆਂ। ਇਹਨਾਂ ਨੇ ਉੱਥੇ ਅੰਨ੍ਹੇਵਾਹ ਡਾਂਗ ਵਰਾਉਣੀ ਸ਼ੁਰੂ ਕਰ ਦਿੱਤੀ, ਗੋਲੀਆਂ ਚਲਾਈਆਂ, ਪਰ ਸਿੰਘ ਜਿਹੜੇ ਸੀ ਉਹ ਡਟੇ ਰਹੇ। ਉਸ ਤੋਂ ਬਾਅਦ ਇਹਨਾਂ ਨੇ ਅਥਰੂ ਗੈਸ ਦੇ ਜਿਹੜੇ ਗੋਲੇ ਆ ਉਹਨਾਂ ਦੀ ਵੀ ਜਿਹੜੀ ਬੇਇੰਤਹਾ ਕਰ ਦਿੱਤੀ, ਇਸਤੇਮਾਲ ਕੀਤੇ। ਤੇ ਇੱਦਾਂ ਧੱਕੇ ਨਾਲ ਅੱਗੇ ਵੱਧਦੇ ਇਹਨਾਂ ਨੇ ਮੰਜੀ ਸਾਹਿਬ ਦੀਵਾਨ ਹਾਲ ਤੇ ਕਬਜ਼ਾ ਕਰ ਲਿਆ। ਤੇ ਗ੍ਰੰਥੀ ਸੀਗੇ ਦਰਬਾਰ ਸਾਹਿਬ ਦੇ ਚੇਤ ਸਿੰਘ, ਉਹਨਾਂ ਦੇ ਘਰ ਤੇ ਉਹਨਾਂ ਦੇ ਪਰਿਵਾਰ ਨੂੰ ਬੇਇੱਜ਼ਤ ਕਰਕੇ ਕੱਢਿਆ ਤੇ ਉੱਥੇ ਕਬਜ਼ਾ ਕਰ ਲਿਆ। ਸੋ ਇੱਦਾਂ 3-4 ਜਗ੍ਹਾ ਤੇ ਕਬਜ਼ਾ ਕਰਕੇ ਉਹਨੂੰ ਬੇਸ ਬਣਾ ਲਿਆ। ਬੇਸ ਬਣਾ ਕੇ ਉੱਥੋਂ ਗੋਲੀਆਂ ਚਲਾਈਆਂ, ਜਿਹੜੇ ਨੇੜੇ ਮਿਲਦੇ ਸੀ ਉਹਨਾਂ ਤੇ ਲਾਠੀਆਂ ਭਰਾਈਆਂ, ਜਿਹੜੀ ਪਿੱਛੇ ਧੱਕਿਆ ਉਹਨਾਂ ਨੂੰ। ਤੇ ਹੰਝੂ ਗੈਸ ਤਾਂ ਮਤਲਬ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਲਗਾਤਾਰ ਵਰਾਈ। ਤੇ ਗੋਲੀ ਦੀ ਮਾਰ ਜਿਹੜੀ ਆ ਉਹ ਅਕਾਲ ਤਖਤ ਸਾਹਿਬ ਤੱਕ ਵੀ ਗਈ। ਉਹਦੇ ਨਿਸ਼ਾਨ ਉਸ ਵੇਲੇ ਮੌਜੂਦ ਸੀ, ਬਾਅਦ ਵਿੱਚ ਨਹੀਂ ਰਹੇ। ਆਪਾਂ ਜਾਣਦੇ ਹਾਂ ਫਿਰ ਦਰਬਾਰ ਸਾਹਿਬ ਤੇ ਹਮਲਾ ਹੋਇਆ ਸੀ, ਉਹ ਨਹੀਂ ਰਹੇ ਜਾਂ ਉਸ ਵੇਲੇ ਮਿਟਾ ਦਿੱਤੇ ਗਏ। ਇਹ ਹਿਸਟਰੀ ਦਾ ਵਿਸ਼ਾ, ਰਿਸਰਚ ਦਾ ਵਿਸ਼ਾ ਹਲੇ। ਪਰ ਉਹ ਜਿਹੜੀ ਉਹਦੀ ਮਾਰ ਆ ਜਿਹੜੀ ਹੈਗੀ ਆ ਗੋਲੀਆਂ ਦੀ, ਉਹ ਅਕਾਲ ਤਖਤ ਸਾਹਿਬ ਤੱਕ ਵੀ ਗਈ। ਜਿਹੜੇ ਹੰਝੂ ਗੈਸ ਦੇ ਗੋਲੇ ਸੀ ਉਹ ਪ੍ਰਕਰਮਾਂ 'ਚ ਡਿੱਗੇ। ਉਹਦੇ ਨਾਲ ਇੱਦਾਂ ਦਾ ਮਾਹੌਲ ਬਣ ਗਿਆ ਉਸ ਵੇਲੇ ਕਿ ਦਰਬਾਰ ਸਾਹਿਬ 'ਚ ਕੀਰਤਨ ਕਰਨਾ ਮੁਸ਼ਕਲ ਹੋ ਗਿਆ। ਦਰਬਾਰ ਸਾਹਿਬ ਦੇ ਜਿਹੜੇ ਉੱਪਰਲੀ ਮੰਜ਼ਿਲ ਆ ਉੱਥੇ ਵੀ ਕਾਫੀ ਧੂੰਆਂ ਹੋ ਗਿਆ। ਸੋ ਇਹਨਾਂ ਨੇ ਪੂਰੀ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਉੱਥੇ। ਤੇ 4 ਜੁਲਾਈ ਤੋਂ ਬਾਅਦ 5, 6, 7, 8 ਜੁਲਾਈ ਕਿ ਇਹ ਖਬਰਾਂ ਨਸ਼ਰ ਨਾ ਹੋਣ, ਇਹ ਖਬਰਾਂ ਜਿਹੜੀਆਂ ਵਾ ਦੁਨੀਆ 'ਚ ਨਾ ਜਾਣ, ਪੰਥ ਦੇ ਹਿੱਸੇ 'ਚ ਨਾ ਜਾਣ, ਜਿਹੜੀਆਂ ਪੰਥਕ ਸੋਚ ਵਾਲੀਆਂ ਅਖਬਾਰਾਂ ਉਸ ਸਮੇਂ 'ਚ ਵੱਜਦੀਆਂ ਸੀਗੀਆਂ, ਅਕਾਲੀ ਪੱਤਰਕਾਰ, ਜੀਤ ਵਗੈਰਾ, ਉਹਨਾਂ ਦੀਆਂ ਕਾਪੀਆਂ ਚੁੱਕ ਲਈਆਂ ਗਈਆਂ, ਛਾਪਣ ਨਹੀਂ ਦਿੱਤੀਆਂ ਗਈਆਂ। ਤੇ ਇਸ ਤਰ੍ਹਾਂ ਪੂਰਾ ਜਿਹੜਾ ਇੱਕ ਤਰ੍ਹਾਂ ਦਾ ਜ਼ਬਰਦਸਤੀ ਕਰਨੀ ਹੁੰਦੀ ਆ ਪ੍ਰੈਸ ਨਾਲ, ਉਹ ਇਹਨਾਂ ਨੇ ਕੀਤੀ ਤਾਂ ਜੋ ਸਟੇਟ ਦਾ ਨੈਰੇਟਿਵ ਹੀ ਰਵੇ। ਹਾਂ, ਤੇ ਇਹ ਵੀ ਮਹਿਸੂਸ ਹੋਵੇ ਕਿ ਉੱਥੇ ਕੁਝ ਵਾਪਰਿਆ ਨਹੀਂ, ਖਾਸ ਨਹੀਂ ਕੁਝ ਹੋਇਆ ਹੈਗਾ। ਤੇ ਜੇ ਮੂੰਹੋਂ ਇਨਫੋਰਮੇਸ਼ਨ ਜਾਂਦੀ ਵੀ ਆ ਤਾਂ ਉਹ ਉਨੀ ਖਤਰਨਾਕ ਤਰੀਕੇ ਨਾਲ ਨਾ ਜਾਵੇ, ਕਿਉਂਕਿ ਜੋ ਅਖਬਾਰ ਦੀ ਨਿਊਜ਼ ਹੁੰਦੀ ਆ ਉਹਦਾ ਇੱਕ ਵੱਖਰਾ ਅਸਰ ਹੁੰਦਾ। ਤੇ ਇਹ ਉਹਦੇ ਬਾਵਜੂਦ ਵੀ ਇਹ ਮੋਰਚਾ ਕੁਚਲਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ। ਤੇ ਹੁਣ
ਬਾਹਰੀ ਰੂਪ ਵਿੱਚ ਜਦ ਅਸੀਂ ਦੇਖਦੇ ਹਾਂ ਤਾਂ ਉਹ ਹੈਗਾ ਵੀ ਨਾਅਰੇ ਨੂੰ ਰੋਕਣਾ, ਨਾਅਰੇ ਨੂੰ ਰੋਕਣ ਲਈ ਇੰਨਾ ਕੁਝ ਹੋ ਗਿਆ। ਇਹ ਇੱਕ ਤਰ੍ਹਾਂ ਤੁਸੀਂ ਇਹ ਕਹੋ ਕਿ 1984 ਦੀ ਰਿਹਰਸਲ ਆ, 1984 ਦੀ ਰਿਹਰਸਲ ਆ। 1984 ਵੇਲੇ ਦਾ ਇਲਜ਼ਾਮ ਸੀ ਸੰਤ ਜਰਨੈਲ ਸਿੰਘ ਹੋਰਾਂ ਤੇ, ਸਟੇਟ ਲਾਉਂਦੀ ਸੀ ਜਾਂ ਸਟੇਟ ਦੇ ਪੱਖੀ ਬੰਦੇ ਲਾਉਂਦੇ ਸੀ ਕਿ ਖਾੜਕੂ ਸਿੰਘ ਬੈਠੇ ਨੇ ਉੱਥੇ, ਇਸ ਕਾਰਨ ਸਟੇਟ ਦੀ ਮਜਬੂਰੀ ਸੀ, ਉਹ ਕਤਲ ਕਰ ਦਿੰਦੇ ਨੇ, ਕਤਲ ਕਰਕੇ ਦਰਬਾਰ ਸਾਹਿਬ ਆ ਜਾਂਦੇ ਨੇ, ਉੱਥੇ ਜਰਾਇਮ ਪੇਸ਼ਾ ਬੰਦੇ ਬੈਠੇ ਨੇ, ਤੇ ਸਟੇਟ ਨੂੰ ਮਜਬੂਰੀ ਬਸ ਜਿਹੜਾ ਹੈਗਾ ਵਾ ਦਰਬਾਰ ਸਾਹਿਬ ਤੇ ਹਮਲਾ ਕਰਨਾ ਪਿਆ। ਜਦ ਕਿ ਇੱਥੇ ਕਿਸੇ ਕੋਲ ਇੱਕ ਬੱਟਾ ਤੱਕ ਨਹੀਂ ਸੀਗਾ। ਜਿਹੜੀਆਂ ਲਾਇਸੈਂਸੀ ਬੰਦੂਕਾਂ ਵੀ ਸੀਗੀਆਂ ਦਰਬਾਰ ਸਾਹਿਬ ਨੂੰ ਮਿਲੀਆਂ ਹੋਈਆਂ, ਸ਼੍ਰੋਮਣੀ ਕਮੇਟੀ ਅਕਾਲ ਤਖਤ ਸਾਹਿਬ ਨੂੰ, ਉਹ ਪਹਿਲੇ ਜ਼ਬਤ ਕਰ ਲਈਆਂ ਸੀ ਇਹਨਾਂ ਨੇ। ਤੇ ਹੁਣ ਬਾਹਰੀ ਰੂਪ 'ਚ ਜਿੱਦਾਂ ਮੈਂ ਪਹਿਲਾਂ ਕਿਹਾ ਕਿ ਉਹ ਤਾਂ ਇਹ ਗੱਲ ਬਣਦੀ ਆ ਵੀ ਜਿਹੜਾ ਪੰਜਾਬੀ ਸੂਬਾ ਚਾਹੁੰਦੇ ਸੀ ਤੇ ਉਹਦੇ ਲਈ ਨਾਅਰਾ ਇੱਕ ਅਹਿਮ ਚੀਜ਼ ਹੁੰਦੀ ਆ, ਤੇ ਉਹਨੂੰ ਕੁਚਲਣ ਲਈ ਉਹਨਾਂ ਨੇ ਇਹ ਕਾਰਜ ਕੀਤਾ। ਪਰ ਇਹ ਵਨ ਡਿਮੈਂਸ਼ਨਲ ਵਿਆਖਿਆ ਹੋਊਗੀ ਇਹ ਸਾਰੀ ਗੱਲ ਦੀ। ਅਸਲ 'ਚ ਕੀ ਸੀ ਕਿ ਇੰਡੀਅਨ ਸਟੇਟ ਜਿਹੜੀ ਆ ਉਹ ਸਿੱਖਾਂ ਨੂੰ ਪ੍ਰਭੂ ਸੱਤਾ ਵਿੱਚੋਂ ਇੱਕ ਕਿਣਕਾ ਮਾਤਰ ਵੀ ਦੇ ਕੇ ਰਾਜੀ ਨਹੀਂ ਸੀ ਜੀ। ਉਹਨਾਂ ਨੂੰ ਕਲੀਅਰ ਸੀ ਕਿ ਪੰਜਾਬੀ ਸੂਬਾ ਜੇ ਉਹ ਹਾਸਲ ਕਰਨ ਵਿੱਚ ਕਾਮਯਾਬ ਰਹਿੰਦੇ ਆ ਤਾਂ ਇਹਦਾ ਮਤਲਬ ਆ ਕਿ ਉਹਨਾਂ ਨੇ ਆਪਣਾ ਹਲਕਾ ਜਿਹਾ ਸ਼ੇਅਰ ਹਾਸਲ ਕਰ ਲਿਆ। ਤੇ ਗੱਲ ਜੋ ਸਿੱਖਾਂ ਦੀ ਹਿਸਟਰੀ ਆ, ਜੋ ਗੁਰੂ ਸਾਹਿਬ ਦੀ ਬਖਸ਼ਿਸ਼ ਆ ਉਹਨਾਂ ਨੂੰ, ਰਾਜਸੀ ਬਖਸ਼ਿਸ਼ ਆ, ਇਹ ਗੱਲ ਬਹੁਤ ਅੱਗੇ ਤੱਕ ਜਾਣੀ ਆ। ਤੇ ਉਹ ਉਸ ਚੀਜ਼ ਨੂੰ ਉੱਥੇ ਹੀ ਨੱਪ ਦੇਣਾ ਚਾਹੁੰਦੇ ਸੀ। ਮੈਂ ਥੋੜਾ ਜਿਹਾ ਤੁਹਾਨੂੰ ਰੋਕ ਕੇ ਪੁੱਛਣਾ ਚਾਹੁੰਦਾ ਕਿ ਪੰਜਾਬੀ ਸੂਬਾ ਮੋਰਚਾ ਜਿਹੜਾ ਲਾਇਆ ਗਿਆ, ਆਪਾਂ ਸਾਰੇ ਜਾਣਦੇ ਹਾਂ ਕਿ ਬਾਕੀ ਸੂਬੇ ਬੋਲੀਆਂ ਦੇ ਆਧਾਰ ਤੇ ਵੰਡ ਦਿੱਤੇ ਗਏ, ਪਰ ਪੰਜਾਬ ਦੇ ਬਾਰੇ ਇਹ ਗੱਲ ਨਹੀਂ ਉਹਨਾਂ ਨੇ ਸਟੇਟ ਨੇ ਵਰਤੀ। ਹਾਂਜੀ, ਇਸ ਨੂੰ ਥੋੜਾ ਖੋਲ ਕੇ ਦੱਸੋ ਕਿ ਸਿੱਖ ਕੀ ਚਾਹੁੰਦੇ ਸਨ, ਕਿਉਂ ਚਾਹੁੰਦੇ ਸਨ ਪੰਜਾਬੀ ਸੂਬਾ? ਦੇਖੋ, ਪਹਿਲਾਂ ਇਹ ਸੀਗਾ ਕਿ ਸਾਰੇ ਆਪਾਂ ਜਾਣਦੇ ਆ, ਜਿੰਨੇ ਵੀ ਚੇਤਨ ਬੰਦੇ ਆ, ਈਵਨ ਜਿਨ੍ਹਾਂ ਨੇ ਵੀ ਕੋਈ ਹਿਸਟਰੀ ਦਾ ਇੱਕ ਵਰਕਾ ਪੜ੍ਹਿਆ, ਉਹਨਾਂ ਨੂੰ ਪਤਾ ਕਿ ਸਿੱਖਾਂ ਦੇ ਨਾਲ ਇੱਕ ਵਾਅਦਾ ਸੀ ਕਿ ਤੁਹਾਨੂੰ ਉੱਤਮ ਪੱਛਮ ਭਾਰਤ ਵਿੱਚ ਜਿਹੜਾ ਹੈਗਾ ਇੱਕ ਆਜ਼ਾਦ ਖਿੱਤਾ ਦਿੱਤਾ ਜਾਊਗਾ ਜਿੱਥੇ ਤੁਸੀਂ ਆਜ਼ਾਦੀ ਦਾ ਨਿੱਘ ਮਾਣੋਗੇ। ਪਰ ਸਮਾਂ ਆਉਣ ਤੇ ਕੌਨਸਟੀਟਿਊਸ਼ਨ ਬਣਨ ਤੇ ਕੋਈ ਇਹੋ ਜਿਹੀ ਗੱਲ ਸਾਹਮਣੇ ਨਹੀਂ ਆਈ, ਕੌਨਸਟੀਟਿਊਸ਼ਨ ਤੇ ਸਾਈਨ ਵੀ ਨਹੀਂ ਹੋਏ ਸਿੱਖਾਂ ਦੇ। ਤੇ ਉਸ ਤੋਂ ਬਾਅਦ ਸਿੱਖਾਂ ਲਈ ਬਹੁਤ ਵੱਡੀ ਪ੍ਰੋਬਲਮ ਸੀਗੀ ਕਿ ਉਹ ਕਰਨ ਕੀ, ਇੱਕ ਬਹੁ ਗਿਣਤੀ ਦੇ ਲਪੇਟੇ ਵਿੱਚ ਉਹ ਆ ਚੁੱਕੇ ਸੀਗੇ। ਉਸ ਵੇਲੇ ਪੰਜਾਬ ਵਾਲਾ ਤਾਂ ਹੈ ਨਹੀਂ ਸੀ, ਹਰਿਆਣਾ ਵੀ ਸੀਗਾ ਉਹਦੇ ਵਿੱਚ ਜਿਹੜਾ ਸੀਗਾ, ਹੋਰ ਮਤਲਬ ਜਿਹੜਾ ਸੀਗਾ ਹਿਮਾਚਲ ਦੇ ਕੁਛ ਹਿੱਸੇ ਸੀਗੇ ਤੇ ਰਾਜਸਥਾਨ ਵਾਲੀ ਸਾਈਡ ਤੋਂ, ਤੇ ਉਹ ਪੰਜਾਬ ਜਿਹੜਾ ਸੀ ਉਹ ਸਮਝਦੇ ਸੀਗੇ ਕਿ ਜੇ ਸਾਨੂੰ ਇੱਕ ਖਿੱਤਾ ਮਿਲ ਜਾਵੇ, ਅਸਲ 'ਚ ਉਹਨਾਂ ਦੇ ਦਿਲ ਦੀ ਭਾਵਨਾ ਤਾਂ ਇਹ ਸੀ ਕਿ ਸਾਨੂੰ ਇੱਕ ਖਿੱਤਾ ਇਹੋ ਜਿਹਾ ਮਿਲ ਜਾਵੇ ਜਿੱਥੇ ਅਸੀਂ ਬਹੁ ਗਿਣਤੀ ਹੋ ਜਾਈਏ ਤੇ ਆਪਣੀ ਅਧਿਕਾਰ ਚਾਹੇ ਨਹੀਂ ਮਿਲੇ ਪਰ ਬਹੁ ਗਿਣਤੀ ਹੋਣ ਕਾਰਨ ਸਿੱਖ ਰਾਜ ਦੀ ਇੱਕ ਜਿਹੜੀ ਹੈਗੀ ਆ ਇੱਕ ਕਲਪਨਾ ਕਹਿ ਲਓ ਉਹਨੂੰ, ਜਾਂ ਇਹ ਕਹਿ ਲਓ ਕਿ ਉਹਦਾ ਇੱਕ ਛੋਟੇ ਰੂਪ ਦਾ ਨਿੱਘ ਮਾਣ ਸਕੀਏ। ਪਰ ਸਟੇਟ ਜਿਹੜੀ ਸੀ ਉਹ ਨਹੀਂ ਸੀ ਚਾਹੁੰਦੀ। ਇਹਨਾਂ ਸਾਹਮਣੇ ਪ੍ਰੋਬਲਮਸ ਇਹ ਆ ਰਹੀਆਂ ਸੀਗੀਆਂ ਕਿ ਇੰਡੀਅਨ ਸਟੇਟ ਨੇ ਆਪਣੇ ਆਪ ਨੂੰ ਸੈਕੂਲਰ ਐਲਾਨ ਦਿੱਤਾ ਸੀ ਜੀ, ਤੇ ਬੋਲੀਆਂ ਦੇ ਨਾਂ ਤੇ ਸੂਬੇ ਵੀ ਘੜੇ ਗਏ ਸੀਗੇ। ਸੋ ਇਹਨਾਂ ਸਾਹਮਣੇ ਕੁਐਸਚਨ ਹੁਣ ਇਹ ਸੀ ਵੀ ਜੇ ਤਾਂ ਸਿੱਖ ਸੂਬਾ ਕਹਿੰਦੇ ਆ ਤਾਂ ਇਹਨਾਂ ਤੇ ਪਹਿਲੇ ਹੀ ਇਲਜ਼ਾਮ ਸੀ ਇਹ ਫਿਰਕੂ ਨੇ। ਸਿੱਖ ਜਿਹੜਾ ਸੀ ਨਾ ਉਹ ਬਹੁਤ ਦੱਬਿਆ ਹੋਇਆ ਸੀ ਉਸ ਵੇਲੇ ਲੀਡਰਸ਼ਿਪ, ਕਿ ਇਹ ਇਲਜ਼ਾਮ ਸਾਡੇ ਤੇ ਨਾ ਲੱਗੇ, ਅਸੀਂ ਫਿਰਕੂ ਨਹੀਂ ਹੈਗੇ। ਤੇ ਇਹਨਾਂ ਨੇ ਫਿਰ ਮਤਲਬ ਗਵਲਾ ਜਿਹਾ ਰਾਹ ਕੱਢ ਕੇ ਬੋਲੀ ਦੇ ਆਧਾਰ ਤੇ ਪੰਜਾਬੀ ਸੂਬੇ ਦੀ ਗੱਲ ਕੀਤੀ। ਪਰ ਉਹਨਾਂ ਨੂੰ ਵੀ ਪਤਾ ਸੀ ਇਹ ਗੱਲ ਕਾਹਦੀ ਆ, ਤੇ ਪੰਥ ਨੂੰ ਤੇ ਕਲੀਅਰ ਹੀ ਸੀ, ਤੇ ਇਹ ਕੋਈ ਗੁਨਾਹ ਨਹੀਂ ਸੀਗਾ। ਇਹ ਸਟੇਟ ਦੀ
ਜਿਹੜੀ ਸੀਗੀ ਇਹ ਉਹਦੀ ਇਮਾਨਦਾਰੀ ਹੋਣੀ ਸੀ ਜੇ ਉਹ ਸਿੱਖਾਂ ਨਾਲ ਵਾਅਦਾ ਜੋ ਕੀਤਾ ਉਹ ਪੂਰਾ ਕਰਦੀ। ਉਹ ਇਹ ਉਹਨਾਂ ਦੀ ਜਿਹੜੀ ਸੀ ਜ਼ਿੰਮੇਵਾਰੀ ਸੀ, ਫਰਜ਼ ਸੀ ਉਹਨਾਂ ਦਾ ਜੀ। ਹੁਣ ਹੋਰ ਇੱਕ ਕਾਰਨ ਇਹ ਸੀ ਕਿ ਜਦੋਂ ਸਟੇਟ ਨੂੰ ਪਤਾ ਹੋਵੇ ਕਿ ਇੰਡੀਅਨ ਸਟੇਟ ਜਾਣਦੀ ਸੀ ਕਿ ਸਿੱਖਾਂ ਦਾ ਪੋਲੀਟੀਕਲ ਪੋਟੈਂਸ਼ੀਅਲ ਕੀ ਆ, ਵੀ ਇਹ ਕਿੱਥੋਂ ਤੱਕ ਜਾ ਸਕਦੇ ਆ, ਫਿਰ ਕੀ ਹੁੰਦਾ ਹੈ ਕਿ ਜਿਹੜੀ ਤਾਕਤ ਬੈਠੀ ਹੁੰਦੀ ਆ ਸੱਤਾ ਦੀ ਗੱਦੀ ਤੇ, ਉਹ ਤੁਹਾਡੀ ਪੂਰੀ ਊਰਜਾ ਜਿਹੜੀ ਹੈਗੀ ਆ ਉਹ ਛੋਟੀ ਜੀ ਗੱਲ ਤੇ ਖਚਤ ਕਰਾਉਂਦੀ ਆ। ਹੁਣ ਨਾਰਾ ਇੱਕ ਛੋਟੀ ਜੀ ਗੱਲ ਆ, ਉਹਨੇ ਨਾਰੇ ਤੇ ਹੀ ਮੋਰਚਾ ਲਵਾਤਾ, ਉੱਤੇ ਹੀ ਕਿੰਨੀ ਊਰਜਾ ਲਵਾਤੀ। ਉਹ ਊਰਜਾ ਲਵਾਉਣ ਦਾ ਮਤਲਬ ਇਹ ਹੁੰਦਾ ਕਿ ਇਹ ਥੱਕ ਟੁੱਟ ਜਾਣ, ਜੇ ਅੱਗੇ ਵਧਣ ਤਾਂ 100 ਗੱਲਾਂ ਸੋਚ ਕੇ ਅੱਗੇ ਵਧਣ। ਸੋ ਇਦਾਂ ਊਰਜਾ ਨੂੰ ਜਿਹੜਾ ਹੈਗਾ ਵਾ ਉਹ ਲਵਾਇਆ ਜਾਂਦਾ, ਬਰਬਾਦ ਕੀਤਾ ਜਾਂਦਾ ਵਾ ਜਿਹੜਾ ਹੈਗਾ ਜੀ। ਤੇ ਇਹਦੇ ਨਾਲ ਹੀ ਜਿਹੜਾ ਹੈਗਾ ਵਾ ਇੱਕ ਚੀਜ਼ ਉਹਨਾਂ ਨੂੰ ਰੜਕਦੀ ਬਹੁਤ ਸੀ, ਜਿਹੜੀ ਇੱਥੋਂ ਦਾ ਹਿੰਦੂ ਸੀ, ਇੰਡੀਅਨ ਸਟੇਟ ਸੀ, ਕਿ ਸਾਡਾ ਰਾਜ ਵੀ ਆ ਗਿਆ ਪਰ ਸਿੱਖਾਂ ਦੀ ਧੌਣ ਜਿੱਦਾਂ ਝੁਕਣੀ ਚਾਹੀਦੀ ਆ ਉਹਦਾ ਝੁਕ ਨਹੀਂ ਰਹੀ। ਵੀ ਸਿੱਖਾਂ ਨੂੰ ਇਹ ਜਿਹੜਾ ਹੈਗਾ ਪਤਾ ਤੇ ਲੱਗ ਗਿਆ ਕਿ ਰਾਜ ਆ ਗਿਆ, ਪਰ ਜਿੱਦਾਂ ਅਹਿਸਾਸ ਹੋਣਾ ਚਾਹੀਦਾ, ਯਾਨੀ ਕਿ ਜਿਹਦੇ ਵਿੱਚ ਭਾਅ ਹੋਵੇ ਸਾਡਾ, ਉਹ ਅਹਿਸਾਸ ਪੂਰੀ ਤਰ੍ਹਾਂ ਨਹੀਂ ਆਇਆ ਜੀ। ਸੋ ਇਸ ਕਰਕੇ ਇਹ ਜ਼ਰੂਰੀ ਸੀ ਉਹਨਾਂ ਲਈ। ਇਹਦੇ ਨਾਲ ਹੀ ਮੈਕਸ ਵੈਬਰ ਜਿਹੜਾ ਸਮਾਜ ਵਿਗਿਆਨੀ ਵੱਡਾ ਹੋਇਆ, ਉਹ ਸਟੇਟ ਦੀ ਡੈਫੀਨੇਸ਼ਨ ਦਿੰਦਾ ਕਿ ਸਟੇਟ ਕੋਲ ਵਾਇਲੈਂਸ ਕਰਨ ਦੀ ਮੋਨੋਪੋਲੀ ਹੁੰਦੀ ਤੇ ਮਾਨਤਾ ਹੁੰਦੀ ਆ, ਇਜਾਰੇਦਾਰੀ ਹੁੰਦੀ ਆ ਉਹਦੇ ਕੋਲ, ਤੇ ਉਸ ਇਜਾਰੇਦਾਰੀ ਨੂੰ ਮਾਨਤਾ ਵੀ ਮਿਲੀ ਹੁੰਦੀ ਹੈ। ਸੋ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਸੀਗੀ ਇੰਡੀਅਨ ਸਟੇਟ ਨੂੰ ਕਿ ਅੱਜ ਜੇ ਮੈਂ ਹਿੰਦੂ ਸਿੱਖਾਂ ਨੂੰ ਮੈਂ ਕੁੱਟਾਂ, ਮਾਰਾਂ, ਜਲੀਲ ਕਰਾਂ ਤਾਂ ਉਹਨਾਂ ਤੇ ਕੋਈ ਉਂਗਲ ਨਹੀਂ ਉੱਠਦੀ ਸੀ, ਕਿਉਂਕਿ ਉਹ ਸਟੇਟ ਦੇ ਮਾਲਕ ਸੀਗੇ। ਸੱਤਾ ਨੂੰ ਜਿਹੜੀ ਉਹਨਾਂ ਦੀ ਸੱਤਾ ਦੇ ਮਾਲਕ ਸੀ ਤੇ ਉਹਨਾਂ ਦੀ ਵਾਇਲੈਂਸ ਜਿਹੜੀ ਸੀ ਉਹ ਮਾਨਤਾ ਪ੍ਰਾਪਤ ਹੋ ਚੁੱਕੀ ਸੀ। ਜੇ ਹਿੰਦੂ ਪਬਲਿਕ ਵਾਇਲੈਂਸ ਕਰਦੀ ਸੀ ਤਾਂ ਸਟੇਟ ਉਹਦੇ ਮਗਰ ਆ ਖੜਦੀ ਸੀ। ਇੱਕ ਜਗ੍ਹਾ ਮੋਰਚੇ, ਇੱਕ ਨਗਰ ਕੀਰਤਨ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਹੀ ਸੀਗਾ, ਵਿਸਾਖੀ ਸੰਬੰਧੀ ਮਾਰਚ ਸੀਗਾ, ਤੇ ਉੱਥੇ ਵਾਇਲੈਂਸ ਕੀਤੀ ਜਿਹੜੇ ਇਹ ਸੀਗੇ ਆਰੀਆ ਸਮਾਜੀ, ਕਾਂਗਰਸੀ, ਸਾਰਾ ਜਿਹੜਾ ਇਹ ਲਾਣਾ ਸੀਗਾ। ਤੇ ਕੁਦਰਤੀ ਗੱਲ ਹੈ ਕਿ ਜਦੋਂ ਤੁਸੀਂ ਹੁਣ ਮਤਲਬ ਇੱਕ ਨਗਰ ਕੀਰਤਨ ਜਾ ਰਿਹਾ, ਉਹਦਾ ਕੋਈ ਲੈਣਾ ਦੇਣਾ ਨਹੀਂ ਹੈਗਾ, ਉਹਨੇ ਕੋਈ ਕਿਹੜੇ ਸ਼ਹਿਰ ਦੀ ਗੱਲ ਕਰਦੇ? ਇਹ ਹੈਗੀ ਆ ਲੁਧਿਆਣੇ ਸ਼ਹਿਰ ਦੀ ਗੱਲ ਆ ਜੀ। ਤੇ ਸ਼ਾਇਦ ਮੈਂ ਇਨਕਰੈਕਟ ਹੋਵਾਂ, ਮੈਂ ਪੂਰੀ ਤਰ੍ਹਾਂ ਨਹੀਂ, ਲੁਧਿਆਣਾ ਜਾਂ ਅੰਮ੍ਰਿਤਸਰ, ਦੋਨਾਂ ਚੋਂ ਇੱਕ ਸ਼ਹਿਰ ਦੀ ਗੱਲ ਆ। ਤੇ ਉਸ ਸ਼ਹਿਰ ਦੇ ਵਿੱਚ ਕੋਈ ਐਸਾ ਨਾਰਾ ਨਹੀਂ ਪੰਜਾਬੀ ਸੂਬੇ ਦਾ ਲਾਇਆ ਸਿੱਖਾਂ ਨੇ, ਇਹਨਾਂ ਨੇ ਵੱਟੇ ਭਰਾਏ। ਫਿਰ ਕੁਦਰਤੀ ਗੱਲ ਆ, ਸਿੱਖਾਂ ਨੇ ਵੀ ਨਾਰੇ ਮਾਰੇ। ਉਹਨਾਂ ਨੇ ਸਿੱਖ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਨੂੰ ਹੱਥ ਤੱਕ ਨਹੀਂ ਲਾਇਆ। ਤੇ ਇਹ ਸਾਰੀਆਂ ਗੱਲਾਂ ਜਿਹੜੀਆਂ ਸੀਗੀਆਂ 1955, 4 ਜੁਲਾਈ 1955 ਦੇ ਹਮਲੇ ਦੇ ਪਿੱਛੇ ਪਈਆਂ ਸੀਗੀਆਂ ਕਿ ਸਿੱਖਾਂ ਦੀ ਜਿਹੜੀ ਰੂਹ ਆ ਨਾ, ਮਤਲਬ ਉਹ ਪਿੰਜ ਦਿੱਤੀ ਜਾਵੇ, ਹੌਸਲੇ ਮਾਰ ਦਿੱਤੇ ਜਾਣ, ਜਿਹੜੀ ਗੁਲਾਮੀ ਆ ਉਹਨਾਂ ਨੂੰ ਉਹਦਾ ਜਿਹੜਾ ਅਹਿਸਾਸ ਆ ਉਹ ਪੂਰੀ ਤਰ੍ਹਾਂ ਉਹਨਾਂ ਦੇ ਮਨ ਦੇ ਵਿੱਚ ਬਿਠਾ ਦਿੱਤਾ ਜਾਵੇ। ਇੱਕ ਸਵਾਲ ਪੈਦਾ ਹੁੰਦਾ ਕਿ 1984 ਦਾ ਹਮਲਾ ਹੁੰਦਾ, ਹਾਂਜੀ, ਸੰਤ ਜਰਨੈਲ ਸਿੰਘ ਜੀ ਅਤੇ ਹੋਰ ਜਿਹੜੇ ਜੁਝਾਰੂ ਸਿੰਘ ਸਨ ਉਹ ਸ਼ਹੀਦ ਹੁੰਦੇ ਆ ਜੂਝ ਕੇ। ਆਈ ਹੋਈ ਸੰਗਤ ਨੂੰ ਬੁਰੀ ਤਰ੍ਹਾਂ ਨਾਲ ਸ਼ਹੀਦ ਕੀਤਾ ਜਾਂਦਾ, ਤੜਫਾ ਕੇ, ਤੇ ਹਜ਼ਾਰਾਂ ਤੋਂ ਘਟਾ ਕੇ ਬਾਅਦ ਵਿੱਚ ਸੈਂਕੜੇ ਗ੍ਰਿਫਤਾਰੀਆਂ ਜਿਹੜੀਆਂ ਨੇ ਉਹਨਾਂ ਨੂੰ ਵੱਖ-ਵੱਖ ਜੇਲ੍ਹਾਂ 'ਚ ਸੁੱਟ ਦਿੱਤਾ ਜਾਂਦਾ 5-5 ਸਾਲਾਂ ਦੀ। ਹਾਂਜੀ। ਕੌਮ ਦਾ ਬਹੁਤ ਵੱਡਮੁੱਲਾ ਸਰਮਾਇਆ ਲੁੱਟਿਆ ਜਾਂਦਾ, ਤਬਾਹ ਕੀਤਾ ਜਾਂਦਾ, ਗੋਲੀਆਂ ਨਾਲ ਛਲਣੀ ਕੀਤਾ ਜਾਂਦਾ। ਉਸ ਉਪਰੰਤ 1984 ਤੋਂ ਬਾਅਦ ਜਦੋਂ ਸਿੱਖ ਸੰਭਲਦੇ ਆ, ਕੁਛ ਹੱਦ ਤੱਕ ਰੀਆਰਗਨਾਈਜ਼ ਹੁੰਦੇ ਆ,
ਉਹ ਹਥਿਆਰਬੰਦ ਘੋਲ ਸ਼ੁਰੂ ਕਰ ਦਿੰਦੇ। ਬੇਸ਼ੱਕ ਉਸ ਤੋਂ ਪਹਿਲਾਂ ਵੀ ਉਸ ਦਾ ਆਗਾਜ਼ ਹੋ ਚੁੱਕਾ ਸੀ, ਪਰ 1984 ਦੇ ਹਮਲੇ ਤੋਂ ਬਾਅਦ ਜਿਹੜਾ ਹਥਿਆਰਬੰਦ ਘੋਲ ਆ ਇੱਕ ਬਹੁਤ ਵੱਡੀ ਕਹਿ ਲਓ ਹਸਤੀ ਵਾਂਗ, ਹਸਤੀ ਲਫ਼ਜ਼ ਨਾਲ ਬਹੁਤ ਵੱਡਾ ਆਕਾਰ ਹਾਸਲ ਕਰ ਲੈਂਦਾ। 1955 ਦੇ ਹਮਲੇ ਤੋਂ ਬਾਅਦ ਤੁਸੀਂ ਕਹਿ ਕੇ ਹਟੇ ਹੋ ਕਿ ਮੋਰਚਾ ਜਾਰੀ ਰਿਹਾ ਅਤੇ ਉਹ ਮੋਰਚਾ ਜਿਹੜਾ ਵਾ ਉਹ ਲਗਾਤਾਰ ਚੱਲਦਾ ਰਿਹਾ। ਸਿੱਖਾਂ ਨੇ ਫਿਰ ਪੰਜਾਬੀ ਸੂਬਾ ਹਾਸਲ ਵੀ ਕਰ ਲਿਆ, ਜਿਸ ਨੂੰ ਅੱਜ ਲੋਕ ਜਾਂ ਆਮ ਤੌਰ ਤੇ ਲੰਗੜਾ ਸੂਬਾ ਕਹਿੰਦੇ ਆ ਕਿ ਉਸ ਦੇ ਅੰਗ ਵੱਢ ਦਿੱਤੇ ਗਏ, ਉਸ ਦੇ ਪੰਜਾਬੀ ਬੋਲਦੇ ਹਿੱਸੇ ਜਿਹੜੇ ਵੱਖ ਕਰ ਦਿੱਤੇ ਗਏ। ਹੋਰ ਵੀ ਜਿਹੜੇ ਕਾਟ ਛਾਟ ਉਹ ਆਪਾਂ ਇਸ ਤੋਂ ਵਧੇਰੇ ਵੀ ਜਾਣਦੇ। 1955 ਦੇ ਹਮਲੇ ਤੋਂ ਬਾਅਦ ਕੀ ਅਜਿਹੀ ਹਥਿਆਰਬੰਦ ਘੋਲ ਕਿਉਂ ਨਾ ਤੁਰ ਸਕਿਆ? ਕਿਉਂ ਸਿੱਖ ਅਵੇਅਰ ਨਾ ਹੋ ਸਕੇ? ਕੀ ਕੋਈ ਲੀਡਰਲੈਸ ਸਨ? ਕੀ ਅਯੋਗ ਸੰਤ ਜਰਨੈਲ ਸਿੰਘ ਵੀ ਤਾਂ ਸ਼ਹੀਦ ਹੋ ਚੁੱਕੇ ਸਨ, ਜੇ ਆਪਾਂ ਕਹੀਏ ਕਿ ਉਹ ਸਾਡੇ ਉਸ ਸਮੇਂ ਤੱਕ ਦੇ ਸਿੱਖਾਂ ਦੇ ਆਗੂ ਸਨ, ਤੇ ਉਦੋਂ ਕੋਈ ਇਹੋ ਜਿਹੀ ਗੱਲ ਨਹੀਂ ਦਿਸਦੀ। ਕੀ ਉਹਦਾ ਕਾਰਨ ਕੀ ਮੰਨਦੇ ਹੋ ਕਿ ਸਿੱਖ ਦੇ ਮਨ 'ਚ ਕੀ ਪਿਆ ਸੀ ਉਦੋਂ ਤੱਕ? ਦੇਖੋ, ਇੱਕ ਤਾਂ ਗੱਲ ਇਹ ਹੈ ਕਿ ਉਹਨਾਂ ਨੇ ਕੁਰਬਾਨੀਆਂ ਦੇਣੀਆਂ 1955 ਤੋਂ ਬਾਅਦ ਛੱਡੀਆਂ ਨੇ ਕਿਸੇ ਵੀ ਰੂਪ ਦੇ ਵਿੱਚ, ਵੀ ਜੇ ਹਮਲਾ ਹੋਇਆ ਤਾਂ ਢਿੱਲ ਆ ਗਈ ਹੋਵੇ, ਸ਼ਾਂਤਮਈ ਰੂਪ ਦੇ ਵਿੱਚ ਕੋਈ ਢਿੱਲ ਨਹੀਂ ਆਈ। ਪਰ ਜਿੱਦਾਂ ਤੁਸੀਂ ਪੁੱਛਦੇ ਹੋ ਵੀ 84 ਤੋਂ ਬਾਅਦ ਆਰਮ ਸਟਰਗਲ ਸ਼ੁਰੂ ਹੋ ਗਈ, ਪਰ 55 ਤੋਂ ਬਾਅਦ ਮਤਲਬ ਆਖਿਰ ਕੀ ਕਾਰਨ ਹੋਣਗੇ ਕਿ ਇਹ ਨਹੀਂ ਵਾਪਰਿਆ, ਜੇ ਇਹਦਾ ਵਿਸ਼ਲੇਸ਼ਣ ਕਰੀਏ ਆਪਾਂ। ਸੋ ਉਹ ਇਹ ਹੈ ਕਿ ਉਸ ਵੇਲੇ ਅਕਾਲੀ ਲੀਡਰਸ਼ਿਪ ਜਿਹੜੀ ਸੀਗੀ ਉੱਥੇ, ਉਹਦੇ ਥੱਲੇ ਜਿਹੜੀ ਸੀਗੀ ਸਿੱਖ ਨੇਸ਼ਨ ਜਿਹੜੀ ਸੀਗੀ ਉਹ ਉਹਦੇ ਥੱਲੇ ਕੰਮ ਕਰਦੀ ਸੀ। ਜਿਹੜੀ ਅਕਾਲੀ ਲੀਡਰਸ਼ਿਪ ਆ ਉਹਦੀ ਲਿਮਿਟੇਸ਼ਨ ਆ, ਉਹ ਪੀਸਫੁਲ ਐਜੀਟੇਸ਼ਨ ਤੋਂ ਅੱਗੇ ਨਹੀਂ ਜਾ ਸਕਦੀ। ਇਹ 1947 ਤੋਂ ਪਹਿਲਾਂ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ। ਇਹ ਉਹਦਾ ਦਾਇਰਾ 1947 ਤੋਂ ਬਾਅਦ ਵੀ ਮੋਰਚੇ ਲਾਏ ਨੇ ਇਹਨਾਂ ਨੇ, ਬੜੇ ਕਮਾਲ ਦੇ ਮੋਰਚੇ ਲੱਗੇ ਨੇ, ਜਿਹੜੇ ਇਮਾਨਦਾਰ ਅਕਾਲੀ ਸੀਗੇ ਉਹਨਾਂ ਨੇ ਲਾਏ ਨੇ। ਪੰਜਾਬੀ ਸੂਬਾ ਵੀ ਹਾਸਲ ਕਰ ਲਿਆ, ਪਰ ਉਹ ਜਿਹੜੇ ਅਕਾਲੀ ਨੇ ਉਹਨਾਂ ਦੀ ਇੱਕ ਲਿਮਿਟੇਸ਼ਨ ਬੰਨੀ, ਇੱਕ ਉਹਨਾਂ ਦਾ ਇੱਕ ਦਾਇਰਾ ਸੀਗਾ, ਕਿਉਂਕਿ ਜਿਹੜੀ ਇੱਕ ਵੈਸਟਰਨ ਥਾਟ ਆਇਆ ਜਿਹਦੇ ਜ਼ਰੀਏ ਡੈਮੋਕ੍ਰੇਸੀ ਆ ਗਈ, ਜਿਹਦੇ ਜ਼ਰੀਏ ਪ੍ਰੈਸ ਆ ਗਈ, ਤਾਂ ਉਹਦੇ ਵਿੱਚ ਕਨਸਟੀਟਿਊਸ਼ਨ ਆ ਗਿਆ, ਕਾਨੂੰਨ ਆ ਗਿਆ, ਸਾਰਾ ਕੁਝ ਆ ਗਿਆ। ਪੱਛਮੀ ਪ੍ਰਭਾਵ, ਹਾਂ, ਉਹ ਇਹਨਾਂ ਦੇ ਉੱਪਰ ਕਾਫੀ ਸੀਗਾ, ਉਹ ਬੰਨਦਾ ਸੀ ਇਹਨਾਂ ਨੂੰ, ਇਹਨਾਂ ਦੀ ਮਾਈਂਡ ਨੂੰ ਬੰਨਦਾ ਸੀ ਕਿ ਇਹ ਨਵਾਂ ਪ੍ਰਬੰਧ ਆ, ਹੁਣ ਨਵੇਂ ਪ੍ਰਬੰਧ ਦੇ ਹੇਠ ਰਹਿਣਾ ਪਊਗਾ। ਪਰ ਜਿਹੜੇ ਸੰਤ ਜਰਨੈਲ ਸਿੰਘ ਸੀਗੇ ਉਹ ਮਾਡਰਨ ਐਜੂਕੇਸ਼ਨ ਦੀ ਪਦਾਇਸ਼ ਨਹੀਂ ਸੀਗੇ। ਜੇ ਹੁੰਦੇ ਤਾਂ ਫਿਰ ਸਥਿਤੀ ਹੋਰ ਹੋਣੀ ਸੀ। ਉਹ ਮਾਡਰਨ ਐਜੂਕੇਸ਼ਨ ਦੀ ਪਦਾਇਸ਼ ਨਹੀਂ ਸੀਗੇ। ਅਕਾਲੀ ਦਲ ਜਿਹੜਾ ਸੀਗਾ ਉਹ ਜਿੰਨਾ ਕੁ ਉਹਨੇ ਜੂਝਣਾ ਸੀ, ਇਮਾਨਦਾਰੀ ਨਾਲ ਵਿੱਚ ਬੇਈਮਾਨੀ ਸਭ ਕੁਝ ਨਾਲ ਚੱਲ ਰਿਹਾ ਸੀ, ਉਹ ਉੱਥੇ ਹੀ ਖੜ ਗਿਆ ਤੇ ਬਾਅਦ ਵਿੱਚੋਂ ਪਿੱਛੇ ਇਹਨੂੰ ਮੋੜਾ ਕੱਟ ਗਿਆ ਤੇ ਇੰਡੀਅਨ ਸਟੇਟ ਨੇ ਉਹਨੂੰ ਪੂਰੀ ਤਰ੍ਹਾਂ ਹਜ਼ਮ ਕਰ ਲਿਆ। ਅੱਜ ਅਕਾਲੀ ਦਲ ਜਿਹੜਾ ਹੈਗਾ ਵਾ ਉਹ ਪੂਰੀ ਤਰ੍ਹਾਂ ਹਜ਼ਮ ਕਰ ਲਿਆ ਵਾ ਇੰਡੀਅਨ ਸਟੇਟ ਨੇ, ਅੱਜ ਤੋਂ ਮਤਲਬ ਬਹੁਤ ਚਿਰ ਪਹਿਲਾਂ ਤੋਂ। ਪਰ ਸੰਤ ਜਰਨੈਲ ਸਿੰਘ ਜਿਹੜੇ ਸੀਗੇ ਉਹ ਉਸ ਪਰਤ ਚੋਂ ਨਹੀਂ ਸੀ ਆਏ। ਉਹਨਾਂ ਨੂੰ ਕਲੀਅਰ ਸੀਗਾ ਕਿ ਜਿਹੜਾ ਅਸੀਂ ਮੋਰਚਾ ਹੁਣ ਲਾਇਆ ਉਹਦੀ ਸਿਖਰ ਹੋ ਚੁੱਕੀ ਹੈ ਜੀ। ਇਸ ਸਿਖਰ ਤੋਂ ਅੱਗੇ ਜੇ ਅਸੀਂ ਅੱਗੇ ਵਧਣਾ, ਇਸ ਸਿਖਰ ਤੱਕ ਤਾਂ ਕੁਝ ਨਹੀਂ ਮਿਲਿਆ, ਜੇ ਹੋਰ ਅੱਗੇ ਤੱਕ ਜਾਣਾ ਵਾ, ਜੇ ਪ੍ਰਾਪਤੀ ਕਰਨੀ ਆ, ਤੇ ਫਿਰ ਸਾਨੂੰ ਜਿਹੜਾ ਹੈਗਾ ਵਾ ਆਪਣੀ 18ਵੀਂ ਸਦੀ ਵਾਲੇ ਰੂਪ ਵਿੱਚ ਪ੍ਰਗਟ ਹੋਣਾ ਪਊਗਾ। ਸੋ ਇਸ ਕਾਰਨ ਸੰਤ ਜਰਨੈਲ ਸਿੰਘ ਨੇ ਜਿਹੜੇ ਨੌਜਵਾਨ ਆਏ ਉਹਨਾਂ ਨੂੰ ਇਸ ਰੂਪ ਦੇ ਵਿੱਚ ਤਿਆਰ ਕੀਤਾ। ਉਹ ਆਪਣੀ ਉਸ ਵਿਚਾਰਧਾਰਾ ਨੂੰ, ਸਿੱਖਾਂ ਦੀ ਜਿਹੜੀ ਵਿਚਾਰਧਾਰਾ ਵਾ ਪੁਰਾਤਨ ਰੂਪ 'ਚ ਉਹਨੂੰ ਦ੍ਰਿੜਾ ਚੁੱਕੇ ਸਨ। ਹਾਂਜੀ ਹਾਂਜੀ। ਤੁਸੀਂ ਅਕਾਲੀ ਦਲ ਦਾ ਜ਼ਿਕਰ ਕਰ ਹੀ ਲਿਆ, ਮੁੱਖ ਤੌਰ 'ਤੇ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਜਾਂ ਕਾਫੀ ਹੱਦ ਤੱਕ ਸਰਗਰਮ ਵੋਟਾਂ ਨੇੜੇ ਵੀ ਢੀਂਡਸਾ ਗਰੁੱਪ ਹੋਇਆ ਪਿਆ ਸੰਯੁਕਤ ਅਕਾਲੀ ਦਲ। ਕੀ ਇੱਕ ਦੋ ਧੜੇ ਹੋਰ ਵੀ ਅਕਾਲੀ ਦਲ ਦੇ ਮੌਜੂਦ ਨੇ? ਕਿ ਇਹ ਜਿਹੜੇ ਅਕਾਲੀ ਦਲ ਨੇ ਮੌਜੂਦਾ, ਜਿਹੜੇ ਉਸ ਰਵਾਇਤ ਦੇ ਆਪਣੇ ਆਪ ਨੂੰ ਵਾਰਸ ਦੱਸਦੇ ਆ, ਜਿਸ ਤਰ੍ਹਾਂ ਦਾ ਘੋਲ 1960 ਵਾਲੇ ਦਹਾਕੇ ਦੇ ਵਿੱਚ ਜਾਂ ਥੋੜ੍ਹਾ ਬਹੁਤਾ ਉਸ ਤੋਂ ਬਾਅਦ ਵੀ
ਇਹ ਅਕਾਲੀ ਦਲ ਕਰਦਾ ਰਿਹਾ, ਕੀ ਉਸ ਦੀ ਕੋਈ ਲਗਾਤਾਰਤਾ ਚੱਲ ਰਹੀ ਆ ਕਿ ਜਾਂ ਬਹੁਤ ਪਹਿਲਾਂ ਦਾ ਬੰਨ ਵੱਜ ਚੁੱਕਾ? ਇਹ ਬੜਾ ਅਹਿਮ ਸਵਾਲ ਆ। ਇਹ ਸਵਾਲ ਉੱਠਣਾ ਵੀ ਆ। ਇਹਨਾਂ ਨੇ ਜਿਹੜੀ ਲੈਗੇਸੀ ਆ, ਇਹਦੀ ਵਿਰਾਸਤ ਨੂੰ ਆਪਣੇ ਹਿੱਸੇ 'ਚ ਪਾਉਣ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਵੀ ਅਗਵਾਈ ਸਾਡੇ ਕੋਲ ਸੀਗੀ, ਅਕਾਲੀ ਦਲ ਉਸ ਮੋਰਚੇ ਨੂੰ ਚਲਾ ਰਿਹਾ ਸੀ। ਹੁੰਦਾ ਐਕਚੁਅਲੀ ਕੀ ਆ ਕਿ ਤੁਹਾਡਾ ਇੱਕ ਪਾਸਟ ਹੁੰਦਾ, ਬੀਤਿਆ ਹੋਇਆ ਕੱਲ ਤੁਹਾਡਾ ਸੁਨਹਿਰੀ ਹੁੰਦਾ, ਤੇ ਜਿਹੜਾ ਸਾਡਾ ਅੱਜ ਦਾ ਸਮਾਂ ਵਾ, ਜਿਹੜਾ ਸਾਡਾ ਅੱਜ ਆ, ਉਹਦੇ ਵਿੱਚ ਅਸੀਂ ਖੱਡ ਦੇ ਵਿੱਚ ਡਿੱਗੇ ਹੁੰਦੇ ਆ, ਰਸਾਤਲ 'ਚ ਜਾ ਚੁੱਕੇ ਹੁੰਦੇ ਆ। ਪਰ ਬੰਦੇ ਕੀ ਕਰਦੇ ਆ, ਜਾਂ ਜਥੇਬੰਦੀਆਂ ਕੀ ਕਰਦੀਆਂ, ਉਹ ਆਪਣੇ ਅੱਜ ਦੇ ਮਾੜੀ ਪ੍ਰੈਕਟਿਸ ਨੂੰ, ਜਿਹੜਾ ਜੇ ਸਿੱਧੇ ਰੂਪ 'ਚ ਕਹੀਏ ਤਾਂ ਗੁਰਮਤ ਵਿਰੋਧੀ, ਸਿੱਖੀ ਵਿਰੋਧੀ, ਸਿੱਖ ਵਿਰੋਧੀ ਪ੍ਰੈਕਟਿਸ ਨੂੰ ਆਪਣੀ ਪੁਰਾਣੀ ਸੁਨਹਿਰੀ ਪ੍ਰੈਕਟਿਸ ਦੇ ਐਗਜ਼ਾਮਪਲ ਦੇ ਜ਼ਰੀਏ ਜਾਇਜ਼ ਸਿੱਧ ਕਰਦੇ ਨੇ। ਉਹਦੇ ਜ਼ਰੀਏ ਸਿੱਧ ਕਰਦੇ ਨੇ ਕਿ ਸਾਡੀ ਜਥੇਬੰਦੀ ਉਹਦੀ ਵਾਰਸ ਆ, ਤੇ ਅੱਜ ਵੀ ਅਸੀਂ ਜਿਹੜਾ ਹੈਗਾ ਵਾ ਉਹ ਖੂਨ ਜਿਹੜਾ ਵਾ ਸਾਡੀਆਂ ਰਗਾਂ 'ਚ ਦੌੜਦਾ। ਪਰ ਅਸਲ ਗੱਲ ਇਹ ਆ ਕਿ ਉਹ ਸਿੱਖਾਂ ਦੀ ਵਿਰਾਸਤ ਆ। ਇਹਦੀ ਵਿਰਾਸਤ ਉਹਨਾਂ ਸਿੱਖਾਂ ਕੋਲ ਆ ਜਾਂ ਸੀਗੀ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ, ਜਾਂ ਜਿਹੜੇ ਅੱਜ ਕੌਮ ਲਈ ਲੜ ਰਹੇ ਨੇ, ਜੇਲ੍ਹਾਂ 'ਚ ਬੈਠੇ ਨੇ ਜਾਂ ਲੜ ਰਹੇ ਨੇ, ਉਹਨਾਂ ਕੋਲ ਵਿਰਾਸਤ ਆ। ਅਕਾਲੀ ਦਲ ਜੇ ਅੱਜ ਉਹਦਾ ਦਾਅਵਾ ਕਰਦੀ ਆ ਤਾਂ ਉਸ ਦਾਅਵੇ ਦੇ ਸਿਧਾਂਤਕ ਰੂਪ 'ਚ ਕੋਈ ਅਰਥ ਨਹੀਂ ਹੋਣਗੇ। ਕਰਨਗੇ ਜ਼ਰੂਰ ਦਾਅਵਾ ਉਹ, ਪਰ ਸਿਧਾਂਤਕ ਰੂਪ 'ਚ ਉਹ ਬੇਅਰਥੀ ਗੱਲ ਤੇ ਇੱਕ ਬੇਸ਼ਰਮੀ ਭਰੀ ਗੱਲ। ਕੁਝ ਹੱਦ ਤੱਕ ਤੁਸੀਂ ਪਹਿਲਾਂ ਵੀ ਦੱਸ ਚੁੱਕੇ ਹੋ, ਪਰ ਮੈਂ ਫਿਰ ਵੀ ਉਸ ਦੁਹਰਾ 'ਚ ਜਾਣਾ ਚਾਹੁੰਦਾ ਕਿ 1955 ਦਾ ਜਿਹੜਾ ਇਹ ਹਮਲਾ ਹੁੰਦਾ, ਉਹਦੇ ਪਿੱਛੇ ਹਿੰਦੂ ਮਾਨਸਿਕਤਾ ਕਿਵੇਂ ਕੰਮ ਕਰਦੀ ਹੈ? ਦੇਖੋ, ਮੈਂ ਤੁਹਾਨੂੰ ਭੀਮ ਸੈਨ ਸੱਚਰ ਦਾ ਬਿਆਨ, ਭੀਮ ਸੈਨ ਸੱਚਰ ਨੇ 10 ਨਵੰਬਰ ਨੂੰ ਆ ਕੇ ਅਕਾਲ ਤਖਤ ਸਾਹਿਬ ਆ ਕੇ ਮਾਫੀ ਮੰਗ ਲਈ ਸੀਗੀ। ਤਤਕਾਲੀ ਮੁੱਖ ਮੰਤਰੀ ਪੰਜਾਬ, ਤਤਕਾਲੀ ਜਿਹਨੇ ਕਿ ਹਮਲਾ ਕਰਵਾਇਆ ਸੀ, ਉੱਤੇ ਬਹੁਤ ਜ਼ਿਆਦਾ ਹਿੰਦੂ ਪ੍ਰੈਸ਼ਰ ਪਿਆ, ਹਿੰਦੂ ਬਹੁਤ ਔਖੇ ਹੋਏ ਉੱਥੋਂ, ਇਹਦੇ ਕਾਰਨ ਉਹਨੂੰ ਅਸਤੀਫਾ ਦੇਣਾ ਪਿਆ। ਤੇ ਪ੍ਰਤਾਪ ਸਿੰਘ ਕੈਰੋਂ ਫਿਰ ਉਹਦੀ ਜਗ੍ਹਾ ਆਇਆ, ਵੀ ਇੱਕ ਸਿੱਖ ਫੇਸ ਲੈ ਕੇ ਆਏ ਉਹ, ਕਿ ਉਹ ਹੁਣ ਸਿੱਖਾਂ ਨੂੰ ਕੁਚਲੇ, ਜਿਹਨੇ ਕਿ ਆਪਾਂ ਜਾਣਦੇ ਹੀ ਆ ਸਿੱਖਾਂ ਦਾ ਕਿਹੋ ਜਿਹਾ ਜਿਹੜਾ ਹਾਲ ਕੀਤਾ, ਸਿੱਖਾਂ ਦੇ ਨਾਲ ਤਸ਼ੱਦਦ ਕੀਤਾ। ਤੇ ਇੱਕ ਭੀਮ ਸੈਨ ਸੱਚਰ ਜਿਹਨੇ ਹਮਲਾ ਕਰਾਇਆ ਤੇ ਬਾਅਦ ਚੋਂ ਮਾਫੀ ਮੰਗੀ, ਉਹਦੇ ਸ਼ਬਦ ਨੇ, ਮੇਰੇ ਸ਼ਬਦ ਨਹੀਂ ਹੈਗੇ। ਉਹ ਕਹਿੰਦਾ ਹੈ ਕਿ ਪੰਜਾਬ ਦਾ ਹਿੰਦੂ ਜਿਹੜਾ ਫਿਰਕਾ ਪ੍ਰਸਤ ਆ, ਤੇ ਇਹ ਫਿਰਕਾ ਪ੍ਰਸਤ ਹਿੰਦੂ ਪੰਜਾਬੀ ਸੂਬਾ ਮੋਰਚਾ ਨਹੀਂ ਬਣਨ ਦੇਣਾ ਚਾਹੁੰਦਾ, ਤੇ ਜਿਹੜਾ ਫਿਰਕਾ ਪ੍ਰਸਤ ਹਿੰਦੂ ਆ ਉਹ ਆਰਐਸਐਸ 'ਚ ਚਲੇ ਜਾਵੇ, ਕਾਂਗਰਸ 'ਚੋਂ ਨਿਕਲ ਕੇ। ਹੁਣ ਉਹ ਗੱਲ ਪੂਰੀ ਨਹੀਂ ਕਰ ਰਿਹਾ, ਸਪਸ਼ਟ, ਮਤਲਬ ਇੱਕ ਹੁੰਦਾ ਨਾ ਕਿ ਤੁਸੀਂ ਪੂਰਾ ਇੱਕ ਪਿਕਚਰ ਦਿਖਾ ਦਿਓ, ਉਹ ਤਾਂ ਨਹੀਂ ਉਹ ਦਿਖਾ ਰਿਹਾ, ਪਰ ਉਹ ਕਾਫੀ ਕੁਝ ਕਹਿ ਗਿਆ ਪੰਜਾਬ ਦੇ ਹਿੰਦੂ ਬਾਰੇ। ਇੱਕ ਹਿੰਦੂ ਹੋ ਕੇ ਹਮਲਾ ਕਰਾਉਣ ਵਾਲਾ ਬੰਦਾ ਉਹ ਸਿੱਧੇ ਰੂਪ 'ਚ ਕਹਿ ਗਿਆ ਵੀ ਇਹ ਫਿਰਕਾ ਪ੍ਰਸਤ ਨੇ। ਉਹਨੇ ਅਕਾਲ ਤਖਤ ਸਾਹਿਬ ਕਹੀ ਗੱਲ ਹੈ? ਨਹੀਂ, ਬਾਅਦ ਬਿਆਨ ਆ ਉਹਦਾ। ਓਕੇ, ਠੀਕ, ਬਿਆਨ ਆ ਉਹਦਾ। ਤੇ ਅਸਲ ਦੇ ਵਿੱਚ ਜਿਹੜਾ ਆਰਐਸਐਸ ਸੀਗੀ, ਉਹ ਵੀ ਪੰਜਾਬੀ ਸੂਬੇ ਦੀ ਜਾਂ ਜਿਹੜਾ ਬੋਲੀ ਦੀ ਉਹ ਵਿਰੋਧਤਾ ਕਰਦੀ ਸੀ। ਮੈਂ ਇਹ ਜਾਣਨਾ ਚਾਹੁੰਦਾ ਕਿ ਇੱਕ ਪਾਸੇ ਤੇ ਆਪਾਂ ਸਾਰੇ ਜਾਣਦੇ ਹਾਂ ਕਿ ਉਹ ਹਮਲੇ ਦੇ ਪਿੱਛੇ ਹਿੰਦੂ ਦਾ ਦ੍ਰਿਸ਼ਟ ਜਾਂ ਅਦ੍ਰਿਸ਼ਟ ਦਬਾਅ ਰਿਹਾ ਹੋਵੇਗਾ, ਪਰ ਇਸ ਦੇ ਨਾਲ ਹੀ ਜੇ ਭੀਮ ਸੈਨ ਸੱਚਰ ਅਜਿਹਾ ਸੱਚ ਬੋਲ ਜਾਂਦਾ, ਅਧੂਰਾ ਸੱਚ ਹੀ ਬੋਲ ਜਾਂਦਾ, ਤੇ ਫਿਰ ਕੀ ਉਹਦੇ ਤੇ ਕੁਛ ਹੱਦ ਤੱਕ ਸਿੱਖਾਂ ਦਾ ਦਬਾਅ ਚੱਲਿਆ? ਨਹੀਂ, ਐਕਚੁਅਲੀ ਇਹਨੂੰ ਸਿੱਖਾਂ ਦਾ ਦਬਾਅ ਨਹੀਂ ਕਿਹਾ ਜਾਣਾ ਚਾਹੀਦਾ। ਇਹ ਜਿਹੜੇ ਪੋਲੀਟੀਸ਼ੀਅਨ ਹੁੰਦੇ ਆ ਨਾ, ਉਹਨਾਂ ਦੀਆਂ ਜਿਹੜੀ ਮਾਈਂਡ ਆ ਨਾ, ਉਹਦੀਆਂ ਵੀ ਕਈ ਲੇਅਰਸ ਹੁੰਦੀਆਂ, ਤੇ ਕਈ ਵੇਲੇ ਜਿਹੜਾ ਸੱਚ, ਮਤਲਬ ਉਹ ਕਿੱਡਾ ਵੀ ਕ੍ਰੂਅਲ ਕਿਉਂ ਨਾ ਹੋਵੇ, ਜ਼ਾਲਮ ਹੋਵੇ ਜਿਹੜਾ ਹੈਗਾ, ਤੇ ਕਈ ਵਾਰੀ ਜਿਹੜਾ ਸੱਚ ਆ ਨਾ ਉਹ ਉੱਪਰਲੀ ਪਰਤ ਤੇ ਆ ਜਾਂਦਾ ਜੀ। ਤੇ ਮੈਨੂੰ ਲੱਗਦਾ ਕਿ ਉਸ ਸਮੇਂ ਜਿਹੜਾ ਸੱਚ ਆ ਉਹ ਉੱਪਰਲੀ ਪਰਤ ਤੇ ਆ ਗਿਆ, ਤੇ ਇੱਕ ਜਿਹੜੀ ਆਰਐਸਐਸ ਦੇ ਨਾਲ ਉਹਨਾਂ ਦੀ ਕੁਝ ਪ੍ਰੋਬਲਮ ਵੀ ਸੀਗੀ,
ਜਦੋਂ ਕਹਿੰਦਾ ਨਾ ਵੀ ਉਹ ਕਾਂਗਰਸੀ RSS ਜੁਆਇਨ ਕਰ ਲੈਣ ਜਾ ਕੇ, ਪਰ ਜਿਹੜੀ RSS ਸੀਗੀ ਉਹ ਵੀ ਵਿਰੋਧ ਕਰਦੀ ਪਈ ਸੀ। RSS ਦੇ ਵਿਰੋਧ ਨੂੰ ਖਤਮ ਕਰਨ ਲਈ RSS ਦਾ ਆਗੂ, ਵੱਡਾ ਆਗੂ ਗੋਲਵਰਕਰ, ਜਿਹਨੂੰ RSS ਵਾਲੇ ਗੁਰੂ ਜੀ ਕਹਿੰਦੇ ਆ, ਉਹ ਪੰਜਾਬ ਆਇਆ। ਉਹਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਪੰਜਾਬੀ ਸੂਬੇ ਦੀ ਬੋਲੀ ਦੀ ਆਲੋਚਨਾ ਨਾ ਕਰੋ, ਵਿਰੋਧ ਨਾ ਕਰੋ। ਹੁਣ ਇਹਦੇ ਪਿੱਛੇ ਉਹਦਾ ਮੰਤਵ ਕੋਈ ਨੋਵਲ ਮੰਤਵ ਨਹੀਂ ਸੀ, ਉਹਦਾ ਕੋਈ ਸੱਚਾ ਸੁੱਚਾ ਮੰਤਵ ਜਿਹਨੂੰ ਅਸੀਂ ਕਹੀਏ ਸਿੱਧੀ ਬੋਲੀ 'ਚ। ਉਹ ਕਹਿੰਦਾ ਵੀ ਜੇ ਅਸੀਂ ਇੱਦਾਂ ਕਰਾਂਗੇ ਤਾਂ ਸਿੱਖਾਂ ਨੂੰ ਆਪਣੇ ਤੋਂ ਦੂਰ ਕਰ ਲਾਂਗੇ, ਤੇ ਜਿਹੜਾ ਸਾਡਾ ਏਜੰਡਾ ਚੱਲਦਾ ਪਿਆ ਇਹਨਾਂ ਦੀ ਅਸਿਮੀਲੇਸ਼ਨ ਦਾ, ਇਹਨਾਂ ਨੂੰ ਖਾਣ ਦਾ, ਨਿਗਲਣ ਦਾ, ਉਹਦੇ ਵਿੱਚ ਅੜਚਣ ਆ ਜਾਣੀਆਂ। ਪਰ ਇੱਥੋਂ ਦਾ ਜਿਹੜਾ ਬਹੁਗਿਣਤੀ ਵਿਪਰ ਸੰਸਕਾਰੀ ਵਰਗ ਸੀ, ਉਹ ਕਿਸੇ ਵੀ ਰੂਪ 'ਚ ਮੰਨਣ ਦੇ ਮੂਡ 'ਚ ਨਹੀਂ ਸੀਗਾ। ਉਹਨੇ ਉਹਦੀ ਗੱਲ ਨਹੀਂ ਮੰਨੀ ਤੇ ਉਹ ਆਪਣੀ ਰੌਂ 'ਚ ਤੁਰਿਆ ਗਿਆ ਤੇ ਉਹਨੇ ਵਿਰੋਧ ਲਗਾਤਾਰ ਕੀਤਾ। ਹੁਣ ਤੁਸੀਂ ਇਹ ਦੇਖ ਲਓ ਵੀ ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣੀ ਆ, ਉਹ ਕਿੰਨਾ ਵਿਰੋਧ ਇਹਨਾਂ ਨੇ ਕੀਤਾ। ਗੁਰੂ ਸਾਹਿਬ ਦੇ ਨਾਮ ਤੇ ਬਣੀ ਯੂਨੀਵਰਸਿਟੀ, ਆਪਣੇ ਕਾਲਜ ਡਿਫਰੈਂਟ ਉਹ ਵੱਖਰੇ ਰੱਖੇ, ਤੇ ਹੁਣ ਦਇਆਨੰਦ ਨੇ ਨਾਂ ਤੇ ਯੂਨੀਵਰਸਿਟੀ ਵੀ ਖੜੀ ਕਰ ਲਈ। ਅੱਜ ਇੰਨੀ ਰਸਾਤਲ ਵੱਲ ਚਲੇ ਗਏ ਕਿ ਇੱਕ ਵੇਲੇ ਅਕਾਲੀ ਦਲ ਤੇ BJP ਜਿਹੜੀ ਸੀ, ਜਿਹੜੀ ਜਨਸੰਘ ਸੀ, ਉਹ ਦੋ ਫਾੜ ਹੋ ਗਏ ਸੀਗੇ। ਜਨਸੰਘ ਬਾਹਰ ਗਈ, ਨਿਕਲ ਗਈ, ਤੇ ਹੁਣ ਮਤਲਬ ਇਹਨਾਂ ਦੋਨਾਂ ਦੀ ਜਿਹੜਾ ਸੀਗਾ ਮੇਲ ਚੋਂ ਉਹ ਦਇਆਨੰਦ, ਜਿਹਨੇ ਕਿ ਗੁਰੂ ਸਾਹਿਬ ਬਾਰੇ ਮਤਲਬ ਅੱਤ ਮਾੜੇ ਸ਼ਬਦਾਂ ਦੀ ਵਰਤੋਂ ਕੀਤੀ ਸਤਿਆਰਥ ਪ੍ਰਕਾਸ਼ ਦੇ ਵਿੱਚ, ਉਹਦੇ ਨਾਂ ਤੇ ਪੰਜਾਬ ਦੀ ਧਰਤੀ ਤੇ ਜਿਹੜਾ ਪਠਾਨਕੋਟ ਵੱਲ ਨੂੰ ਜੇ ਅਸੀਂ ਜਾਈਏ ਉੱਧਰ ਨੂੰ, ਜਲੰਧਰ ਪਠਾਨਕੋਟ ਰੋਡ ਤੇ ਯੂਨੀਵਰਸਿਟੀ ਬਣੀ ਹੋਈ ਹੈ। ਪੰਜਾਬ ਦਾ ਸਿੱਖ, ਕਿਉਂਕਿ ਸਿੱਖੀ ਦੇ ਵਿੱਚ ਜਿਹੜਾ ਧੁਰਾ ਵਾ ਉਹ ਪੰਜਾਬ ਹੀ ਖੇਤਰੀ ਤੌਰ ਤੇ, ਭੂਗੋਲਿਕ ਤੌਰ ਤੇ ਰਹਿੰਦਾ ਵਾ, ਹਰਿਆਣਾ ਵੀ। ਹਾਂਜੀ, ਇੰਨਾ ਕੁਝ ਤੁਸੀਂ ਦੱਸ ਰਹੇ ਹੋ 1948 ਤੋਂ ਸ਼ੁਰੂ ਹੋ ਕੇ, ਜਦੋਂ ਜਰਾਇਮ ਪੇਸ਼ਾ ਕੌਮ ਦਾ ਮਿਹਣਾ ਜਾਂ ਕਹਿ ਲਓ ਇੱਕ ਪਾਲਿਸੀ ਇੱਕ ਘੜੀ ਗਈ 1948 ਦੀ ਗੱਲ, ਤੇ ਉਸ ਤੋਂ ਬਾਅਦ 1955 ਦਾ ਹਮਲਾ, ਫਿਰ ਪਾਣੀਆਂ ਦਾ ਜਾਂ ਸਾਡੇ ਸਰੋਕਾਰ ਜਿਹੜੇ ਉਹਨਾਂ ਦਾ ਲੁੱਟੇ ਜਾਣਾ, ਰਾਜਧਾਨੀ ਖੋਈ ਜਾਣੀ, ਫਿਰ 1978 ਦੇ ਵਿੱਚ 13 ਸਿੰਘਾਂ ਦੀ ਸ਼ਹਾਦਤ, ਫਿਰ 1984 ਦਾ ਹਮਲਾ, ਨਸਲਕੁਸ਼ੀ, ਲਗਾਤਾਰ ਝੂਠੇ ਪੁਲਿਸ ਮੁਕਾਬਲਿਆਂ ਦਾ ਦੌਰ, ਉਸ ਤੋਂ ਬਾਅਦ ਕਿਵੇਂ ਸਾਡੀ ਨੌਜਵਾਨੀ ਨੂੰ ਨਸ਼ਿਆਂ ਵੱਲ ਧੱਕਣਾ, ਜਾਂ ਅੱਜ ਗੈਂਗਸਟਰ ਕਹਿ ਕੇ ਖਤਮ ਕਰਨ ਵਾਲੀ ਗੱਲ ਚੱਲ ਰਹੀ ਆ। ਸੋ ਇੱਥੇ ਇਹ ਸਭ ਕੁਝ ਵਾਪਰਨ ਤੋਂ ਬਾਅਦ ਸਿੱਖ ਪੋਲੀਟੀਕਲੀ ਤੌਰ ਤੇ ਜਾਗਰੂਕਤਾ ਨਹੀਂ ਦਿਸਦਾ। ਨਹੀਂ, ਤੁਹਾਡੀ ਗੱਲ ਬਿਲਕੁਲ ਠੀਕ ਆ। ਇਹ ਅਸਲ ਦੇ ਵਿੱਚ ਸਿੱਖ ਕੀ ਕਰਦਾ, ਅੱਜ ਦੀ ਗੱਲ ਕਰੀਏ ਜੇ, ਸਿੱਖ ਕਹਿੰਦਾ ਵੀ ਮੈਨੂੰ ਚੇਂਜ ਚਾਹੀਦਾ, ਮੈਨੂੰ ਇਮਾਨਦਾਰ ਲੀਡਰ ਚਾਹੀਦਾ। ਕਿਸੇ ਵੀ ਸਿੱਖ ਨੂੰ ਮਿਲ ਲਓ, ਆਮ ਸਿੱਖ ਨੂੰ ਮਿਲੋ, ਇਹੀ ਕਹਿੰਦਾ ਵੀ ਇਮਾਨਦਾਰ SGPC 'ਚ ਇਮਾਨਦਾਰ ਲੀਡਰ ਹੋਣ, ਅਕਾਲੀ ਦਲ 'ਚ ਇਮਾਨਦਾਰ ਲੀਡਰ ਹੋਣ, ਪੰਥ ਪ੍ਰਸਤੀ ਦੀ ਗੱਲ ਹੋਵੇ। ਫਿਰ ਜਦੋਂ ਗੱਲ ਆਉਂਦੀ ਆ ਉਹਨੂੰ ਪ੍ਰੈਕਟੀਕਲੀ ਰੂਪ ਦੇਣ ਦੀ, ਅਮਲੀ ਰੂਪ ਦੇਣ ਦੀ, ਫਿਰ ਜਿਹੜੀ ਉਹਦੀ ਆਪਣੀ ਅੰਦਰਲੀ ਕਮਜ਼ੋਰੀ ਆ, ਜਿਹੜੀ ਉਹਦੇ ਅੰਦਰ ਪਈ ਹੋਈ ਆ, ਉਹੀ ਸਾਹਮਣੇ ਆ ਜਾਂਦੀ ਹੈ। ਉਹ ਫਿਰ ਕੀ ਦੇਖਦਾ ਕਿ ਇੱਕ ਨਵੀਂ ਧਿਰ ਉੱਠਦੀ ਆ, ਕੇਜਰੀਵਾਲ, ਸਿੱਧੂ ਆਉਂਦਾ, ਕੋਈ ਹੋਰ ਆਉਂਦਾ, ਜਾਂ ਕੁੰਵਰ ਵਿਜੇ ਪ੍ਰਤਾਪ ਆ ਗਿਆ। ਕੌਣ ਆ ਕੁੰਵਰ ਵਿਜੇ ਪ੍ਰਤਾਪ? ਇੰਡੀਅਨ ਸਟੇਟ ਦਾ ਇੱਕ ਔਜ਼ਾਰ ਹੀ ਸੀਗਾ ਨਾ, ਤੇ ਉਹ ਉਹਨਾਂ ਤੋਂ ਜਸਟਿਸ ਦੇਖਦੇ ਆ, ਉਹਨਾਂ ਦੇ ਜ਼ਰੀਏ ਪੰਜਾਬ ਦਾ ਭਲਾ ਦੇਖਦੇ ਆ, ਪੰਥ ਦਾ ਭਲਾ ਦੇਖਦੇ ਆ। ਯਾਨੀ ਕਿ ਇੰਡੀਅਨ ਪਾਰਲੀਮੈਂਟ ਸਿਆਸਤ, ਜਿਹੜੀ ਪਾਰਲੀਮਾਨੀ ਸਿਆਸਤ ਆ ਨਾ, ਉਹ ਤੋਂ ਨਿਕਲਦੇ ਨਹੀਂ ਬਾਹਰ, ਚੋਣ ਸਿਆਸਤ ਤੋਂ ਬਾਹਰ ਨਹੀਂ ਨਿਕਲਦੇ। ਉਸੇ ਕੌਨਸਟੀਟਿਊਸ਼ਨ ਦੇ ਥੱਲੇ ਪ੍ਰੈਕਟਿਸ ਕਰੀ ਜਾਣਾ, ਉਹੀ ਬਦਲਾਂ ਨੂੰ ਅਪਣਾਈ ਜਾਣਾ, ਪਾਰਟੀ ਨਵੀਂ ਆ ਜੂਗੀ ਪਰ ਸਿਸਟਮ ਉਹੀ ਆ ਤੁਰਿਆ। ਜਦ ਤੱਕ ਤੁਸੀਂ ਇੰਡੀਅਨ ਪੋਲੀਟੀਕਲ ਨਕਸ਼ੇ ਨੂੰ ਜੱਫਾ ਮਾਰ ਕੇ ਬੈਠੇ ਹੋ, ਤਦ ਤੱਕ ਉਹ ਬਦਲਾ ਨਹੀਂ ਆ ਸਕਦਾ। ਜੇ ਤੁਸੀਂ ਚੋਣ 'ਚ ਪਾਰਟੀਸਪੇਟ ਕਰਨਾ, ਤੁਹਾਡੀ ਪਹਿਲੀ ਸ਼ਰਤ ਕੌਨਸਟੀਟਿਊਸ਼ਨ ਨੂੰ ਜਿਹੜਾ ਹੈਗਾ ਮੱਥਾ ਟੇਕੋ।
ਅਗਲੀਆਂ ਸ਼ਰਤਾਂ ਕਿ ਇਹਨਾਂ ਦੇ ਸਾਰੇ ਇੰਸਟੀਟਿਊਸ਼ਨਸ ਪ੍ਰਤੀ ਇੰਡੀਅਨ ਸਟੇਟ ਪ੍ਰਤੀ ਵਫਾਦਾਰੀ। ਫਿਰ ਤੁਸੀਂ ਚੋਣ ਮੈਦਾਨ 'ਚ ਨਿੱਤਰਦੇ ਹੋ, ਤੁਸੀਂ ਨਿਰੰਕਾਰੀਆਂ ਦੀ ਵੋਟ ਵੀ ਲੈਣੀ ਆ, ਰਾਧਾ ਸੁਆਮੀਆਂ ਦੀ ਵੋਟ ਵੀ ਲੈਣੀ ਆ, ਹੋਰ ਜਿੰਨੇ ਸਿਰਸੇ ਵਾਲੇ ਸਾਧ ਦੀ ਵੀ ਲੈਣੀ ਆ, ਜਿੰਨੇ ਵੀ ਆਸ਼ੂਤੋਸ਼ ਭਰਿਆਰੇ ਵਾਲਾ ਸਭ ਦੀ ਲੈਣੀ ਵੋਟ। ਉਸ ਛੋਟੇ ਛੋਟੇ ਸਾਧ ਬੈਠੇ ਆ ਡੇਰੇ ਬਣਾ ਕੇ, ਉਹਨਾਂ ਦੀ ਵੀ ਵੋਟ ਲੈਣੀ ਆ। ਉਸ ਵੇਲੇ ਫਿਰ ਕੀ ਹੁੰਦਾ ਕਿ ਉਹਨਾਂ ਦੇ ਅੰਦਰ ਸਿਧਾਂਤ ਦੀ ਗੱਲ ਨਹੀਂ ਰਹਿੰਦੀ। ਉਹ ਕਹਿੰਦੇ ਕਿ ਜਿੱਤ ਜ਼ਰੂਰੀ ਆ। ਉਹ ਜਿੱਤ ਸ਼ਬਦ ਐਡਾ ਹਾਵੀ ਹੁੰਦਾ ਵਾ ਕਿ ਫਿਰ ਸਿਧਾਂਤ ਪ੍ਰਸਤੀ ਦੇ ਕੋਈ ਅਰਥ ਨਹੀਂ ਰਹਿ ਜਾਂਦੇ। ਉਹ ਬੰਦਾ ਖੁਰਦਾ ਇੰਡੀਅਨ ਸਟੇਟ ਦੇ ਵਿੱਚ ਇਸ ਕਦਰ ਜਜ਼ਬ ਹੋ ਜਾਂਦਾ ਕਿ ਉਹ ਪਲਟ ਕੇ ਜਿਹੜਾ ਹੈਗਾ ਪੰਥ ਦਾ ਵਿਰੋਧੀ ਬਣ ਜਾਂਦਾ। ਹੁਣ ਕਿਹਾ ਤਾਂ ਕਹਿੰਦੇ ਤਾਂ ਸਾਰੇ ਹੀ ਆ ਕਿ ਸਾਡੀ ਬਹੁਤ ਵੱਡੀ ਡੈਮੋਕ੍ਰੇਸੀ ਆ, ਸਾਨੂੰ ਬੋਲਣ ਦੀ ਆਜ਼ਾਦੀ ਆ, ਲਿਖਣ ਦੀ ਆਜ਼ਾਦੀ ਆ। ਤੇ ਮੈਂ ਮੋਦੀ ਵਾਲੇ ਪੀਰੀਅਡ ਦੀ ਗੱਲ ਨਹੀਂ ਕਰਦਾ, ਮੈਂ ਉਸ ਤੋਂ ਪਹਿਲਾਂ ਦੀ ਵੀ ਗੱਲ ਕਰਦਾ ਜੀ। ਮੋਦੀ ਵੇਲੇ ਤਾਂ ਹੁਣ ਸਾਰੇ ਹੀ ਕਹੀ ਜਾਂਦੇ ਆ ਕਿ ਸਾਨੂੰ ਬੋਲਣ ਨਹੀਂ ਦਿੰਦੇ। ਦੇਖੋ ਇੰਡੀਅਨ ਡੈਮੋਕ੍ਰੇਸੀ ਕੀ ਆ, ਹਰਿੰਦਰ ਸਿੰਘ ਮਹਿਬੂਬ ਹੋਣਾ ਨੇ ਇੱਕ ਸਦਰ ਦੇ ਵਿੱਚ ਇਹਦੇ ਸੁਭਾਅ ਦੀ ਕਰੈਕਟਰ ਦੀ ਵਿਆਖਿਆ ਕੀਤੀ ਆ। ਉਹ ਕਹਿੰਦੇ ਇਹ ਇੱਕ ਅਸਹਿਣਸ਼ੀਲ ਧਾਰਮਿਕ ਬਹੁ ਗਿਣਤੀ ਦੀ ਡੈਮੋਕ੍ਰੇਸੀ ਆ। ਸੋ ਤੁਸੀਂ ਉਸ ਡੈਮੋਕ੍ਰੇਸੀ ਤੋਂ ਆਸਾਂ ਰੱਖੋ, ਬਾਰ-ਬਾਰ ਠੇਡੇ ਖਾਓ, ਫਿਰ ਉਹਦੇ ਵਿੱਚ ਹੀ ਆਸ ਰੱਖੋ, ਭੁਲੇਖੇ ਖਾਓ। ਕੇਜਰੀਵਾਲ ਆਇਆ ਜਿਹੜਾ ਹੈਗਾ ਜਿਸ ਵੇਲੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਕਹਿੰਦੇ ਸੀ ਕਿ ਵੇਵ ਆਏ ਦੀ, ਤੇ ਉਸ ਵੇਲੇ ਸਾਡੇ ਮਤਲਬ ਸਿੱਖਾਂ ਦੇ ਅੰਦਰ ਜਿੰਨਾ ਅੰਨ੍ਹੇਵਾਹ ਇਹਦੇ ਪ੍ਰਤੀ ਸ਼ਰਧਾ ਸੀਗੀ। ਇੱਕ ਸਿੱਖ ਨੂੰ ਮੈਂ ਟੀਵੀ ਤੇ ਬੋਲਦੇ ਦੇਖਿਆ, ਉਹ ਕਹਿੰਦੇ ਵੀ ਮਤਲਬ ਜੇ ਹਰਿਆਣੇ ਦਾ ਬੰਦਾ, ਦਿੱਲੀ ਦਾ ਬੰਦਾ, ਮੋਨਾ ਬੰਦਾ, ਹਿੰਦੂ ਬੰਦਾ ਜੇ ਪੰਜਾਬ ਦਾ ਮੁੱਖ ਮੰਤਰੀ ਬਣ ਜਾਵੇ ਤੁਹਾਨੂੰ ਕੋਈ ਇਤਰਾਜ਼ ਆ? ਕਹਿੰਦਾ ਨੋ, ਸਾਨੂੰ ਕੋਈ ਇਤਰਾਜ਼ ਨਹੀਂ, ਸਾਨੂੰ ਇਮਾਨਦਾਰ ਬੰਦਾ ਚਾਹੀਦਾ, ਹਿੰਦੂ ਸਿੱਖ ਹੋਣ ਦਾ ਕੋਈ ਨਹੀਂ। ਉਹਨੂੰ ਪਤਾ ਹੀ ਨਹੀਂ ਹੈਗਾ ਕਿ ਪੋਲਿਟਿਕਸ ਕਿਹਦੇ ਆਧਾਰ ਤੇ ਚੱਲ ਰਹੀ ਆ। ਜਿਹੜਾ ਕੇਜਰੀਵਾਲ ਐਕਚੁਅਲੀ ਕੀ ਆ ਕਿ ਇੰਡੀਅਨ ਸਟੇਟ ਦੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ, ਜਿਹੜੀਆਂ ਖਾਸ ਕਰ ਵੱਡੀਆਂ ਨੇ, ਜਿਨ੍ਹਾਂ ਨੂੰ ਆਪਾਂ ਇੱਕ ਤਾਂ ਰੀਜਨਲ ਪਾਰਟੀਆਂ ਨੇ, ਦੂਜੀਆਂ ਜਿਹੜੀਆਂ ਹੈਗੀਆਂ ਹਾਂਜੀ ਰਾਸ਼ਟਰੀ ਪੱਧਰ ਦੀਆਂ, ਹਾਂ ਦੇਸ਼ ਪੱਧਰ ਦੀਆਂ ਜਿਹੜੀਆਂ ਪਾਰਟੀਆਂ ਨੇ, ਉਹਨਾਂ ਦੀ ਜਿਹੜੀ ਭਰੋਸੇਯੋਗਤਾ ਵਾ ਉਹ ਬਹੁਤ ਘਟੀ ਆ। ਤੇ ਇੱਕ ਵਾਰੀ ਜਦੋਂ ਹੇਡੇਜ਼ ਸੀਗੇ ਅਡਵਾਨੀ ਦੇ, ਉਹਨੇ ਕਿਹਾ ਸੀ ਕਿ ਰੀਜਨਲ ਪਾਰਟੀਆਂ ਨੂੰ ਵੋਟ ਨਾ ਪਾਓ, ਜੇ ਸਾਨੂੰ ਨਹੀਂ ਪਾਣੀ ਤਾਂ ਕਾਂਗਰਸ ਨੂੰ ਪਾ ਦਿਆ ਕਰੋ। ਕਿਉਂਕਿ ਜਿਹੜੀਆਂ ਰੀਜਨਲ ਪਾਰਟੀਆਂ ਜਿੱਦਾਂ ਆ ਰਹੀਆਂ ਵਾ, ਇਹਦੇ ਨਾਲ ਇੰਡੀਅਨ ਸਟੇਟ, ਭਾਰਤੀ ਦੇਸ਼ ਦੇ ਖੰਡ ਹੋਣ ਦਾ ਖਤਰਾ ਵਾ। ਤੇ ਉਹ ਜਿਹੜੀ ਹੁਣ ਇਹ ਜਿਹੜੀ ਕੇਜਰੀਵਾਲ ਵਾਲੀ ਪਾਰਟੀ ਉੱਠੀ ਆ ਨਾ, ਇਹ ਉਸ ਮਾਹੌਲ ਦੇ ਵਿੱਚੋਂ ਉੱਠੀ ਆ ਕਿ ਜਿਹੜੀ ਸਟੇਟ ਖੁਰ ਰਹੀ ਸੀਗੀ, ਜਿਹਦੇ ਵਿੱਚ ਰੀਜਨਲ ਪਾਰਟੀਆਂ ਜਿਹੜੀਆਂ ਸੀਗੀਆਂ ਉਹ ਤਾਕਤ ਹਾਸਲ ਕਰ ਗਈਆਂ ਸੀਗੀਆਂ, ਉਹਨਾਂ ਤੋਂ ਬਿਨਾਂ ਸਰਕਾਰ ਨਹੀਂ ਸੀ ਬਣਦੀ। ਤੇ ਉਹਦੇ ਵਿੱਚ ਠੀਕ ਆ, ਮਤਲਬ ਜਿਹੜਾ ਹਿੰਦੂਤਵ ਵਾਲੀ ਗੱਲ ਆ ਉਹ ਵੱਡੇ ਪੱਧਰ ਤੇ ਲੈ ਕੇ ਗਏ ਆ, ਜਿਹਦੇ ਕਾਰਨ ਓਰੀਜਨਲ ਸਰਕਾਰਾਂ ਹੁਣ ਨਹੀਂ ਬਣ ਸਕੀਆਂ ਮੋਦੀ ਹੁਣੀ। ਪਰ ਇਹ ਇੱਕ ਆਪਸ਼ਨ ਲੈ ਕੇ ਆਏ। ਇਹੋ ਜਿਹੀਆਂ ਪਾਰਟੀਆਂ ਫਿਰ ਕੀ ਕਰਦੀਆਂ ਨੇ ਕਿ ਸਟੇਟ ਦੀ ਜਿਹੜੀ ਲਾਈਫ ਹੁੰਦੀ ਆ, ਉਹਦੀ ਜ਼ਿੰਦਗੀ ਹੁੰਦੀ ਆ, ਉਹਨੂੰ ਲੰਮੀਆਂ ਕਰਦੀਆਂ ਵਾ, ਉਹਨੂੰ ਜਿਉਂਦਾ ਰੱਖਦੀਆਂ ਨੇ। ਅਸੀਂ ਸਮਝ ਰਹੇ ਹੁੰਦੇ ਆ ਕਿ ਇਹ ਸਾਡੀ ਭਲਾਈ ਲਈ ਆਈਆਂ, ਇਹ ਸਾਡੀ ਭਲਾਈ ਲਈ ਨਹੀਂ ਆਈਆਂ। ਥੋੜੇ ਜਿਹੇ ਜਿਹੜੀਆਂ ਹੈਗੀਆਂ ਰਿਆਇਤਾਂ ਦੇ ਕੇ ਇਹਨਾਂ ਨੇ ਆਪਣਾ ਏਜੰਡਾ ਹੀ ਪੂਰਾ ਕਰਨਾ। ਹੁਣ ਕਸ਼ਮੀਰ ਦੇ ਮੁੱਦੇ ਤੇ ਇਹਨੇ 370 ਜਦੋਂ ਲਾਇਆ, ਹਟਾਇਆ ਗਿਆ, ਉਹ ਸੈਂਟਰ ਦੇ ਨਾਲ ਖੜਾ ਸੀ। ਇਹ ਜੀ ਸਿੱਖਾਂ ਦੀ ਪੰਜਾਬ ਦੇ ਪਾਣੀ ਦੇ ਮਸਲੇ ਤੇ ਇਹਦਾ ਤੁਸੀਂ ਦੇਖ ਸਕਦੇ ਹੋ ਕਿ ਹੈਗਾ ਇਹਦਾ ਸਟੈਂਡ ਵਿਰੋਧ 'ਚ। ਤੇ ਇਹ ਇੰਡੀਅਨ ਪੋਲਿਟਿਕਸ ਜਿਹੜੀ ਹੈਗੀ ਆ, ਜਿਹੜੀ ਇੰਡੀਅਨ ਨੈਸ਼ਨਲਿਜ਼ਮ ਵਾਲੀ ਗੱਲ ਆ, ਉਹ ਤੇ ਪੂਰੀ ਤਰ੍ਹਾਂ ਡਟ ਕੇ ਖੜਾ। ਜਿਹੜਾ ਇਹਦਾ ਉਪ ਮੁੱਖ ਮੰਤਰੀ ਆ ਦਿੱਲੀ ਦਾ, ਉਹ ਵੱਡਾ ਲੀਡਰ ਵੀ ਹੈ ਇਹਨਾਂ ਦਾ, ਮੈਨੂੰ ਨਾਂ ਨਹੀਂ, ਸਿਸੋਦੀਆ, ਮੈਨੂੰ ਨਾਂ ਨਹੀਂ ਸੀ ਆਉਂਦਾ ਯਾਦ। ਉਹਨੇ ਵੀ ਕਈ ਵਾਰੀ ਕਿਹਾ ਕਿ ਅਸੀਂ ਨਾਗਰਿਕ ਦੀ ਸਿਆਸਤ ਕਰਦੇ ਹਾਂ, ਸਿਟੀਜ਼ਨ ਦੀ।
ਸਿਟੀਜ਼ਨ ਦੀ ਸਿਆਸਤ ਸੁਣਨ ਵੇਲੇ ਕੰਨਾਂ ਨੂੰ ਬਹੁਤ ਸੋਹਣੀ ਲੱਗਦੀ ਆ ਕਿ ਮੇਰੇ ਹੱਕਾਂ ਦੀ ਗੱਲ, ਤੁਹਾਡੇ ਹੱਕਾਂ ਦੀ ਗੱਲ, ਇਹਦੇ ਵਿੱਚ ਨਾ ਹਿੰਦੂ ਦੀ ਗੱਲ, ਨਾ ਮੁਸਲਮਾਨ ਦੀ ਗੱਲ, ਨਾ ਸਿੱਖ ਦੀ ਗੱਲ। ਪਰ ਅਸਲ ਦੇ ਵਿੱਚ ਇੱਥੇ ਹੀ ਚਲਾਕੀ, ਸ਼ਾਤਰਤਾ ਪਈ ਹੋਈ ਆ ਕਿ ਤੁਹਾਨੂੰ ਇੱਕ ਨੇਸ਼ਨ ਦੇ ਤੌਰ ਤੇ ਨਾ ਲੈ ਕੇ ਇੱਕ ਨਾਗਰਿਕ ਦੇ ਤੌਰ ਤੇ ਲੈ ਆਣਾ, ਉਹ ਨਾਗਰਿਕ ਜਿਹੜਾ ਕਿ ਇੰਡੀਅਨ ਨੇਸ਼ਨ ਦਾ ਹਿੱਸਾ ਵਾ। ਸੋ ਤੁਹਾਡੀ ਆਇਡੈਂਟੀਟੀ ਜਿਹੜੀ ਹੈਗੀ ਆ ਉਹ ਇੰਡੀਅਨ ਨੇਸ਼ਨ 'ਚ ਪਲਟ ਦਿੱਤੀ। ਇਹ ਪੂਰੀ ਪ੍ਰੈਕਟਿਸ ਜਿਹੜੀ ਆ ਉਹ ਚੱਲ ਰਹੀ ਆ ਕਿ ਤੁਸੀਂ ਆਪਣੇ ਆਪ ਨੂੰ ਹਿੰਦੂ ਨਾ ਸਮਝੋ, ਤੁਸੀਂ ਸਿੱਖ ਨਾ ਸਮਝੋ। ਜਿਹੜਾ ਹੈਗਾ ਇਹ ਜਿਹੜੀ ਰਿਲੀਜੀਅਸ ਪੋਲਿਟਿਕਸ ਹੁੰਦੀ ਆ, ਇਹ ਬੜੀ ਖਤਰਨਾਕ ਹੁੰਦੀ ਆ। ਸਾਡੀ ਆਇਡੈਂਟੀਟੀ ਜਿਹੜੀ ਆ, ਸਾਡੀ ਪਹਿਚਾਣ, ਸਾਡੀ ਪੋਲਿਟਿਕਸ, ਸਾਡਾ ਕਲਚਰ, ਉਹ ਗੁਰੂ ਸਾਹਿਬ ਦੀ ਦੇਣ ਆ, ਅਕਾਲ ਪੁਰਖ ਦੀ ਦੇਣ ਆ। ਅਸੀਂ ਕਿਸੇ ਦੇ ਕਲਚਰ ਲਈ ਥ੍ਰੈਟ ਨਹੀਂ ਹੈਗੇ। ਇਹ ਤਾਂ ਹੈ ਨਹੀਂ ਕਿ ਅਸੀਂ ਹਿੰਦੂ ਕਲਚਰ ਲਈ ਥ੍ਰੈਟ ਆ ਜਾਂ ਮੁਸਲਮਾਨ ਜਾਂ ਈਸਾਈ ਕਲਚਰ ਲਈ ਆ। ਜੇ ਸਾਡੀ ਆਇਡੈਂਟੀਟੀ ਤੇ ਕੋਈ ਹਮਲਾ ਕਰੂਗਾ ਤਾਂ ਨੈਚੁਰਲ ਆ ਕਿ ਅਸੀਂ ਉਹਦਾ ਵਿਰੋਧ ਕਰਾਂਗੇ। ਜਿਵੇਂ ਕਿ ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ 1955 ਦੇ ਹਮਲੇ ਦੀ, ਹਾਂ, ਉਹ ਆਇਡੈਂਟੀਟੀ ਤੇ ਹੀ ਹਮਲਾ ਸੀਗਾ। ਜਦੋਂ ਤੁਹਾਡੇ ਕੋਲ ਪੋਲੀਟੀਕਲ ਅਧਿਕਾਰ ਖੋਲ ਹੈ, ਆਇਡੈਂਟੀਟੀ ਤੇ ਹਮਲਾ ਹੁੰਦਾ ਦੇਣਾ ਹੀ ਨਹੀਂ ਕੋਈ। ਕਿਸੇ ਧਿਰ ਨੂੰ ਮਾਰਨ ਦਾ ਮਤਲਬ, ਸਿੱਧਾ ਮਤਲਬ ਆ ਕਿ ਉਹਨੂੰ ਪੋਲੀਟੀਕਲੀ ਨਿਹੱਥਾ ਕਰ ਦੋ, ਬਸ ਉਹਨੂੰ ਆਪਣੇ ਸਿਸਟਮ 'ਚ ਜਜ਼ਬ ਕਰ ਲਓ, ਉਹਨੂੰ ਲੈ ਲਓ, IPS ਅਫਸਰ ਬਣਾ ਲਓ, IAS ਬਣਾ ਲਓ। ਉਹ ਉਹਨਾਂ ਦੇ ਜਿਹੜੇ ਹੈਗੇ ਆ ਵਫਾਦਾਰ ਹੋਣਗੇ। ਮੂਵਮੈਂਟ ਵੇਲੇ ਦੇਖਿਆ ਹੀ ਆ ਕਿ ਇਹ ਮਿਨਿਸਟਰ ਜਾਂ IPS ਜਾਂ IAS IFS ਇਹਨਾਂ ਦੀ ਜਿਹੜੀ ਜਿਹਨੂੰ ਅਲੀਟ ਜਮਾਤ ਕਿਹਾ ਜਾਂਦਾ, ਕੁਲੀਨ ਵਰਗ, ਉਹ ਕਿੱਧਰ ਭੁਗਤਿਆ ਵਾ। ਸੰਤਾਂ ਪ੍ਰਤੀ ਉਹਨਾਂ ਦਾ ਕੀ ਰਵੱਈਆ ਸੀ? ਉਹਨਾਂ ਨੂੰ ਲੱਗਦਾ ਸੀ ਵੀ ਸੰਤ ਜਰਨੈਲ ਸਿੰਘ ਤਾਂ ਅਨਪੜ੍ਹ ਜਿਹੇ ਬੰਦੇ ਨੇ। ਮੈਂ ਇੱਥੇ ਇੱਕ ਤੁਹਾਡੇ ਕੋਲ ਰੁਕ ਕੇ ਸਵਾਲ ਰੂਪ ਦੇ ਵਿੱਚ ਤੁਹਾਡਾ ਵਿਚਾਰ ਜਾਣਨਾ ਚਾਹੁੰਦਾ। ਸਿੱਖਾਂ 'ਚ ਬੜੀ ਗੱਲ ਚੱਲਦੀ, ਉਹ ਕਹਿੰਦੇ ਜੀ ਤੁਸੀਂ ਬੱਚੇ ਪੜ੍ਹਾਓ, IAS ਤੇ IPS ਅਫਸਰ ਬਣਾਓ ਤੇ ਤੁਹਾਡੀ ਕੌਮ ਦਾ ਭਲਾ ਹੋਊਗਾ। ਕੀ ਮੰਨਦੇ ਹੋ ਇਸ ਵਿਚਾਰ ਬਾਰੇ? ਦੇਖੋ, ਸਵਾਲ ਬੜਾ ਇੰਪੋਰਟੈਂਟ ਹੈ ਵੀ। ਇਹ ਸਵਾਲ ਮੈਨੂੰ ਵੀ ਕਈ, ਇਹ ਗੱਲ ਜਿਹੜੀ ਹੈਗੀ ਹੈ ਨਾ, ਮੈਨੂੰ ਵੀ ਕਿੰਨੀ ਵਾਰੀ ਕਹੀ ਕਿਸ ਬੰਦਿਆਂ ਨੇ। ਈਵਨ ਇੱਕ ਹਿੰਦੂ ਜਿਹੜਾ ਮੇਰਾ ਫਰੈਂਡ ਸੀ ਡਾਕਟਰ, ਉਹਨੇ ਵੀ ਕਹੀ ਮੈਨੂੰ, ਕਹਿੰਦਾ ਯਾਰ ਤੁਸੀਂ IAS IPS ਕਿਉਂ ਨਹੀਂ ਬਣਦੇ, ਤੁਸੀਂ ਉੱਧਰ ਕਿਉਂ ਨਹੀਂ ਆਪਣੇ ਮੁੰਡਿਆਂ ਨੂੰ ਲਾਉਂਦੇ। ਮੈਂ ਕਿਹਾ ਵੀ ਉਹ ਕਿਸੇ ਵੱਖਰੇ ਪ੍ਰਬੰਧ ਦੇ ਵਿੱਚੋਂ ਨਿਕਲ ਕੇ ਆਉਣਗੇ, ਕੋਈ ਵੱਖਰੀ ਪ੍ਰਣਾਲੀ ਹੋਊਗੀ, ਪੋਲਿਟੀ ਹੋਊਗੀ ਜਿਹਦੇ ਰਾਹੀਂ ਉਹ ਆਉਣਗੇ। ਉਹ ਇੰਡੀਅਨ ਸਟੇਟ ਦੇ ਸੇਵਕ ਨੇ, ਇੰਡੀਅਨ ਸਟੇਟ ਦੇ ਸੇਵਕ ਨੇ, ਉਹਦੀ ਗੱਲ ਮੰਨਣੀ ਆ। ਉਹ ਚਾਹੇ ਸਿੱਖ ਹੋਵੇ ਜਾਂ ਕੋਈ ਹੋਰ ਹੋਵੇ। ਜੇ ਕਸ਼ਮੀਰ ਦੇ ਵਿੱਚ ਉਹ ਮੁਸਲਮਾਨ, ਜਿਹੜੀ ਚਲੋ ਤੁਸੀਂ ਬਾਕੀਆਂ ਨੂੰ ਤਾਂ ਕਹਿ ਲਓ ਵੀ ਮਿਲਟਰੀ ਵਾਲੇ ਜਾਂ ਪੈਰਾਮਿਲਟਰੀ ਵਾਲੇ, ਉਹਨਾਂ ਨੂੰ ਤਾਂ ਤੁਸੀਂ ਕਹਿ ਲਓ ਵੀ ਉਹ ਕਾਫੀ ਗੈਰ ਮੁਸਲਮਾਨ ਹੋਣਗੇ, ਪਰ ਉਹ ਜਿਹੜੀ ਪੁਲਿਸ ਆ ਉਹ ਤਾਂ ਮੁਸਲਮਾਨ ਉੱਥੋਂ ਦੀ ਹੈ, ਲੋਕਲ ਆ। ਤੇ ਪੰਜਾਬ 'ਚ ਵੀ ਤਾਂ ਇੱਦਾਂ ਹੀ ਸੀ ਜੀ। ਸਾਡਾ ਨੌਜਵਾਨ ਜਦੋਂ ਜਾਂਦਾ ਵਾ ਉਸ ਵੇਲੇ ਇਮਾਨਦਾਰ ਹੁੰਦਾ, ਇੱਕ ਤਰ੍ਹਾਂ ਦੀ ਮਾਸੂਮੀਅਤ ਵੀ ਹੁੰਦੀ ਆ। ਪਰ ਜਿੱਦਾਂ ਹੀ ਉਹ ਉਸ ਪ੍ਰੈਕਟਿਸ 'ਚ ਪੈਂਦਾ ਵਾ, ਉਹ ਜਿਹੜੀ ਸਿੱਖੀ ਦਾ ਜਿੰਨਾ ਕੁ ਅੰਸ਼ ਬਚਿਆ ਹੁੰਦਾ ਉਹ ਵੀ ਜਾਂਦਾ ਲੱਗਦਾ। ਕਿਉਂਕਿ ਇੱਕ ਤੇ ਤੁਹਾਡੇ ਸਟਾਰ ਲੱਗਣੇ ਹੁੰਦੇ ਆ, ਤੁਸੀਂ ਤਰੱਕੀਆਂ ਲੈਣੀਆਂ ਹੁੰਦੀਆਂ। ਇੱਕ ਤਾਂ ਪਹਿਲਾਂ ਹੀ ਦੇਸ਼ ਭਗਤੀ ਦਾ ਜਨੂਨ ਭਰਿਆ ਹੁੰਦਾ ਵੀ ਦੇਸ਼ ਭਗਤੀ ਜਿਹੜੀ ਹੈਗੀ ਉਹ ਰਿਲੀਜਨ ਤੋਂ ਉੱਚੀ ਆ। ਹੁਣ 1955 ਦੇ ਵਿੱਚ ਸਿੱਖ ਜਦੋਂ ਮੋਰਚਾ ਲਾ ਰਹੇ ਸੀ, ਸਿੱਖਾਂ ਦੀ ਕਮਜ਼ੋਰੀ ਦੇਖੋ, ਤਾਕਤ ਦੇ ਨਾਲ ਕਮਜ਼ੋਰੀ। ਉਹ 4 ਨਾਅਰੇ ਲਾਉਂਦੇ ਸੀ ਬਾਹਰ ਨਿਕਲਣ ਵੇਲੇ, ਗ੍ਰਿਫਤਾਰੀ ਦੇਣ ਵੇਲੇ ਜੀ। ਪੰਜਾਬੀ ਸੂਬਾ ਜਿੰਦਾਬਾਦ, ਹਿੰਦੂ ਸਿੱਖ ਏਕਤਾ ਜਿੰਦਾਬਾਦ, ਆਜ਼ਾਦ ਭਾਰਤ ਜਿੰਦਾਬਾਦ, ਹਰਿਆਣਾ ਪ੍ਰਾਂਤ ਜਿੰਦਾਬਾਦ। ਪੰਜਾਬੀ ਸੂਬਾ ਜਿੰਦਾਬਾਦ ਤਾਂ ਚਲੋ ਉਹ ਤਾਂ ਲੱਗਣਾ ਹੀ ਸੀ ਨਾਰਾ। ਹਿੰਦੂ ਸਿੱਖ ਏਕਤਾ, ਜਿੱਦਾਂ ਸਰਦਾਰ ਕਪੂਰ ਸਿੰਘ ਕਹਿੰਦੇ ਨੇ ਵੀ ਉਹ ਇੱਕ ਡਰ ਭੈ 'ਚੋਂ ਆਈ ਹੋਈ ਗੱਲ ਆ। ਮੈਂ ਹਿੰਦੂ ਸਮਾਜ ਨੂੰ ਦੱਸਦਾ ਕਿ ਮੈਂ ਤੇਰੇ ਨਾਲ ਏਕਤਾ ਚਾਹੁੰਦਾ, ਤੇਰੇ ਰਾਜ 'ਚ ਰਹਿਣਾ, ਮੈਂ ਤੇਰੇ ਨਾਲ ਏਕਤਾ ਚਾਹੁੰਦਾ, ਮੇਰੀ ਤੇਰੇ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ। ਫਿਰ ਉਸ ਤੋਂ ਅੱਗੇ ਆਜ਼ਾਦ ਭਾਰਤ, ਵੀ ਅਸੀਂ ਤੁਹਾਡੀ ਜਿਹੜੀ ਹੈਗੀ ਆ ਸੋਵਰੈਨਿਟੀ ਲਈ ਕੋਈ ਖਤਰਾ ਨਹੀਂ ਹੈਗੇ, ਸਾਨੂੰ ਤੁਸੀਂ ਇੱਕ ਥ੍ਰੈਟ ਨਾ ਸਮਝਿਓ। ਉਹ ਸਫਾਈਆਂ ਦੇਣੀਆਂ, ਸਪਸ਼ਟੀਕਰਨ ਦੇਣੇ, ਅੱਜ ਵੀ ਅਸੀਂ ਦਿੰਦੇ ਆ। ਕਿਸਾਨ ਮੋਰਚੇ 'ਚ ਕਿੰਨੇ ਸਪਸ਼ਟੀਕਰਨ ਦਿੱਤੇ ਗਏ ਆ।
ਅਸੀਂ ਭਾਰਤ ਵਿੱਚ ਪੂਰਾ ਯਕੀਨ ਰੱਖਦੇ ਹਾਂ। ਇਹ ਸਪਸ਼ਟੀਕਰਨ ਉਦੋਂ ਦਿੱਤੇ ਜਾਂਦੇ ਆ ਜਦੋਂ ਤੁਹਾਡੇ ਅੰਦਰ ਕਮਜ਼ੋਰੀ ਹੋਵੇ, ਅਸੀਂ ਕਿਸਾਨ ਨਹੀਂ ਕਿਸਾਨ ਅੱਤਵਾਦੀ ਨਹੀਂ, ਹਾਂ, ਕਲੈਰਿਟੀ ਨਾ ਹੋਵੇ ਤੇ ਤੁਹਾਡੀ ਉਹਨਾਂ ਪ੍ਰਤੀ ਵਫਾਦਾਰੀ ਵੀ ਹੋਵੇ। ਇਹ ਚੀਜ਼ਾਂ ਸਾਡੇ ਅੰਦਰ ਚੱਲਦੀਆਂ ਉਸ ਵੇਲੇ ਵੀ ਚੱਲ ਰਹੀਆਂ ਸੀ ਨਾਲ ਨਾਲ। ਥੋੜੀ ਜਿਹੀ ਕਿਸਾਨੀ ਦੀ ਗੱਲ ਚੱਲੀ ਆ ਤੇ ਹੋ ਸਕਦਾ ਕਿ ਆਪਾਂ ਉਂਝ ਆਮ ਫਾਰਮਲ ਗੱਲ ਵਿੱਚ ਪਹਿਲਾਂ ਗੱਲ ਕੀਤੀ ਵੀ ਹੋਵੇ, ਇਸ ਨਾਰੇ ਨੂੰ ਵੀ ਥੋੜਾ ਜਿਹਾ ਖੋਹ ਲੈਣਾ ਚਾਹੀਦਾ। ਬੇਸ਼ੱਕ ਅਸੀਂ ਗੱਲ 1955 ਬਾਰੇ ਕਰ ਰਹੇ ਹਾਂ, ਪਰ ਜਦੋਂ ਲਗਾਤਾਰਤਾ ਗੱਲਾਂ ਦੀ ਚੱਲਦੀ ਆ, ਸਾਲ ਬੀਤ ਜਾਂਦੇ ਆ, ਅੱਜ 2021 'ਚ ਆਪਾਂ ਬੈਠੇ ਹੋਏ ਆ, ਪਰ ਅੱਜ ਦੀ ਵੀ ਗੱਲ ਜਿਹੜੀ ਆ ਉਹ ਕਿਤੇ ਨਾ ਕਿਤੇ ਮਹੱਤਵ ਰੱਖਦੀ ਆ। ਆਉਣ ਵਾਲੇ ਸਮੇਂ 'ਚ ਇਸ ਗੱਲਬਾਤ ਤੋਂ ਲੋਕਾਂ ਨੇ ਹੋਰ ਵੀ ਲੋਹ ਹਾਸਲ ਕਰਨੀ ਆ। ਹਾਂਜੀ, ਤੁਸੀਂ ਗੁਰੂ ਦੇ ਬਖਸ਼ੇ ਹੋਏ ਸਿੱਖ ਹੋ ਕਿ ਤੁਹਾਡੀ ਇੱਕ ਚੰਗੀ ਕਲੈਰਿਟੀ ਬਣੀ ਹੋਈ ਆ। ਇੱਥੇ ਜਿਹੜੀ ਗੱਲ ਆ ਕਿ ਕਿਸਾਨੀ ਮੋਰਚੇ ਦੇ ਵਿੱਚ ਵੀ ਉਹ ਜਿਹੜੀ ਗੱਲ ਆ, ਅਸੀਂ ਕਿਸਾਨ ਹਾਂ, ਅੱਤਵਾਦੀ ਨਹੀਂ, ਇਸ ਨਾਰੇ ਦਾ ਕੁਝ ਵਿਸ਼ਲੇਸ਼ਣ ਜ਼ਰੂਰ ਕਰ ਦਿਓ। ਦੇਖੋ, ਸਰਕਾਰ ਦਾ ਕੰਮ ਹੁੰਦਾ ਹੈ ਕਿ ਉਹ ਅੱਖਰ ਸਿੱਟਦੀ ਆ, ਜਿਹੜੀ ਹੈਗੀ ਪ੍ਰੈਸ ਦੇ ਜ਼ਰੀਏ, ਜਿੱਦਾਂ ਹੁੰਦਾ ਨਾ ਕੁਆਇਨ ਕਰਨਾ ਜੀ, ਸਮਾਜ 'ਚ ਅੱਖਰ ਸਿੱਟਦੀ ਆ। ਉਹ ਜਿੱਦਾਂ ਇਹਨੇ ਕਿਹਾ ਸੀ ਨਾ ਵੀ ਸਿੱਖ ਜਰਾਇਮ ਪੇਸ਼ਾ ਕੌਮ ਨੇ, ਉਹ ਕੀ ਸੀ? ਉਸ ਤੋਂ ਬਾਅਦ ਅਟੈਕ, ਉਸ ਤੋਂ ਬਾਅਦ 55 ਦਾ ਅਟੈਕ ਹੋ ਗਿਆ। ਉਹਨਾਂ ਨੇ 48 'ਚ ਸਾਡੇ ਅਕਸ ਦਾ ਜਿਹੜਾ ਹੈਗਾ ਨਾ ਵਿਗਾੜਨਾ, ਕਦਾਰਕੁਸ਼ੀ ਕਰਨੀ, ਕਰੈਕਟਰ ਅਸੈਸੀਨੇਸ਼ਨ ਪੂਰੀ ਕੌਮ ਦੀ ਉਹ ਕਰਨੀ ਸ਼ੁਰੂ ਕਰ ਦਿੱਤੀ ਕਿ ਜਿਹੜੀ ਮਸ਼ੀਨਰੀ ਆ, ਇੰਡੀਅਨ ਮਸ਼ੀਨਰੀ, ਉਹਦੇ ਵਿੱਚ ਕਲੀਅਰ ਹੋ ਜਾਵੇ ਕਿ ਆਹ ਜਿਹੜਾ ਦਾੜੀ ਵਾਲਾ ਬੰਦਾ, ਇਹ ਪੱਗ ਵਾਲਾ ਬੰਦਾ, ਦਾੜੇ ਵਾਲਾ, ਦਾੜਾ ਪ੍ਰਕਾਸ਼ ਕਰਦਾ, ਇਹ ਜਰਾਇਮ ਪੇਸ਼ਾ ਹੁੰਦੇ ਆ, ਇਹਨਾਂ ਨਾਲ ਸਖਤੀ ਨਾਲ ਪੇਸ਼ ਆਉਣਾ, ਮਤਲਬ ਜੁਰਮ ਕਰਨਾ ਇਹਨਾਂ ਦਾ ਪੇਸ਼ਾ ਵਾ ਇਹਨਾਂ ਦਾ। ਉਹਨਾਂ ਨੇ ਮਤਲਬ ਉਸ ਵੇਲੇ ਹੀ ਸਾਡੀ ਕਿਰਦਾਰਕੁਸ਼ੀ ਕਰ ਦਿੱਤੀ। ਉਹ ਕਿਰਦਾਰਕੁਸ਼ੀ ਦਾ ਜਿਹੜਾ ਕੰਮ ਆ ਜਾਂ ਅਮਲ ਆ, ਕਵਾਇਦ ਆ, ਉਹ ਹੁਣ ਤੱਕ ਤੁਰਦੀ ਆਉਂਦੀ ਆ। ਭਾਈ ਸਾਹਿਬ, ਤੁਹਾਨੂੰ ਮੈਂ ਰੋਕ ਕੇ ਥੋੜਾ ਜਿਹਾ, ਸਾਡਾ ਸਵਾਲ ਵੀ ਇਹਦੇ ਨਾਲ ਜੁੜਦਾ ਵਾ ਕਿ ਜੈਨੋਸਾਈਡ ਦੀ ਇਹ ਨੀਂਹ ਹੁੰਦੀ ਆ ਕਿ ਪਹਿਲਾਂ ਕਿਸੇ ਨੂੰ ਬਦਨਾਮ ਕਰੋ ਜਾਂ ਉਸ ਨੂੰ ਆਪਣੇ ਤੌਰ ਤੇ ਸ਼ੇਪ ਦਿਓ। ਬਿਲਕੁਲ ਸਹੀ ਹੋ ਤੁਸੀਂ ਇਸ ਗੱਲ ਤੇ ਕਿ ਉਸ ਧਿਰ ਨੂੰ ਇੰਨਾ ਬਦਨਾਮ ਕਰ ਦਿਓ ਕਿ ਕੋਈ ਕੁਐਸਚਨ ਨਾ ਰੇਜ਼ ਕਰੇ। ਉਸ ਤੋਂ ਨਸਲਕੁਸ਼ੀ ਤੋਂ ਬਾਅਦ ਵੀ ਕਿ ਉਹਨੂੰ ਮਾਰਿਆ ਕਿਉਂ ਗਿਆ, ਹਾਂ, ਕਿਉਂ ਮਾਰਿਆ ਗਿਆ। ਉਹਨਾਂ ਨੂੰ ਲੱਗੇ ਕਿ ਇਹ ਵਾਜਬ ਸੀ। ਜੇ ਇਹ ਇੱਥੇ ਰਹਿੰਦੇ ਜਾਂ ਇਸ ਤਰ੍ਹਾਂ ਰਹਿੰਦੇ ਤਾਂ ਇਹ ਸਮਾਜ ਲਈ ਖਤਰਾ ਸੀਗੇ। ਇਹ ਸਮਾਜ ਦੇ ਖਰਾਬ ਅੰਗ ਸੀਗੇ। ਤੇ ਜਿੱਦਾਂ ਕਹਿੰਦੇ ਹੁੰਦੇ ਨਾ ਵੀ ਕੋਈ ਚੀਜ਼ ਜੇ ਤੁਹਾਡੀ ਖਰਾਬ ਹੋ ਜਾਵੇ ਤਾਂ ਵੱਢ ਦੇਣੀ ਚਾਹੀਦੀ ਆ, ਆਪਰੇਸ਼ਨ, ਉਹ ਕਰ ਦੋ। ਤਾਂ ਉਹ ਉਸ ਤਰੀਕੇ ਨਾਲ ਤਿਆਰੀ ਸੀ। ਹੁਣ ਉਹ ਚੱਲਦੇ ਸਿੱਖ ਮਾਨਸਿਕਤਾ ਇੰਨੀ ਕਮਜ਼ੋਰ ਹੋ ਚੁੱਕੀ ਆ ਵੀ ਅਸੀਂ ਅੱਤਵਾਦੀ ਨਹੀਂ ਹੈਗੇ। ਮਤਲਬ ਉਹਨਾਂ ਇੱਕਦਮ ਭੈ ਜਾਗਦਾ ਉਹਨਾਂ ਦੇ ਅੰਦਰ ਕਿ ਸਾਨੂੰ ਜੇ ਮਤਲਬ ਇੱਕ ਤਾਂ ਹੁੰਦਾ ਸਿੱਧਾ ਮਤਲਬ ਜਵਾਬ ਦੇਣਾ ਜਿਹੜਾ ਹੈਗਾ ਕਿ ਇੱਕ ਕਿਸਾਨ ਆ ਅਸੀਂ, ਤੁਸੀਂ ਜਿਹੜਾ ਹੈਗਾ ਜਿਹੜੀ ਹੈਗੀ ਆ ਇਹ ਸਾਡੇ ਬਾਰੇ ਜਿਹੜਾ ਹੈਗਾ ਤੁਸੀਂ ਇੱਕ ਗਲਤ ਇਨਫੋਰਮੇਸ਼ਨ ਫੈਲਾ ਰਹੇ ਹੋ, ਕਿਉਂਕਿ ਸਾਡਾ ਇੱਕ ਪੋਲੀਟੀਕਲ ਏਜੰਡਾ ਵੀ ਹੈਗਾ। ਇੱਥੇ ਸਾਡਾ ਇਕਨੋਮਿਕ ਏਜੰਡਾ ਕਰਕੇ ਬੈਠੇ ਆ, ਸਾਡਾ ਪੋਲੀਟੀਕਲ ਏਜੰਡਾ ਵੀ ਹੈਗਾ, ਜਿਹਨੂੰ ਤੁਸੀਂ ਜਿਸ ਕਰਕੇ ਤੁਸੀਂ ਸਾਨੂੰ ਅੱਤਵਾਦੀ ਕਹਿੰਦੇ ਹੋ, ਸਾਨੂੰ ਉਹਦੀ ਪਰਵਾਹ ਨਹੀਂ ਹੈਗੀ। ਤੁਹਾਡੀ ਕਹਿਣ ਦੀ ਸਾਨੂੰ ਨਹੀਂ ਪਰਵਾਹ ਹੈਗੀ। ਅਸੀਂ ਬੋਲਡਲੀ ਕਹਿੰਦੇ ਆ ਕਿ ਹਾਂ ਅਸੀਂ ਹੈਗੇ ਖਾਲਿਸਤਾਨੀ, ਪਰ ਸਾਡਾ ਅੱਜ ਮਸਲਾ ਹੋਰ ਆ, ਅਸੀਂ ਉੱਤੇ ਟਿਕੇ ਹੋਏ। ਇੱਕ ਬੜਾ ਦਿਲਚਸਪ ਸਵਾਲ ਹੋਊਗਾ ਸ਼ਾਇਦ ਤੁਹਾਡੇ ਲਈ ਵੀ ਕਿ ਉੱਥੇ ਹਿੰਦੂਆਂ ਦੇ ਕੋਲੋਂ ਵੀ ਤਖਤੀਆਂ ਫੜਵਾਈਆਂ ਗਈਆਂ ਸਨ, ਚਾਹੇ ਕਿਸੇ ਯੂਨੀਅਨ ਵੱਲੋਂ ਜਾਂ ਆਪ ਮੁਹਾਰੇ ਵੀ, ਕਿ ਉਹ ਹਿੰਦੂ ਕਹਿ ਰਹੇ ਸਨ ਹਾਂ ਮੈਂ ਹਿੰਦੂਆਂ ਤੇ ਮੈਂ ਖਾਲਿਸਤਾਨੀ ਹਾਂ। ਉਹਦਾ ਸੰਦਰਭ ਕੀ ਆ ਇਸ ਕਿਸਾਨੀ ਦੇ? ਬੜਾ ਦਿਲਚਸਪ ਆ ਇਹ ਗੱਲ। ਉਹ ਬਹੁਤ ਨਾਰੇ ਵੀ ਲੱਗੇ ਜੀ ਜਿਹੜੇ ਸੀਗੇ ਵੀ ਉਹ ਆ ਰਹੇ ਨੇ ਜੀ, ਰਾਜਸਥਾਨ ਤੋਂ ਆ ਰਹੇ ਨੇ। ਹਾਂਜੀ, ਉਹ ਕਹਿੰਦਾ ਜੀ ਮੈਂ ਖਾਲਿਸਤਾਨ। ਹੁਣ ਇੱਕ ਤਾਂ ਉਹ ਖਾਲਿਸਤਾਨ ਨੂੰ ਡਿਫਾਈਨ ਕਰ ਰਹੇ ਸੀ ਵੀ ਖਾਲਿਸਤਾਨ ਦਾ ਮਤਲਬ ਕੋਈ ਵੱਖਰਾ ਦੇਸ਼ ਨਹੀਂ ਹੈਗਾ, ਰੀਡਿਫਾਈਨ। ਹਾਂ, ਵੀ ਖਾਲਿਸਤਾਨ ਦਾ ਮਤਲਬ ਆ ਕੁਛ ਕੁ ਹੱਕ ਹਕੂਕ ਚਾਹੀਦੇ ਆ, ਵੀ ਗੰਨੇ ਦਾ ਭਾਅ ਵਧਾ ਲਓ ਜਾਂ ਜਿਹੜੇ 3 ਵੇਲੇ ਮਾਫ ਕਰਾ ਲਓ ਜਾਂ ਕੁਛ ਹੋਰ ਪ੍ਰੋਬਲਮਸ ਨੇ ਤੁਹਾਡੀਆਂ ਉਹ ਹੱਲ ਕਰਾ ਲਓ। ਇਹ ਜਿਹੜਾ ਹੈਗਾ ਖਾਲਿਸਤਾਨ ਦੇ ਮੀਨਿੰਗ ਜਸਟ ਇੰਨੇ ਹੀ ਆ। ਤੇ ਦੂਜਾ ਇਹ ਆ ਕਿ ਜਿਹੜੇ ਬੰਦੇ ਜਿਹੜੇ ਹੈਗੇ ਸਿੱਖ ਇਹ ਕੰਮ ਕਰਦੇ ਆ ਜ਼ਿਆਦਾ, ਵੀ ਖਾਲਿਸਤਾਨ ਦਾ ਮਤਲਬ ਜਿਹੜਾ ਹੈਗਾ ਵਾ ਸਟੇਟ ਨਹੀਂ ਹੈ, ਖਾਲਿਸਤਾਨ ਦਾ ਮਤਲਬ ਆ ਸ਼ੁੱਧ।
ਤੇ ਜਿਹੜਾ ਸ਼ੁੱਧ ਹੋਊਗਾ ਉਹ ਰਾਜ ਕਰੂਗਾ। ਇਹ ਵਿਆਖਿਆ ਜਿਹੜੀ ਹੈਗੀ ਆ ਸਟੇਟ ਦੇ ਸੰਦਰਭ ਦੇ ਵਿੱਚ, ਠੀਕ ਹੈ ਖਾਲਸੇ ਦਾ ਮਤਲਬ ਸ਼ੁੱਧ ਆ, ਪਰ ਇਹ ਅਧੂਰੀ ਵਿਆਖਿਆ। ਖਾਲਸਾ ਸ਼ਬਦ ਜਿਹੜਾ ਵਾ ਉਹ ਇੱਕ ਗੁਰੂ ਸਾਹਿਬ ਨੇ ਪਿਓਰਿਟੀ ਲਈ ਨਹੀਂ ਇਕੱਲਾ ਵਰਤਿਆ ਪਰ ਕੱਲੀ ਸ਼ੁੱਧਤਾ ਲਈ ਨਹੀਂ ਵਰਤਿਆ ਹੈਗਾ। ਖਾਲਸਾ ਸ਼ਬਦ ਇੱਕ ਪੰਥ ਲਈ ਵਰਤਿਆ, ਜਿਹੜੀ ਇੱਕ ਜਥੇਬੰਦੀ ਆ ਜਿਹੜੀ ਗੁਰੂ ਸਾਹਿਬ ਦੇ ਤਾਬਿਆ ਹੈਗੀ ਆ, ਤੇ ਉਹਨੂੰ ਅੱਗੇ ਬਖਸ਼ਿਸ਼ ਕੀਤੀ ਆ ਰਾਜ ਕਰੇਗਾ ਖਾਲਸਾ ਦੀ। ਉਹਦਾ ਕੰਮ ਇਹ ਨਹੀਂ ਹੈਗਾ ਵੀ ਮੈਂ ਉਹ ਹਿੰਦੂ ਸ਼ੁੱਧ ਹੋ ਕੇ, ਉਹ ਮੁਸਲਮਾਨ ਸ਼ੁੱਧ ਵੀ, ਉਹ ਵੀ ਸ਼ੁੱਧ ਹੋ ਗਿਆ, ਇਹ ਸਾਰੇ ਹੀ ਸ਼ੁੱਧ ਹੋ ਕੇ ਜਿਹੜੇ ਹੈਗੇ ਆ ਇੰਡੀਆ ਦਾ ਜਿਹੜਾ ਹੈਗਾ ਰਾਜ ਪ੍ਰਬੰਧ ਚਲਾਉਣਗੇ, ਪਰ ਵੱਖਰੀ ਸਟੇਟ ਦੀ ਲੋੜ ਨਹੀਂ ਹੈਗੀ। ਉਹ ਇੱਦਾਂ ਡਿਫਾਈਨ ਕਰਦੇ ਆ ਖਾਲਿਸਤਾਨ ਨੂੰ ਕਿ ਇੱਥੇ ਸ਼ੁੱਧ ਹਿੰਦੂ, ਸ਼ੁੱਧ ਸਿੱਖ, ਸ਼ੁੱਧ ਮੁਸਲਮਾਨ, ਸ਼ੁੱਧ ਈਸਾਈ ਜਾਂ ਹੋਰ ਉਹ ਆਪਸ ਦੇ ਵਿੱਚ ਮਿਲ ਕੇ ਇੱਦਾਂ ਦੀ ਪਾਰਟੀ ਉਸਾਰਨਗੇ ਜਾਂ ਇੱਦਾਂ ਦੀ ਰਾਜ ਪ੍ਰਣਾਲੀ ਉਸਾਰਨਗੇ ਜਿਹਨਾਂ ਇੰਡੀਆ ਦਾ ਪ੍ਰਬੰਧ ਸਾਰਿਆਂ ਦੇ ਲਈ ਜਿਹੜਾ ਹੈਗਾ ਵਾ ਉਹ ਜਿਹੜਾ ਹੈਗਾ ਕਮਾਲ ਦਾ ਬਾਕਮਾਲ ਹੋ ਜਾਊਗਾ। ਇਹ ਸਿੱਧਾ ਸਿੱਖ ਸਟੇਟ ਤੇ ਦਾ ਜਿਹੜਾ ਆਈਡੀਆ ਆਫ ਸਿੱਖ ਸਟੇਟ ਆ ਉਹ ਤੇ ਹਮਲਾ ਵਾ ਜੀ। ਇੱਕ ਗੱਲ ਹੋਰ ਚੱਲਦੀ ਆ ਭਾਰਤੀ ਪੋਲਿਟਿਕਸ ਦੇ ਵਿੱਚ ਪੈਰ ਟਿਕਾ ਕੇ ਰੱਖਣ ਵਾਲਿਆਂ ਦੀ, ਕਿ ਅਸੀਂ ਜੀ ਖੁਦ ਮੁਖਤਿਆਰੀ ਚਾਹੁੰਦੇ ਹਾਂ। ਬੜਾ ਇਹ ਵੀ ਗੱਲ ਅੱਜ ਕੱਲ੍ਹ ਦੁਬਾਰਾ ਸਿਰ ਚੁੱਕ ਰਹੀ ਹੈ, ਕਿਉਂਕਿ ਖੁਦ ਮੁਖਤਿਆਰੀ ਵਾਲੀ ਗੱਲ ਕਿਤੇ ਨਾ ਕਿਤੇ ਅਨੰਦਪੁਰ ਸਾਹਿਬ ਦੇ ਮਤੇ ਦੀ ਕਹਿ ਲਓ ਉਸ ਦੂਜਾ ਰੂਪ ਆ, ਉਹਦਾ ਰੂਪ ਹੈ ਜਾਂ ਉਹਦਾ ਹੀ ਅਗਲਾ ਨਾਮ ਹੋ ਸਕਦਾ ਖੁਦ ਮੁਖਤਿਆਰੀ, ਕਿ ਚਾਰਕ ਪ੍ਰਬੰਧ ਇੰਡੀਅਨ ਸਟੇਟ ਜਾਂ ਸਟੇਟ ਜਿਹੜੀ ਆ ਆਪਣੇ ਕੋਲ ਰੱਖ ਲੈ ਤੇ ਬਾਕੀ ਅਖਤਿਆਰ ਜਿਹੜੇ ਨੇ ਉਹ ਪੰਜਾਬ ਸੂਬੇ ਨੂੰ ਜਾਂ ਇਸ ਸਟੇਟ ਨੂੰ ਦੇ ਦੇਵੇ, ਸਿੱਖ ਸੂਬੇ ਨੂੰ ਦੇ ਦੇਵੇ। ਇਸ ਤੋਂ ਬਾਅਦ ਜਿਹੜੀ ਅੱਜ ਦੇ ਸਮੇਂ 'ਚ ਗੱਲ ਚੱਲ ਰਹੀ ਆ, ਕੁਛ ਬੰਦੇ ਉਸ ਤੋਂ ਸਟੈਪ ਡਾਊਨ ਵੀ ਕਰ ਗਏ, ਪਰ ਫਿਰ ਵੀ ਇਹ ਗੱਲ ਹੋ ਸਕਦਾ ਕਿ ਅੱਗੇ ਪੋਲਿਟਿਕਸ ਦੇ ਵਿੱਚ ਫੇਰ ਦਿਸੇ। ਇਹ ਜਿਹੜਾ ਖੁਦ ਮੁਖਤਿਆਰੀ ਮੰਗਦੇ ਆ, ਇਹਨਾਂ ਤੱਕ ਕੋਈ ਸਵਾਲ ਹੈ ਕਿ ਕਿਹਦੇ ਤੋਂ ਮੰਗ ਰਿਹਾ, ਕੀ ਵਿਦਨ ਇੰਡੀਅਨ ਸਟੇਟ ਖੁਦ ਮੁਖਤਿਆਰੀ ਚਾਹੁੰਦੇ? ਬਿਲਕੁਲ, ਜਿਹੜੀ ਖੁਦ ਮੁਖਤਿਆਰੀ ਆ ਉਹ ਤਾਂ ਸਟੇਟ ਦੇ ਕੋਲ ਹੀ ਚਾਹੀਦੀ ਆ। ਤੇ ਫਿਰ ਉਹ ਖੁਦ ਮੁਖਤਿਆਰੀ ਕਿਵੇਂ ਆ? ਖੁਦ ਮੁਖਤਿਆਰੀ ਦਾ ਮਤਲਬ ਸਿੱਧਾ ਇਹ ਆ ਕਿ ਅਸੀਂ ਸਟੇਟ ਦਾ ਪਾਰਟ ਆ, ਪਰ ਸਾਨੂੰ ਜਿਹੜਾ ਹੈਗਾ ਕੁਛ ਮੱਦਾਂ ਜਾਂ ਕੁਛ ਤੋਂ ਵੱਧ ਮੱਦਾਂ ਜਿਹੜੀਆਂ ਹੈਗੀਆਂ ਵਾ ਉਹਦੇ 'ਚ ਫਰੀडम ਦੇ ਦਿਓ ਸਾਨੂੰ। ਉਹ ਐਕਸਪੀਰੀਅੰਸ ਤਾਂ ਅਸੀਂ ਕਰ ਚੁੱਕੇ ਆ। ਜੇ ਤੁਸੀਂ ਉਹੀ ਐਕਸਪੀਰੀਅੰਸ ਦੁਆਰਾ ਕਰਨੇ ਆ, ਹੁਣ ਮਤਲਬ ਸੰਤ ਜਰਨੈਲ ਸਿੰਘ ਵੇਲੇ ਕਿੱਡਾ ਵੱਡਾ ਐਕਸਪੀਰੀਅੰਸ ਆ, ਕਿੱਡਾ ਵੱਡਾ ਮੋਰਚਾ ਵਾ, ਔਰ ਬੜਾ ਪੀਸਫੁਲ ਮੋਰਚਾ ਉਸ ਵੇਲੇ ਆ, ਕੋਈ ਇਦਾਂ ਦੀ ਗੱਲ ਨਹੀਂ ਹੈਗੀ। ਉਹ ਅਸੀਂ ਐਕਸਪੀਰੀਅੰਸ ਕਰ ਚੁੱਕੇ ਆ। ਸਾਡੇ ਤੋਂ ਜ਼ਿਆਦਾ ਤਾਂ ਤੁਸੀਂ ਕਸ਼ਮੀਰ ਵਾਲਿਆਂ ਨੂੰ ਦੇਖੋ, ਉਹਨਾਂ ਨੇ ਕੀ ਹਸ਼ਰ ਕੀਤਾ। ਉਹਨਾਂ ਕੋਲ ਤਾਂ ਲਿਖਤੀ ਸੀ। ਉਹ ਮੇਰੇ ਕੋਲ ਕਿਤਾਬ ਹੈਗੀ ਆ, ਕਸ਼ਮੀਰ ਡਿਸਪਿਊਟ, 2 ਵੋਲੀਅਮ ਨੇ ਉਹਦੇ ਜੀ। ਉਹ ਉਹਨਾਂ ਦਿਨਾਂ ਦੇ ਵਿੱਚ ਜਦੋਂ ਇੰਡੀਆ ਆਜ਼ਾਦ ਹੋਇਆ ਮਤਲਬ ਅਸੀਂ ਨਹੀਂ ਹੋਏ, ਤੇ ਉਹ ਇੱਕ ਕੁਐਸਚਨ ਪੁੱਛਿਆ ਗਿਆ ਉਹ ਪਾਰਲੀਮੈਂਟ ਦੇ ਵਿੱਚ, ਤਾਂ ਜਿਹੜਾ ਉਸ ਵੇਲੇ ਦਾ ਮਿਨਿਸਟਰ ਸੀ ਇੱਕ ਬੰਦੇ ਨੇ, ਇੱਕ ਪਾਰਲੀਮੈਂਟ ਮੈਂਬਰ ਨੇ ਕਿਹਾ ਕਿ ਤੁਸੀਂ ਇਹਨੂੰ ਜਿਹੜਾ ਹੈਗਾ ਖਤਮ ਕਰ ਦਿਓ। ਉਹ ਕਹਿੰਦਾ ਕਿ ਇਹ ਵਿੱਚ ਬਹੁਤ ਕੁਝ ਖੁਰ ਚੁੱਕਾ ਵਾ ਤੇ ਸਮੇਂ ਦੇ ਨਾਲ ਇਹਨੇ ਆਪੇ ਖਤਮ ਹੋ ਜਾਣਾ। ਤੇ ਉਹ ਸਿੱਧ ਵੀ ਹੋ ਗਿਆ। ਉਹ ਉਸ ਵੇਲੇ ਵੀ ਇਮਾਨਦਾਰ ਨਹੀਂ ਸੀਗੇ, ਜਿਹੜੇ ਵੇਲੇ ਉਹਨਾਂ ਨੇ ਦਿੱਤੀ ਸੀਗੀ ਖੁਦ ਮੁਖਤਿਆਰੀ, ਉਹਨਾਂ ਨੂੰ ਉਸ ਵੇਲੇ ਵੀ ਇਮਾਨਦਾਰ ਨਹੀਂ ਸੀਗੇ ਜੀ। ਆਪਾਂ ਆਖਰ ਦੇ ਵਿੱਚ ਗੱਲਬਾਤ ਦਾ ਆਖਰ ਸ਼ੁਰੂ ਕਰ ਰਹੇ ਹਾਂ ਹੁਣ। ਹਾਂਜੀ, ਕਿ ਮੈਂ ਫੇਰ ਦੁਹਰਾ ਉਸੇ ਗੱਲ ਦਾ, ਸ਼ਾਇਦ ਤੀਸਰੀ ਵਾਰ ਮੇਰਾ ਸਵਾਲ ਆ, ਅਜਿਹੇ ਹਮਲਿਆਂ ਦੀ ਜੜ ਕਿੱਥੇ ਪਈ ਆ? 1955 ਦਾ ਹਮਲਾ, ਜਾਂ ਚਾਹੇ 13 ਸਿੰਘਾਂ ਦੇ ਉੱਤੇ ਵੀ ਹਮਲਾ ਹੋਵੇ, ਉਹ ਵੀ ਧਾਰਮਿਕ ਪ੍ਰੈਕਟਿਸ ਲਈ ਜਾ ਰਹੇ ਸਨ ਕਿ ਤੁਸੀਂ ਸਾਡੇ ਗੁਰੂ ਸਾਹਿਬ ਜੀ ਨੂੰ ਅਪਮਾਨਜਨਕ ਲਫ਼ਜ਼ ਨਾ ਬੋਲੋ। ਜਦੋਂ ਨਕਲੀ ਨਿਰੰਕਾਰੀ ਗੁਰੂ ਸਾਹਿਬ ਜੀ ਦੀ ਬੇਅਦਬੀ ਲਫ਼ਜ਼ਾਂ 'ਚ ਕਰ ਰਹੇ ਸਨ, ਅੰਮ੍ਰਿਤਸਰ 'ਚ ਦੀਵਾਨ ਉਹਨਾਂ ਨੇ ਆਪਣਾ ਲਾਇਆ ਹੋਇਆ ਸੀ। ਜਿਹੜਾ ਅਜਿਹੇ ਹਮਲੇ ਹੁੰਦੇ ਆ, ਜਿਹੜੇ ਇੱਕ ਹਿੰਸਕ ਰੂਪ ਦੇ ਵਿੱਚ ਸਿੱਖਾਂ ਦੇ ਉੱਤੇ ਹੋ ਰਹੇ ਆ, ਅੱਜ ਵੀ ਬੇਅਦਬੀ ਦੇ ਰੂਪ ਦੇ ਵਿੱਚ ਵੀ ਉਹ ਇੱਕ ਹਮਲਾ। ਇਹ ਹਮਲਿਆਂ ਦੀ ਜੜ ਕਿੱਥੇ ਪਈ ਆ? ਕਿਉਂ ਸਿੱਖਾਂ ਨੂੰ ਵਾਰ-ਵਾਰ ਟਾਰਗੇਟ ਕੀਤਾ ਜਾ ਰਿਹਾ? ਇਸ ਦਾ ਕੋਈ ਹੱਲ ਵੀ, ਕੀ ਕੋਈ ਹੱਲ ਬਾਰੇ ਸੋਚਦੇ ਹੋ ਕਿ ਸਿੱਖ ਸੁਖੀ ਵਸ ਸਕਣ, ਤੇ ਜਾਂ ਘੱਟੋ ਘੱਟ ਸਾਡੇ ਪੂਰੀ ਕੌਮ ਨੂੰ, ਜਿੱਥੋਂ ਤੱਕ ਤੁਹਾਡੀ ਆਵਾਜ਼ ਜਾਣੀ ਆ, ਉਦੋਂ ਤੱਕ ਪਤਾ ਲੱਗੇ ਕਿ ਹਮਲੇ ਦੀ ਜੜ ਕਿੱਥੇ ਪਈ ਹੈ? ਦੇਖੋ, ਇਹ ਗੱਲ ਇਹ ਆ ਕਿ
ਜਿਹੜਾ ਇੱਥੇ ਵਿਪਰ ਸੰਸਕਾਰੀ ਬਹੁ ਗਿਣਤੀ ਸਮਾਜ ਰਹਿੰਦਾ, ਇਹ ਸਾਨੂੰ ਇਹ ਗੱਲ ਸਮਝਣੀ ਪੈਣੀ ਹੈ ਕਿ ਸਾਡੀ ਉਹਦੇ ਨਾਲ ਕੋਈ ਹਿਸਟੋਰੀਕਲ ਪ੍ਰੋਬਲਮ ਕਿ ਹਿਸਟਰੀ ਦੇ ਕਿਸੇ ਪੀਰੀਅਡ ਦੇ ਵਿੱਚ ਜਾ ਕੇ ਸਾਡਾ ਤੇ ਉਹਨਾਂ ਦਾ ਟਕਰਾਅ ਹੋ ਗਿਆ, ਫਿਰ ਉਹਦੀ ਇੱਕ ਲਗਾਤਾਰਤਾ ਤੁਰ ਪਈ, ਜਾਂ ਵਿਚਾਰਧਾਰਕ ਆ। ਬਹੁਤਾ ਕਰਕੇ ਇਹਨੂੰ ਹਿਸਟੋਰੀਕਲ ਲਿਆ ਜਾਂਦਾ ਜੀ ਕਿ ਅੰਗਰੇਜ਼ਾਂ ਦੇ ਵੇਲੇ ਆਰੀਆ ਸਮਾਜ ਤੇ ਇਧਰੋਂ ਸਿੰਘ ਸਭਾ ਲਹਿਰ, ਆਰੀਆ ਸਮਾਜੀਆਂ ਨੇ ਜਾਂ ਉਹਨਾਂ ਨੇ ਜਿਹੜਾ ਬਸਤੀਵਾਦੀ ਕਲੋਨੀਅਲ ਜਿਹੜਾ ਸੀਗਾ ਉਹਨਾਂ ਦਾ ਸੋਚਣ ਦਾ ਤਰੀਕਾ, ਜਿਹੜਾ ਬਸਤੀਵਾਦੀ ਸੋਚ ਪ੍ਰਬੰਧ ਜਿਹੜਾ ਸੀਗਾ, ਤੇ ਉਹਦੇ ਅਧੀਨ ਹਿੰਦੂਇਜ਼ਮ ਦੀ ਵਿਆਖਿਆ ਸ਼ੁਰੂ ਕਰਦੀ, ਇੱਧਰੋਂ ਸਿੱਖਾਂ ਨੇ ਕਰਤੀ। ਤੁਸੀਂ 19ਵੀਂ ਸਦੀ ਦੇ ਆਖਰ ਦੀ ਗੱਲ ਹਾਂਜੀ ਹਾਂਜੀ, ਵੀ ਉੱਥੋਂ ਇੱਕ ਸਿੱਖ ਤੇ ਹਿੰਦੂ ਕਲੈਸ਼ ਸ਼ੁਰੂ ਹੋ ਗਿਆ, ਤੇ ਉਸ ਤੋਂ ਬਾਅਦ ਫਿਰ ਮਤਲਬ ਇਹਦੀ ਲਗਾਤਾਰਤਾ ਕਦੀ ਘੱਟ ਕਦੀ ਵੱਧ ਇਹ ਚੱਲਦੀ ਰਹੀ ਜੀ। ਫਿਰਕੂ ਬੰਦੇ ਜੀ ਦੋਨੇ ਪਾਸੇ ਆ, ਕਦੀ ਕੋਈ ਹਾਵੀ ਹੋ ਜਾਂਦਾ ਕਦੀ ਕੋਈ ਹਾਵੀ ਹੋ ਜਾਂਦਾ। ਇਦਾਂ ਦੀ ਇੱਕ ਵਿਆਖਿਆ ਦੇ ਕੇ ਸਿੱਖਾਂ ਨੂੰ, ਯਾਨੀ ਜ਼ਾਲਮ ਨੂੰ, ਜਿਹੜਾ ਵਿਕਟਮ ਆ, ਜਿਹੜਾ ਤਸ਼ੱਦਦ ਸਹਿ ਰਿਹਾ, ਉਹਨੂੰ ਜ਼ਾਲਮ ਦੇ ਬਰਾਬਰ ਕਰ ਦਿੱਤਾ ਜਾਂਦਾ। ਇਹ ਕੌਣ ਵਿਆਖਿਆ ਕੌਣ ਦੇ ਰਿਹਾ? ਇਹ ਜਿਹੜੀ ਵਿਆਖਿਆ ਵਾ, ਜੇ ਤੁਸੀਂ ਦੇਖੋ ਤੇ ਜਿਹੜਾ ਹੈਗਾ ਵਾ ਮੰਡੇਰ ਨੇ ਇਹ ਗੱਲ ਲਿਆਂਦੀ, ਮੰਡੇਰ ਨੇ ਵੀ ਇਹੀ ਕਹੀ ਹੈ ਗੱਲ, ਜਿਹੜੀ ਹੈਗੀ ਆ ਕਿ ਇਹ ਕਲੋਨੀਅਲ ਜਿਹੜੀ ਹੈਗੀ ਆ ਉਹਦੇ ਵਿੱਚ ਕਲੋਨੀਅਲ ਥਾਟ ਚੋਂ ਗੱਲਾਂ ਆ ਰਹੀਆਂ ਨੇ। ਜਿਹੜਾ ਨਾਥ ਪ੍ਰਗਾਸ ਵਾਲਾ ਗਰੁੱਪ ਆ, ਇਹ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ, ਤੇ ਹੋਰ ਕਈ ਗਰੁੱਪ ਨੇ ਜਿਹੜੇ ਇਹੋ ਜਿਹੀਆਂ ਗੱਲਾਂ ਕਰਦੇ ਨੇ। ਤੇ ਦੂਸਰੀ ਗੱਲ ਜਿਹੜੀ ਹੈਗੀ ਆ ਉਹ ਇਹ ਆ ਕਿ ਵਿਚਾਰਧਾਰਕ ਹੈਗੀ, ਉਹ ਮੰਨਦੇ ਕਿ ਵਿਚਾਰਧਾਰਕ ਨਹੀਂ ਹੈਗਾ, ਕਿਉਂਕਿ ਸਿੱਖੀ ਤੇ ਹਿੰਦੂਇਜ਼ਮ ਬਹੁਤ ਨੇੜਤਾ। ਵੈਸੇ ਕੋਈ ਧਰਮ ਦੇ ਖੇਤਰ ਦਾ ਵਿਦਿਆਰਥੀ ਇਹਦਾ ਆਨਸਰ ਦੇਵੇ ਤਾਂ ਜ਼ਿਆਦਾ ਵਧੀਆ ਗੱਲ ਹੋਊਗੀ ਜੀ, ਪਰ ਆਪਾਂ ਜਦੋਂ ਦੇਖਦੇ ਹਾਂ ਕਿ ਗੁਰੂ ਸਾਹਿਬ ਨੇ ਸਪਸ਼ਟ ਐਲਾਨ ਕਰ ਦਿੱਤਾ ਕਿ ਸਿੱਖ ਜਿਹੜੇ ਹੈਗੇ ਉਹ ਵੱਖਰੀ ਆਇਡੈਂਟੀਟੀ ਆ। ਹਿਸਟਰੀ 'ਚ ਵੀ ਇਹ ਗੱਲ ਐਸਟੈਬਲਿਸ਼ ਹੋ ਗਈ, ਸਿਧਾਂਤ ਦੇ ਪੱਖ ਤੋਂ ਤਾਂ ਹੈਗੀ ਆ, ਗੁਰਬਾਣੀ 'ਚ ਵੀ ਨਾ ਹਿੰਦੂ ਨਾ ਮੁਸਲਮਾਨ, ਉਹ ਐਸਟੈਬਲਿਸ਼ ਆ ਗੱਲ ਜਿਹੜੀ ਹੈਗੀ ਆ। ਤੇ ਫਿਰ ਜਿਹੜੀਆਂ ਇਹਨਾਂ ਦੇ ਪ੍ਰੈਕਟਿਸ ਨੇ, ਬੁੱਤ ਵਾਲੇ ਕਰਮਕਾਂਡ ਵਾਲੇ ਪ੍ਰੈਕਟਿਸ ਨੇ ਇਹਨਾਂ ਦੇ ਜਿਹੜੇ, ਉਹਨਾਂ ਦੇ ਵਿੱਚ ਸਿੱਖਾਂ ਦਾ ਕੋਈ ਵੀ ਯਕੀਨ ਨਹੀਂ, ਦੇਵੀ ਦੇਵਤਿਆਂ ਦੇ ਕੋਈ ਯਕੀਨ ਨਹੀਂ ਹੈਗਾ, ਇੱਕ ਅਕਾਲ ਪੁਰਖ ਦੇ ਵਿੱਚ ਯਕੀਨ ਆ ਜੀ। ਉਹਨਾਂ ਦਾ ਜਿਹੜਾ ਰੱਬ ਦੇ ਵਿੱਚ ਯਕੀਨ ਆ, ਉਹ ਪ੍ਰੋਫੈਸਰ ਹਰਵਿੰਦਰ ਸਿੰਘ ਮਹਿਬੂਬ ਹੋਣਾ ਦੇ ਜਿਹੜੇ ਬੇਟੀ ਆ, ਉਹਨਾਂ ਦਾ ਥੀਸਿਸ ਆ, ਉਹਦੇ ਵਿੱਚ ਉਹ ਦੱਸਦੇ ਨੇ, ਉਹਨਾਂ ਨੇ ਵੇਦ ਨੂੰ ਕੋਟ ਕੀਤਾ ਇੱਕ ਜਗ੍ਹਾ, ਵੀ ਉਹਦੇ ਵਿੱਚ ਉਹ ਦੱਸਦੇ ਨੇ ਕਿ ਜਿਹੜਾ ਬ੍ਰਹਮ ਉਹ ਵੱਖਰੀ ਹਸਤੀ ਹੈ, ਜਿਹੜਾ ਪਦਾਰਥ ਆ ਉਹ ਵੱਖਰੀ ਹਸਤੀ ਆ। ਯਾਨੀ ਕਿ ਪਦਾਰਥ ਵੀ ਇੰਡੀਪੈਂਡੈਂਟ ਆ, ਜਿੱਦਾਂ ਅਕਾਲ ਪੁਰਖ ਬ੍ਰਹਮ, ਜਾਣੀ ਕਿ ਜਿੱਦਾਂ ਬ੍ਰਹਮ ਹਮੇਸ਼ਾ ਹੀ ਕਾਇਮ ਰਹਿਣ ਵਾਲਾ, ਇੱਦਾਂ ਹੀ ਪਦਾਰਥ ਵੀ ਹਮੇਸ਼ਾ ਕਾਇਮ ਰਹਿਣ ਵਾਲੀ ਸ਼ੈ ਆ। ਸਿੱਖੀ 'ਚ ਤਾਂ ਇੱਦਾਂ ਨਹੀਂ ਨਾ ਹੈਗੀ, ਸਿੱਖੀ 'ਚ ਤਾਂ ਅਕਾਲ ਪੁਰਖ ਸਿਰਜਣਾ ਕਰਦਾ ਜੀ। ਇਹ ਥੋੜ੍ਹਾ ਵੀ ਪਦਾਰਥ ਕੋਈ ਵੱਖਰੀ ਹਸਤੀ ਆ ਤੇ ਉਸ ਹਸਤੀ ਤੋਂ ਅਕਾਲ ਪੁਰਖ ਨੇ ਮਤਲਬ ਸਿਰਜਣਾ ਕਰ ਦਿੱਤੀ। ਸੋ ਇਹ ਦੂਜੀ ਜਿਹੜੀ ਵੱਡੀ ਗੱਲ ਆ, ਉਹ ਜਿਹੜੀ ਜ਼ਿਆਦਾ ਇੰਪੋਰਟੈਂਟ ਆ, ਉਹ ਇਹ ਹੈ ਕਿ ਹਿੰਦੂਇਜ਼ਮ ਦੇ ਵਿੱਚ ਮੈਂ ਗੱਲ ਨੋਟ ਕੀਤੀ ਹੈ ਕਿ ਗੁਰਬਾਣੀ ਜਿਸ ਬੁਲੰਦੀ ਤੇ ਜਾਂਦੀ ਆ, ਜਿਹੜਾ ਸਪਿਰਚੁਅਲ ਪੱਖ ਆ ਉਹਦੇ ਸਾਹਮਣੇ ਨਾ ਜਿਹੜਾ ਤਰਕਵਾਦੀ ਬ੍ਰਾਹਮਣੀਕਲ ਸਮਾਜ ਆ, ਉਹ ਹਾਰਿਆ ਮਹਿਸੂਸ ਕਰਦਾ। ਫਿਰ ਜਦੋਂ ਹਾਰਿਆ ਮਹਿਸੂਸ ਕਰਦਾ ਨਾ, ਉਹਦੇ ਕੋਲ ਵੱਡਾ ਤਰਕ ਤਾਂ ਹੁੰਦਾ ਨਹੀਂ ਕੋਈ, ਉਹ ਫਿਰ ਨੀਵੇਂ ਦਰਜੇ ਦੇ, ਨੀਵੇਂ ਧਰਾਤਲ ਤੇ ਤਲ ਤੇ ਆ ਜਾਂਦਾ। ਫਿਰ ਕੀ ਹੁੰਦਾ? ਫਿਰ ਨਿਰੰਕਾਰੀ ਕਾਂਡ ਹੁੰਦਾ।
ਜਦੋਂ ਤੁਸੀਂ ਇਹ ਕਿਹਾ ਕਿ ਉਹ ਹਾਰਿਆ ਮਹਿਸੂਸ ਕਰਦਾ, ਫਿਰ ਉਹ ਇੱਕ ਵਿਆਖਿਆ ਵੀ ਦਿੰਦਾ ਕਿ ਗੁਰਬਾਣੀ ਵੇਦਾਂ ਦਾ ਸਾਰ ਹੈ। ਵੇਦਾਂ ਦਾ ਸਾਰ ਆ। ਤੇ ਉਹ ਫਿਰ ਕੀ ਕਰਦਾ ਵੀ ਸਿਰਸੇ ਵਾਲੇ ਸਾਧ ਨੂੰ ਥਾਪੜਾ ਦਿੰਦਾ ਵੀ ਤੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਰਾਬਰੀ ਕਰ। ਆਸ਼ੂਤੋਸ਼ ਵਰਗੇ ਨੂੰ ਥਾਪੜਾ ਦਿੰਦਾ ਵੀ ਸਿੱਖੀ ਦਾ ਵਿਰੋਧ ਕਰ। ਇਹ ਜਿਹੜੇ ਡੇਰੇ ਨੇ ਜਸਟ ਮਤਲਬ ਕਮਾਈ ਦਾ ਸਾਧਨ ਨਹੀਂ ਹੈਗੇ, ਇਹ ਜਿਹੜੀ ਉਹਦੀ ਖੁੰਨਸ ਆ ਨਾ, ਮਤਲਬ ਉਹ ਕੱਢਦਾ ਇਹਦੇ ਜ਼ਰੀਏ। ਉਹ ਫਿਰ ਜਿਹੜਾ ਹੈਗਾ ਵਾ ਆਪਣੇ ਜਿਸਮ ਨਾਲ ਜੋੜਦੇ ਆ ਵੀ ਇਹ ਗੁਰਬਾਣੀ ਨਹੀਂ ਹੈਗੀ, ਅਸੀਂ ਗੁਰੂਆਂ ਸੋ। ਜਿਵੇਂ ਕਿ ਰਾਧਾ ਸੁਆਮੀ। ਹਾਂ, ਰਾਧਾ ਸੁਆਮੀ ਉਹ ਹਰੇਕ ਸੈਕਟ ਆਪਣੇ ਤਰੀਕੇ ਨਾਲ ਹਮਲਾ ਕਰਦੀ ਆ। ਕਈ ਅੱਤ ਸ਼ਾਂਤ ਰਹਿ ਗਏ, ਅੱਤ ਹਮਲਾਵਰ ਹੋ ਜਾਂਦੇ ਆ, ਤਰੀਕਾ ਉਹਨਾਂ ਦਾ। ਕਈ ਸਿੱਧੇ ਹੀ ਹਮਲਾਵਰ ਹੋ ਜਾਂਦੇ ਨੇ। ਸੋ ਇਹ ਜਿਹੜੀਆਂ ਗੱਲਾਂ ਨੇ ਇਹਦੇ ਮਤਲਬ ਵਿਚਾਰਧਾਰਕ ਕਾਰਨ, ਤੇ ਵਿਚਾਰਧਾਰਕ ਕਾਰਨਾਂ ਦੇ ਵਿੱਚੋਂ ਅੱਗੇ ਹਿਸਟੋਰੀਕਲ ਤਾਂ ਫਿਰ ਨਿਕਲਣਾ ਹੀ ਹੈ। ਤੁਹਾਡਾ ਜਿਹੜਾ ਹੈਗਾ ਉਹ ਜੰਗ ਤਾਂ ਹੋਣੀ ਹੀ ਹੋਣੀ ਹੈ, ਜੰਗ ਤਾਂ ਜਿਸਮਾਂ ਨੇ ਕਰਨੀ ਹੈ। ਜਿਹੜਾ ਅਫਜ਼ਲ ਐਸਰ ਰੰਧਾਵਾ ਬੋਲਦਾ 5 ਸਦੀਆਂ ਦਾ ਪੈਰ, ਹਾਂਜੀ, ਉਹਦਾ ਮੁੱਢ, ਇਸ ਹਮਲੇ ਦਾ ਮੁੱਢ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਦੇ ਨਾਲ ਹੀ ਸ਼ੁਰੂ ਹੋ ਜਾਂਦਾ। ਹਾਂ, ਬਿਲਕੁਲ। ਇਹ ਜਿਹੜੀ ਗੱਲ ਉਹਨੇ ਫੜੀ ਆ ਨਾ, ਆਪਾਂ ਦੇਖਿਆ ਵੀ ਇੱਥੇ ਆਪਣੇ ਵੀ ਬੜੇ ਲੇਖਕ ਹੈਗੇ ਹੋਏ ਨੇ, ਪਰ ਜਿਸ ਤਰੀਕੇ ਨਾਲ ਉਹਨੇ ਗੱਲ ਫੜੀ ਆ ਇਹ, ਉਹ ਉਹਦਾ ਕੋਈ ਫੜ ਨਹੀਂ ਸਕਿਆ। ਤੇ ਮਤਲਬ ਜਿੱਦਾਂ ਗੁਰੂ ਸਾਹਿਬ ਵੇਲੇ ਮੁਸਲਮਾਨ ਹੁੰਦੇ ਸੀ, ਉਹ ਗੁਰੂ ਸਾਹਿਬ ਦੇ ਵੀ ਉਪਾਸ਼ਕ ਹੁੰਦੇ ਸੀ, ਮੁਸਲਮਾਨ ਧਰਮ 'ਚ ਵੀ ਰਹਿੰਦੇ ਸੀ। ਮੈਨੂੰ ਲੱਗਦਾ ਵੀ ਕਈ ਵਾਰੀ ਮੈਂ ਸੋਚਦਾ ਹੁੰਦਾ, ਮੈਂ ਗਲਤ ਵੀ ਹੋ ਸਕਦਾ, ਕੋਈ ਦਾਅਵੇ ਨਾਲ ਨਹੀਂ ਇਹ ਗੱਲ ਕਹਿੰਦਾ ਮੈਂ, ਵੀ ਅਫਜ਼ਲ ਐਸਰ ਰੰਧਾਵਾ ਕੋਈ ਇਹੋ ਜਿਹਾ ਹੀ ਮੁਸਲਮਾਨ ਸੀ। ਨਹੀਂ, ਉਹਨਾਂ ਕਿਹਾ ਕੋਈ ਗੱਲ ਨੂੰ ਜੋੜਦੇ ਆਓ। ਹਾਂ, ਸਿੱਖੀ ਦਾ ਜਿੱਥੋਂ ਸ਼ੁਰੂਆਤ ਹੋਈ ਉੱਥੋਂ ਗੱਲ ਨੂੰ ਜੋੜਦੇ ਅਫਜ਼ਲ ਸਾਹਿਬ ਜੀ। ਇਹ ਗੱਲ ਤੁਹਾਡੀ ਸਹੀ ਹੈ। ਇਹ ਉਹ ਜਿੱਦਾਂ ਸਾਈਂ ਮੀਆਂ ਮੀਰ ਜੀ ਦੇ ਬਰਾਬਰ ਨਹੀਂ ਮੈਂ ਕਰਦਾ, ਪਰ ਗੁਰੂ ਨਾਲ ਵੀ ਪਿਆਰ, ਸਿੱਖੀ ਨਾਲ ਵੀ ਪਿਆਰ, ਆਪਣੇ ਧਰਮ ਦੇ ਵਿੱਚ ਵੀ ਰਹਿਣਾ। ਤੇ ਸਿੱਖੀ ਦੇ ਵਿੱਚ ਇਹ ਗੱਲ ਹੈ ਵੀ ਆ ਕਿ ਅਸੀਂ ਜ਼ਬਰਦਸਤੀ ਕੋਈ ਕਨਵਰਸ਼ਨ ਵਾਲੀ ਗੱਲ ਨਹੀਂ ਹੈਗੀ ਸਾਡੇ ਵਿੱਚ। ਤਕਰੀਬਨ ਅਸੀਂ ਤੁਹਾਡੀਆਂ ਜਿਹੜੇ ਇੱਕ ਪੋਲੀਟੀਕਲ ਵਿਸ਼ਲੇਸ਼ਣ ਵਜੋਂ ਵੀ ਤੁਹਾਡੀਆਂ ਗੱਲਾਂ ਸੁਣੀਆਂ, ਰਾਜਨੀਤਿਕ ਵਿਸ਼ਲੇਸ਼ਣ ਵਜੋਂ ਵੀ, ਵਿਸ਼ਲੇਸ਼ਕ ਵਜੋਂ ਵੀ। 1955 ਦੇ ਹਮਲੇ ਬਾਰੇ ਤੁਸੀਂ ਗੱਲਾਂ ਕਹੀਆਂ, 1984 ਦੇ ਸੰਦਰਭ ਦੇ ਵਿੱਚ ਵੀ ਕਹੀਆਂ, ਟੋਟਲ ਹਮਲਿਆਂ ਬਾਰੇ ਵੀ, ਜਾਂ ਹਿੰਦੂ ਦੀ ਮਾਨਸਿਕਤਾ ਦੀ ਗੱਲ ਵੀ ਕੀਤੀ। ਮੈਨੂੰ ਲੱਗਦਾ ਕਿ ਤਕਰੀਬਨ ਸਵਾਲ ਹੋ ਚੁੱਕੇ ਆ ਜੋ ਹੋਣੇ ਚਾਹੀਦੇ ਸੀ। ਇੱਕ ਗੱਲ ਮੈਨੂੰ ਲੱਗਦਾ ਕਿ ਤੁਸੀਂ ਵੀ ਜਦੋਂ ਮੈਂ ਕਹੂੰਗਾ ਤੇ ਤੁਹਾਡਾ ਖਿਆਲ ਮੇਰੇ ਨਾਲ ਮਿਲ ਜੂਗਾ, ਇੱਕ ਮਹਾਸ਼ਾ ਪ੍ਰੈਸ ਦਾ ਰੋਲ ਜਦੋਂ ਅਜਿਹੇ ਹਮਲੇ ਹੁੰਦੇ ਆ। ਇੱਕ ਤਾਂ ਤੁਸੀਂ ਕਿਹਾ ਕਿ ਭੀਮ ਸੈਨ ਸੱਚਰ ਨੇ ਉਸ ਵੇਲੇ ਸਟੇਟ ਦਾ ਜਿਹੜਾ ਆਗੂ ਸੀ, ਉੱਥੇ ਮੁਖੀ ਸੀ ਉਸ ਵੇਲੇ ਦਾ, ਉਹਨੇ ਮੀਡੀਆ ਨੂੰ ਰੋਕਿਆ ਕਿ ਸੱਚ ਜਿਹੜਾ ਵਾ ਉਹ ਸਿੱਖਾਂ ਤੱਕ ਨਾ ਪਹੁੰਚ ਸਕੇ ਤਾਂ ਜੋ ਉਹਦਾ ਰਿਐਕਸ਼ਨ ਨਾ ਆ ਸਕੇ। ਪਰ ਇਸ ਤੋਂ ਪਹਿਲਾਂ ਜੇ ਕਹਿ ਦਈਏ ਕਿ ਨਾ ਉਹ ਅਖਬਾਰਾਂ ਰੋਕਦਾ, ਤੇ ਜਿਹੜੇ ਪੰਜਾਬੀ ਸੂਬਾ ਮੋਰਚੇ ਦੀ ਵਿਰੋਧਤਾ ਕਰ ਰਹੇ ਸਨ, ਚਾਹੇ ਉਹ ਆਰਿਆ ਸਮਾਜੀ ਦੇ ਰੂਪ ਦੇ ਵਿੱਚ, ਮਾਸ਼ਾ ਪ੍ਰੈਸ ਦੇ ਰੂਪ ਦੇ ਵਿੱਚ, ਜਾਂ ਹਿੰਦੂ ਮਾਈਂਡਸੈਟ ਦੇ ਤੌਰ ਤੇ, ਮੈਂ ਜਿਹੜੀ ਜਲੰਧਰ ਦੀ ਮੌਜੂਦਾ ਮਾਸ਼ਾ ਪ੍ਰੈਸ ਆ ਜਿਹੜੀ ਲਾਹੌਰ ਤੋਂ ਉੱਠ ਕੇ ਆਈ, ਉਹਨਾਂ ਦਾ ਇਸ ਸਾਰੇ ਪਿਛਲੇ ਦਹਾਕਿਆਂ ਦੌਰਾਨ ਜਿਹੜਾ ਰੋਲ ਉਹ ਕਿਹੋ ਜਿਹਾ, ਤੇ ਤੁਹਾਡੇ ਲਫ਼ਜ਼ਾਂ 'ਚ ਉਹਦੀ ਵਿਆਖਿਆ ਕੀ ਆ? ਦੇਖੋ, ਮਹਾਸ਼ਾ ਪ੍ਰੈਸ ਨੂੰ ਜੇ ਤੁਸੀਂ ਦੇਖੋਗੇ, ਉਹਦਾ ਤਾਂ ਸ਼ੁਰੂ ਤੋਂ ਜਿਹੜਾ ਰੋਲ ਆ ਤੇ ਅੱਜ ਤੱਕ, ਜਾਣੀ ਕਿ ਆਪਾਂ ਅਖਬਾਰਾਂ ਜਾਣਦੇ ਹਾਂ ਕਿਹੜੀਆਂ, ਹੁਣ ਤਾਂ ਹਿੰਦੀ ਦੀਆਂ ਹੋਰ ਅਖਬਾਰਾਂ ਵੀ ਇੱਥੇ ਆ ਕੇ ਐਸਟੈਬਲਿਸ਼ ਹੋ ਗਈਆਂ ਨੇ, ਉਹ ਤੇ ਉਹਨਾਂ ਦਾ ਰੋਲ ਬਿਲਕੁਲ ਸਪਸ਼ਟ ਆ ਜਿਹੜਾ ਹੈਗਾ ਕਿ ਸਿੱਖੀ ਦਾ ਵਿਰੋਧ ਜਿਹੜਾ ਹੈਗਾ ਵਾ ਉਹ ਕਿੱਦਾਂ ਕਰਨਾ ਤੇ ਇਹਨੂੰ ਖਾਣਾ ਕਿੱਦਾਂ ਵਾ। ਇਹ ਮਤਲਬ ਦੋ ਗੱਲਾਂ ਨਾ, ਕਿ ਇੱਕ ਤਾਂ ਇਹਦੇ ਜਿਹੜਾ ਜਰਖੇਜ਼ ਹਿੱਸਾ, ਉਹਨੂੰ ਤਾਂ ਹਮੇਸ਼ਾ ਉਹਦੇ ਤੇ ਅਟੈਕ ਰੱਖਣਾ, ਜਿਨ੍ਹਾਂ ਨੂੰ ਅੱਤਵਾਦੀ ਕਹਿੰਦੇ ਆ, ਵੱਖਵਾਦੀ ਜਾਂ ਗਰਮ ਖਿਆਲੀ, ਕਿੰਨੇ ਸ਼ਬਦ ਰੱਖੇ ਹੋ ਆ, ਉਹਨੂੰ ਤਾਂ ਲਗਾਤਾਰ ਹਮਲੇ ਹੇਠ ਰੱਖਣਾ। ਤੇ ਜਿਹੜੇ ਦੂਜੇ ਨੇ, ਜਿਹੜੇ ਮਤਲਬ ਜੈ ਭਾਰਤ ਵਾਲੇ ਨੇ, ਜੈ ਹਿੰਦ ਵਾਲੇ ਨੇ, ਉਹਨਾਂ ਪ੍ਰਤੀ ਇੱਕ ਵੱਖਰਾ ਰਵੱਈਆ ਜਿਹੜਾ ਹੈਗਾ ਉਹ ਰੱਖਦੇ ਨੇ। ਹੁਣ ਜਿੱਦਾਂ ਇਹ ਜਗਬਾਣੀ ਵਾਲੇ ਨੇ, ਇਹ ਹਰ ਸਾਲ ਉਹ ਸ਼ਹੀਦੀ ਫੰਡ ਵਾਲਾ ਉਹ ਕਰਾਉਂਦੇ ਨੇ, ਜਿਹਨੂੰ ਕਹਿੰਦੇ ਆ ਸ਼ਹੀਦੀ ਫੰਡ। ਹੁਣ ਉੱਥੇ ਅਕਾਲੀ ਵੀ ਗੇੜਾ ਲਾ ਜਾਂਦੇ ਆ,
ਤੇ ਜਿਹੜਾ ਉੱਥੇ ਜਾ ਜਾਂਦਾ ਉਹ ਸੈਕੂਲਰ ਹੋ ਜਾਂਦਾ ਤੇ ਵਧੀਆ ਇਨਸਾਨ ਹੋ ਜਾਂਦਾ ਉਹ। ਸੋ ਇਹ ਜਿਹੜੀ ਪ੍ਰੈਸ ਆ, ਜੇ ਇਹ ਅੱਗ ਨਾ ਲਾਉਂਦੀ, ਆਪਾਂ ਜਾਣਦੇ ਆ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਜਗਬਾਣੀ ਅਖਬਾਰ ਜਿਹੜੀ ਸੀ, ਬਾਕੀ ਅਖਬਾਰਾਂ ਨਹੀਂ ਸੀ ਉਹ ਦੇਖਦੇ, ਜਗਬਾਣੀ ਅਖਬਾਰਾਂ ਪੜ੍ਹਦੇ ਹੁੰਦੇ ਸੀਗੇ। ਇਸ ਪ੍ਰੈਸ ਨੇ ਇੱਕ ਪੂਰਾ ਮਾਹੌਲ ਬਣਾਇਆ, ਪਰ ਇਹ ਜਿਹੜਾ ਮਾਹੌਲ ਬਣਿਆ ਨਾ, ਇਹ ਨਾ ਸਮਝਿਆ ਜਾਵੇ ਕਿ ਉਹ ਖਿਲਾਅ ਚੋਂ ਮਾਹੌਲ ਬਣਿਆ ਵੀ ਪਹਿਲਾਂ ਕੁਛ ਨਹੀਂ ਸੀ। ਮਹਾਸ਼ਾ ਪ੍ਰੈਸ ਆਈ, ਉਹਨੇ ਉਸ ਸਮਾਜ ਨੂੰ ਧਾਰ ਦੇ ਕੇ ਸਾਡੇ ਖਿਲਾਫ ਖੜਾ ਕਰਤਾ। ਉੱਥੇ ਪਹਿਲਾਂ ਹੀ ਆਲਰੇਡੀ ਉਹ ਸੋਚ ਪਈ ਹੋਈ ਸੀ। ਮਹਾਸ਼ਾ ਪ੍ਰੈਸ ਨੇ ਉਹਨੂੰ ਜਿਹੜਾ ਹੈਗਾ ਵਾ ਹੋਰ ਮਜ਼ਬੂਤ ਕੀਤਾ, ਉਹਨੂੰ ਦਲੀਲਾਂ ਦਿੱਤੀਆਂ, ਸਾਨੂੰ ਬਦਨਾਮ ਕੀਤਾ। ਸੋ ਇਹਨੂੰ ਇੱਕ ਇਸ ਤਰ੍ਹਾਂ ਮਤਲਬ ਕਈ ਵਾਰੀ ਐਂ ਵੀ ਲੈ ਲਿਆ ਜਾਂਦਾ ਕਿ ਇਹ ਪ੍ਰੈਸ ਕਰਕੇ ਹੀ ਇਹ ਸਾਰਾ ਕੁਝ ਵਾਪਰ ਰਿਹਾ ਸ਼ਾਇਦ। ਇਸ ਤੋਂ ਪਹਿਲਾਂ ਦੇ ਜਿਹੜੇ 40 ਸਾਲ ਤਾਂ ਤਕਰੀਬਨ ਮੌਜੂਦਾ ਸੰਘਰਸ਼ ਦੇ ਪੈਰ ਧਰਾਵੇ ਨੂੰ ਹੋ ਚੁੱਕੇ ਆ। 1978 ਤੋਂ ਲੈ ਕੇ ਆਪਾਂ ਹੁਣ ਤੱਕ ਦੀ ਗੱਲ ਜਿਹੜੀ ਕੀਤੀ ਆ, ਜਿਹੜਾ 1955 ਦਾ ਰੋਲ ਜਾਂ 47 ਤੋਂ ਬਾਅਦ ਤੁਰੰਤ ਹੋ ਗਿਆ, ਉਹਦੇ ਬਾਰੇ ਜ਼ਰੂਰ ਦੱਸੋ ਕਿ ਇਸ ਪ੍ਰੈਸ ਦਾ, ਕਿਉਂਕਿ ਅਖਬਾਰ ਪੁਰਾਣਾ ਵਾ, ਤੇ ਇਹਦਾ ਰੋਲ ਕਿੱਦਾਂ ਦਾ ਰਿਹਾ 1978 ਤੇ 47 ਦੇ ਵਿਚਲਾ ਦ੍ਰਿਸ਼। ਦੇਖੋ ਇਹ ਜਿਹੜਾ ਹੈਗਾ, ਕਿਉਂਕਿ ਮੇਰੇ ਰਿਸਰਚ ਦਾ ਵਿਸ਼ਾ ਨਹੀਂ ਇਹ ਰਿਹਾ ਜੀ, ਹਾਲੇ ਤੱਕ ਨਹੀਂ ਹੈਗਾ, ਪਰ ਜਦ ਮੈਂ ਪੁਰਾਣੇ ਪੱਤਰਕਾਰਾਂ ਨੂੰ ਮਿਲਦਾ, ਸਿੱਖ ਪੱਤਰਕਾਰਾਂ ਨੂੰ ਮਿਲਦਾ, ਜੋ ਉਹ ਮੈਨੂੰ ਦੱਸਦੇ ਨੇ, ਤੇ ਉਹਨਾਂ ਦਾ ਕਹਿਣਾ ਸੀਗਾ ਕਿ ਇੱਕ ਪਾਸੇ ਮਤਲਬ ਇੱਦਾਂ ਦੇ ਹਾਲਾਤ ਹੁੰਦੇ ਸੀ। ਅੱਜ ਨਹੀਂ ਉੱਦਾਂ ਦੇ ਹਾਲਾਤ ਹੈਗੇ, ਕਿਉਂਕਿ ਅੱਜ ਕੋਈ ਇੱਕ ਦੋ ਅਖਬਾਰਾਂ ਨੂੰ ਛੱਡ ਕੇ ਕੋਈ ਸਿੱਖ ਪ੍ਰੈਸ ਕਹਾਉਣ ਦੇ ਕਾਬਿਲ ਨਹੀਂ ਹੈਗੀ ਅਖਬਾਰ। ਵੀ ਇੱਕ ਪਾਸੇ ਮਤਲਬ ਜਿਹੜਾ ਸੀਗਾ ਸਿੱਖ ਪੁਆਇੰਟ ਆਫ ਵਿਊ ਆਉਂਦਾ ਹੁੰਦਾ ਸੀ ਇੱਕ ਦਿਨ, ਦੂਜੇ ਦਿਨ ਹਿੰਦੂ ਪੁਆਇੰਟ ਯਾਨੀ ਮਹਾਸ਼ੇ ਵਾਲਿਆਂ ਦਾ ਪੁਆਇੰਟ ਆਫ ਵਿਊ ਆਉਂਦਾ ਸੀ, ਤੇ ਗਹਿ ਗੱਚ ਬਹਿਸ ਹੁੰਦੀ ਸੀ ਜੀ। ਤੇ ਇਹਨਾਂ ਨੇ ਸ਼ੁਰੂ ਤੋਂ 47 ਤੋਂ ਲੈ ਕੇ ਜਾਂ 55 ਤੋਂ ਲੈ ਕੇ 84 78 85 ਤੋਂ ਲੈ ਕੇ ਇਹਨਾਂ ਨੇ ਲਗਾਤਾਰ ਇਹ ਢੰਡੋਰਾ ਪਿੱਟੀ ਰੱਖਿਆ ਵੀ ਸਿੱਖ ਜਿਹੜੇ ਆ ਉਹ ਪਾਕਿਸਤਾਨ ਦੇ ਨਾਲ ਜਾਣਾ ਚਾਹੁੰਦੇ ਆ ਜਾਂ ਆਜ਼ਾਦ ਪੂਰੀ ਤਰ੍ਹਾਂ ਹੋਣਾ ਚਾਹੁੰਦੇ ਆ। ਤੇ ਇਹ ਜਦੋਂ ਗੱਲ ਕਹਿੰਦੇ ਸੀ ਨਾ, ਤਾਂ ਅਸਲ ਦੇ ਵਿੱਚ ਉਸ ਵੇਲੇ ਸਿੱਖ ਇਦਾਂ ਨਹੀਂ ਸੀ ਚਾਹੁੰਦੇ। ਉਸ ਵੇਲੇ, ਹੁਣ ਤਾਂ ਚਾਹੁੰਦੇ ਆ, ਉਸ ਵੇਲੇ ਨਹੀਂ ਸੀ ਚਾਹੁੰਦੇ। ਪਰ ਉਹ ਇਹ ਗੱਲ ਇਸ ਕਰਕੇ ਸਿੱਟ ਦਿੰਦੇ ਸੀਗੇ ਪਬਲਿਕ ਦੇ ਵਿੱਚ ਕਿ ਸਿੱਖ ਭੈ ਦੇ ਵਿੱਚ ਆ ਕੇ ਸਪਸ਼ਟੀਕਰਨ ਦੇ ਦੇਵੇ। ਨਹੀਂ, ਮੈਂ ਗੱਲ ਤੁਹਾਡੀ ਰੋਕਦਾ ਕਿ ਸਿੱਖ ਹੁਣ ਵੀ ਤਾਂ ਪਾਕਿਸਤਾਨ ਨਾਲ ਨਹੀਂ ਨਾ ਜਾਣਾ ਚਾਹੁੰਦੇ, ਨਹੀਂ ਜਾਣਾ ਚਾਹੁੰਦੇ, ਬਿਲਕੁਲ ਨਹੀਂ ਜਾਣਾ ਚਾਹੁੰਦੇ। ਸਿੱਖ ਆਜ਼ਾਦ ਹਸਤੀ ਰੱਖਣੀ ਚਾਹੁੰਦੇ, ਹਾਂ ਬਿਲਕੁਲ ਰੱਖਣੀ ਚਾਹੁੰਦੇ ਨੇ, ਪਰ ਉਹ ਇਹ ਅੱਜ ਵੀ ਸਿੱਖਾਂ ਨੂੰ ਜੋੜਦੇ ਹੀ ਆ ਨਾ, ਉਹ ਪਾਕਿਸਤਾਨ ਜੋੜਦੇ ਆ। ਤੇ ਉਹਨਾਂ ਦਾ ਇਹ ਰਿਹਾ ਕਿ ਮਹਾਸ਼ਾ ਪ੍ਰੈਸ ਦਾ ਲਗਾਤਾਰ ਉਹ ਸਾਡੀ ਜਿਹੜੀ ਬਿੰਬ ਜਿਹੜਾ ਸਾਡਾ ਉਹਨੂੰ ਉਸਾਰੀ ਵਿਗਾੜਨਾ ਜਿਹੜਾ ਹੈਗਾ ਉਹ ਲਗਾਤਾਰ ਉਹਨਾਂ ਨੇ ਕੀਤਾ। ਜੇ ਮਤਲਬ 78 ਦਾ ਤਾਂ ਉਹਨੂੰ ਆਪਣੇ ਤਰੀਕੇ ਨਾਲ, 84 ਦਾ ਅਟੈਕ ਉਹਨੂੰ ਆਪਣੇ ਤਰੀਕੇ ਨਾਲ, ਉਹ ਪੂਰਾ ਇੱਕ ਨੈਰੇਟਿਵ ਉਸਾਰਿਆ ਜਾਂਦਾ। ਇਤਿਹਾਸਕਾਰੀ ਹੁੰਦੀ ਹੈ ਨਾ ਇੱਕ, ਅਖਬਾਰਾਂ ਨੂੰ ਉੱਦਾਂ ਵੀ ਕਿਹਾ ਜਾਂਦਾ ਕਿ ਕਾਲੀ 'ਚ ਲਿਖਿਆ ਇਤਿਹਾਸ। ਤੇ ਉਹ ਜਦੋਂ ਕੋਈ ਰਿਸਰਚ ਵਾਲਾ ਜਿਹੜਾ ਹੈਗਾ ਉਹਨੂੰ ਚੁੱਕਦਾ ਤੇ ਉਹ ਜਦੋਂ ਦੇਖਦਾ ਤੇ ਉਹਨੂੰ ਲੱਗਦਾ ਕਿ ਇਹ ਸਮੇਂ ਦਾ ਸੱਚ ਆ, ਜੇ ਉਹਦੀ ਆਪਣੀ ਕਲੈਰਿਟੀ ਨਾ ਹੋਵੇ। ਹੁਣ ਜਿਹੜਾ ਸੀਗਾ ਰਾਮ ਨਾਰਾਇਣ ਕੁਮਾਰ, ਹਿਊਮਨ ਰਾਈਟਸ ਐਕਟਿਵਿਸਟ, ਵੈਸੇ ਉਹ ਬਹੁਤ ਸ਼ੱਕੀ ਕਿਸਮ ਦਾ ਬੰਦਾ ਸੀ। ਉਹਦੇ ਬਾਰੇ ਕੁਝ ਮਿੱਥ ਕੇ ਨਹੀਂ ਕਿਹਾ ਜਾ ਸਕਦਾ ਕਿ ਉਹ ਮੂਵਮੈਂਟ ਦਾ ਹਮਾਇਤੀ ਸੀ ਜਾਂ ਵਿਰੋਧੀ ਸੀ, ਇੰਟੈਲੀਜੈਂਸ ਨੇ ਫਿੱਟ ਕੀਤਾ ਸੀ ਵਿੱਚ। ਪਰ ਉਹਦੀ ਇੱਕ ਐਗਜ਼ਾਮਪਲ ਤੁਹਾਨੂੰ ਦੇਣੀ ਚਾਹੁੰਦਾ ਹੈ ਕਿ ਉਹ ਇਹਨਾਂ ਦੀ ਜਗਬਾਣੀ ਵਾਲਿਆਂ ਦੀ ਪ੍ਰੈਸ 'ਚ ਗਿਆ। ਉਹ ਕਹਿੰਦਾ ਕਿ ਮੈਨੂੰ ਤੁਸੀਂ ਆਪਣੇ ਜਿਹੜੇ ਉਹ 78 ਦੇ ਪੀਰੀਅਡ, ਉਹ ਸਾਰੇ 84 ਵਾਲੇ ਨਾ ਜਿਹੜੇ ਜਗਤ 81 ਤੱਕ ਜਿਹੜੇ ਲਾਲਾ ਜਗਤ ਨਾਰਾਇਣ ਨੇ ਸੰਪਾਦਕੀਆਂ ਲਿਖੀਆਂ ਉਹ ਮੈਨੂੰ ਦਿਓ, ਉਹਦੀਆਂ ਫਾਈਲਾਂ ਦੇ ਦਿਓ। ਜਿਹੜਾ ਸੰਪਾਦਕ ਸੀ ਉਹਨੇ ਹਾਂ ਕਰਤੀ ਜੀ ਉਸ ਵੇਲੇ। ਤੇ ਉਹ ਕਹਿੰਦਾ ਤੁਸੀਂ ਜਾਨੂੰ ਮਤਲਬ ਹੋਰ ਕੁਛ ਜੇ ਤੁਹਾਡੀ ਡਿਮਾਂਡ ਆ ਤਾਂ ਤੁਸੀਂ ਦੇਖ ਲਓ, ਘੁੰਮ ਲਓ, ਕੁਛ ਦੇਖ ਲਓ। ਤੇ
ਜਦੋਂ ਵਾਪਸ ਆਇਆ ਤੇ ਉਹਨੂੰ ਜਿਹੜਾ ਸੀ ਫਾਈਲਾਂ ਜਿਹੜੀਆਂ ਸੀਗੀਆਂ ਉਹ ਫੜਾਤੀਆਂ ਗਈਆਂ, ਪਰ ਉਹਦੇ ਵਿੱਚ 78 ਤੋਂ 81 ਵਾਲੀਆਂ ਫਾਈਲਾਂ ਗਾਇਬ ਸੀ। ਉਹਨੇ ਕਿਹਾ ਵੀ ਤੁਸੀਂ ਉਹ ਨਹੀਂ ਦਿੱਤੀਆਂ ਮੈਨੂੰ ਜਗਤ ਨਾਰਾਇਣ ਵਾਲੀਆਂ, ਕਹਿੰਦਾ ਨਹੀਂ ਉਹਦੇ ਵਿੱਚ ਕਾਫੀ ਤਿੱਖੇ ਲੇਖ ਲਿਖੇ ਹੋਏ ਆ, ਉਹ ਅੱਜ ਜੇ ਅਸੀਂ ਕੱਢੀਏ ਤਾਂ ਚੰਗਾ ਨਹੀਂ ਹੋਊਗਾ। ਉਹਦਾ ਕਲੀਅਰ ਦਾ ਐਬਸੋਲੂਟਲੀ ਕਲੀਅਰ ਹੈ ਕਿ ਉਹਦੇ ਵਿੱਚ ਪੂਰੀ ਅੱਗ ਲਾਈ ਗਈ ਸੀ ਜਗਤ ਨਾਰਾਇਣ ਵੱਲੋਂ, ਉਸ ਅੱਗ ਨੂੰ ਢੱਕਣਾ ਚਾਹੁੰਦੇ ਸੀ। ਹਾਂ, ਹੁਣ ਜੇ ਉਹ ਬਾਹਰ ਆਉਂਦੀਆਂ ਤੇ ਉਹ ਪੂਰੀ ਤਰ੍ਹਾਂ ਐਕਸਪੋਜ਼ ਹੁੰਦੇ ਸੀਗੇ ਕਿ ਅਸਲ ਦੇ ਵਿੱਚ ਜਿਹੜਾ ਟਕਰਾਅ ਵਾਲੇ ਹਾਲ ਤੋਂ ਪੈਦਾ ਕਿਹਨੇ ਕੀਤੇ ਆ। ਇਹ ਤਾਂ ਜਦੋਂ ਸਾਰੀ ਸੰਪਾਦਕੀ ਨਿਕਲਣੀ ਆ, ਪੰਜਾਬੀ ਟ੍ਰਿਬਿਊਨ ਵਾਲਿਆਂ ਦਾ ਰੋਲ ਨਿਕਲਣਾ ਵਾ, ਇਹ ਸਾਰਿਆਂ ਦੇ ਰੋਲ ਜਦੋਂ ਨਿਕਲਣੇ ਆ, ਅਜੀਤ ਵਾਲਿਆਂ ਦੇ ਹੋਰਨਾਂ ਦੇ ਰੋਲ ਨਿਕਲਣੇ ਆ, ਤਾਂ ਫਿਰ ਸਾਨੂੰ ਕਲੀਅਰ ਹੋਣਾ ਕਿ ਇਹ ਅਖਬਾਰਾਂ ਨੇ ਕਿੱਥੇ ਕਿੱਥੇ ਸਾਨੂੰ ਮਾਰ ਮਾਰੀ ਆ। ਸੋਚਦੇ ਹੋ ਕਿ ਸਿੱਖ ਇਹੋ ਜਿਹਾ ਕੋਈ ਵਿਸ਼ਲੇਸ਼ਣ ਦਾ ਨਜ਼ਰੀਆ ਰੱਖਦੇ ਆ? ਦੇਖੋ ਹਾਲੇ ਤਾਂ ਸਿੱਖ ਜਿਹੜਾ ਹੈਗਾ ਨਾ ਉਹਦੇ ਅੰਦਰ ਇਹ ਹਾਲ ਆ ਕਿ ਜਾਂਚ ਤਾਂ ਹੈਗੀ ਆ ਰੱਖਣ ਦੀ, ਪਰ ਵੀ ਅਖਬਾਰਾਂ 'ਚ ਖਬਰਾਂ ਨਾ ਆਉਣੀਆਂ ਹੁੰਦੀਆਂ, ਫਿਰ ਅਸੀਂ ਖੂੰਜੇ ਲੱਗ ਜਾਵਾਂਗੇ, ਹਾਸ਼ੀਏ ਤੇ ਚਲੇ ਜਾਵਾਂਗੇ। ਨਹੀਂ, ਪਰ ਇਹ ਕੰਮ ਤਾਂ ਖੋਜਾ ਰੱਖੀਆਂ ਦਾ ਨਹੀਂ, ਉਹ ਠੀਕ ਆ, ਮੈਂ ਮੰਨਦਾ। ਜਿਹੜੇ ਇੰਟੈਲੈਕਚੁਅਲ ਵੀ ਆ ਨਾ, ਜਿਹੜਾ ਉਹ ਵੀ ਜਿਹੜਾ ਹੈਗਾ ਨਾ, ਮਤਲਬ ਇੱਕ ਅਖਬਾਰ ਨਾਲ ਪੰਗਾ ਲੈਣ ਤੋਂ ਨਾ ਇੱਕ ਤਰ੍ਹਾਂ ਭੈ ਜਿਹਾ ਖਾਂਦਾ। ਮੈਂ ਦੇਖਿਆ ਕਿ ਉਹ ਸਾਰੀਆਂ ਅਖਬਾਰਾਂ ਚੁੱਕੇ ਤੇ ਉਹਦਾ ਐਨਾਲਿਸਿਸ ਕਰੇ ਕਿ ਕਿਹੜੀ ਅਖਬਾਰ ਨੇ ਪੰਜਾਬ ਨੂੰ ਕਿੰਨਾ ਨੁਕਸਾਨ ਪਹੁੰਚਾਇਆ। ਪਰ ਮੈਂ ਕਿਉਂਕਿ ਪੋਲੀਟੀਕਲ ਜਥੇਬੰਦੀਆਂ ਦਾ ਪਾਰਟ ਵੀ ਰਿਹਾ, ਉਹ ਬਹੁਤ ਡਰ ਮੰਨਦੇ ਆ। ਉਹ ਕਹਿੰਦੇ ਅਸੀਂ ਖਬਰ ਲਾਉਣੀ ਆ ਤੇ ਉਹ ਮਤਲਬ ਜੋ ਮਰਜ਼ੀ ਬੋਲ ਕੇ ਨਿਕਲ ਜਾਵੇ ਅਖਬਾਰ ਪੰਥ ਦੇ ਨਾਂ ਦੇ, ਤੇ ਉਹ ਜਿਹੜਾ ਹੈਗਾ ਉੱਤੇ ਚੁੱਪ ਵੱਟਣੀ ਸਹੀ ਸਮਝਦੇ ਆ। ਮੈਨੂੰ ਲੱਗਦਾ ਕਿ ਅਸੀਂ ਕਾਫੀ ਗੱਲਾਂ ਕਰ ਲਈਆਂ, ਜਿਹੜੇ ਵਿਸ਼ੇ ਆਪਾਂ ਸ਼ੁਰੂ 'ਚ ਨਹੀਂ ਸੀ ਕਹੇ ਅਸੀਂ ਉਹਨਾਂ ਨੂੰ ਵੀ ਛੋਇਆ, ਤੇ ਆਸ ਕਰਦੇ ਹਾਂ ਕਿ ਨਵੇਂ ਜਿਹੜੇ ਜਿਗਿਆਸੂ ਨੇ, ਉਹ ਜੋ ਸਿੱਖਣਾ ਚਾਹੁੰਦੇ ਨੇ ਇਸ ਸਾਰੇ ਸਭ ਕਾਸੇ ਬਾਰੇ, ਉਹਨਾਂ ਨੂੰ ਬੜੀਆਂ ਨਵੀਆਂ ਗੱਲਾਂ ਪਤਾ ਲੱਗਣਗੀਆਂ। ਤੇ ਕੋਈ ਰਹਿ ਗਈ ਹੋਵੇ ਗੱਲ ਤੇ ਤੁਸੀਂ ਕਰ ਸਕਦੇ ਹੋ। ਉਂਝ ਆਪਾਂ ਮੇਰੇ ਮਾਈਂਡ ਤੇ ਹੁਣ ਨਹੀਂ ਹੈਗੀ, ਮੈਨੂੰ ਲੱਗਦਾ ਅਸੀਂ ਵਿਸ਼ੇ ਤੋਂ ਬਾਹਰ ਜਾ ਕੇ ਵੀ ਬਹੁਤ ਕੁਝ ਡਿਸਕਸ। ਹਾਂ, ਉਹ ਐ ਹੁੰਦਾ ਕਿ ਜਦੋਂ ਕੋਈ ਲੜੀ ਚੱਲ ਪੈਂਦੀ ਆ, ਬਹਿਣ ਹੁੰਦਾ ਇੱਕ, ਤੇ ਫਿਰ ਉਹਨੂੰ ਰੋਕਣਾ ਨਹੀਂ ਚਾਹੀਦਾ। ਸੋ ਗੱਲ ਹੁੰਦੀ ਵੀ ਇਦਾਂ ਹੀ ਆ, ਬੈਠਕ ਨੂੰ ਇਸੇ ਨੂੰ ਕਹਿੰਦੇ ਆ। ਸੋ ਤੁਹਾਡਾ ਬਹੁਤ ਧੰਨਵਾਦ ਕਰਦਾ ਜੀ, ਤੁਸੀਂ ਅੱਗੇ ਵੀ ਸਾਡੇ ਨਾਲ ਗੱਲਬਾਤ ਕਰਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।